ਉਹਦੇ 'ਚ ਈਮਾਨ ਹੀ ਕੋਈ ਨਹੀਂ। ਇਹ ਹੁਣ ਹਰ ਇਨਸਾਨ ਆਪਣੀ ਫਿਕਰ ਕਰ ਲੇ, ਕਿਆ ਉਹਨੂੰ ਕੋਈ ਸੱਚੀ ਖਾਬ ਆਉਂਦੀ ਹੈ, ਦੁਆ ਕਬੂਲ ਹੁੰਦੀ ਹੈ। ਅਤੇ ਇਹ ਹਰ ਨਬੀਆਂ ਦੇ ਨਾਲ ਸਿਲਸਿਲਾ ਜਾਰੀ ਹੋਇਆ ਹੈ ਕਿ ਜਿਹਨੂੰ ਵੀ ਸੱਚੀ ਅੱਲਾ ਨਬੀਆਂ ਨੇ ਸੱਚੀ ਖਾਬ ਸ਼ੁਰੂ ਤੋਂ ਆਉਣੀ ਸ਼ੁਰੂ ਹੋਈ ਹੈ, ਫਿਰ ਦੁਆ ਕਬੂਲ ਸ਼ੁਰੂ ਹੋਈ ਹੈ, ਫਿਰ ਆਹਿਸਤਾ ਆਹਿਸਤਾ ਅੱਲਾਹ ਤਾਲਾ ਨੇ ਉਹਨਾਂ ਨੂੰ ਕਦਾਇਤ ਵਿੱਚ ਤਰੱਕੀ ਦਿੱਤੀ ਹੈ। ਅਤੇ ਜੇਕਰ ਇਨਸਾਨ ਇਹਦੇ ਸ਼ੁਰੂਆਤ ਇਹਦੇ ਤੋਂ ਨਹੀਂ ਹੋਈ, ਹਲੇ ਉਹਦੇ ਕੋਲ ਈਮਾਨ ਕੋ ਨਹੀਂ, ਬੇਈਮਾਨ ਹੈ, ਅਤੇ ਬੇਈਮਾਨ ਤੋਂ ਸਭ ਕੁਛ ਤਵੱਕਾ ਕੀ ਜਾ ਸਕਦੀ ਹੈ। ਚਲੋ ਠੀਕ ਹੈ MSR ਸਾਹਿਬ, ਹੁਸੈਨ ਸਾਹਿਬ ਮੈਨੂੰ ਇਜਾਜ਼ਤ ਦਿਓ ਫਿਲਹਾਲ, ਲੇਕਿਨ ਇਹ ਵੇ ਕਿ ਜਿੰਨੇ ਮੇਰੇ ਅਕਾਬਰੀਨ ਨੂੰ ਗਾਲਾਂ ਕੱਢੀਆਂ ਨੇ ਉਹਨੂੰ ਉਹਦਾ ਜਵਾਬ ਜ਼ਰੂਰ ਦੇਣਾ ਪੈਣਾ। ਮੈਂ ਜੇ ਤੁਸੀਂ ਮੈਨੂੰ ਚੁੱਕ ਲਓਗੇ ਤੇ ਮੈਂ ਦੁਬਾਰਾ ਵੀ ਆ ਕੇ ਉਹਨਾਂ ਕੋਲ ਪੁੱਛਾਂਗਾ ਤੁਸੀਂ ਮੇਰੇ ਅਕਾਬਰੀਨ ਨੂੰ ਕਿਉਂ ਤੁਹਾਨੂੰ ਮੈਂ ਚਾਹ ਰੱਖਣਾ, ਤੁਸੀਂ ਤੇ ਮੇਰੇ ਸਿਰ ਤੇ ਬਵੋ, ਮੇਰੇ ਅੱਲਾਹ ਤਾਲਾ ਤੁਹਾਨੂੰ ਜਜ਼ਾ ਦੇਵੇ ਹੁਸੈਨ ਸਾਹਿਬ, ਬਿਲਕੁਲ। ਲੇਕਿਨ ਇਹ ਸਵਾਲ ਉੱਥੇ ਰਹੇਗਾ ਮੇਰੇ ਸਿਰ ਅੱਖਾਂ ਤੇ ਹੋ, ਤੁਸੀਂ ਬੇਸ਼ੱਕ ਹੁਣੇ ਹੀ ਤੁਸੀਂ ਜਿਹਨੇ ਤੁਹਾਨੂੰ ਗਾਲਾਂ ਕੱਢੀਆਂ ਨੇ ਉਹਦੀ ਬਜਾਏ ਮੈਨੂੰ ਗਾਲਾਂ ਕੱਢ ਲਓ। ਮੇਰੀ ਜ਼ਾਤ ਕੁਝ ਵੀ ਨਹੀਂ ਹੈ, ਮੇਰੀ ਜ਼ਾਤ ਤੁਹਾਡੇ ਅਕਾਬਰ ਨੂੰ ਕੱਢੀਆਂ ਨੇ, ਤੁਸੀਂ ਮੈਨੂੰ ਕੱਢ ਲਓ ਬੇਸ਼ੱਕ। ਨਹੀਂ ਕਿਸੇ ਤਰੀਕੇ ਨਾਲ ਤੁਹਾਡਾ ਮਦਾਵਾ ਹੋਣਾ ਚਾਹੀਦਾ। ਤੁਸੀਂ ਬੜੇ ਦੁਖੀ ਹੋ ਤੇ ਬਿਲਕੁਲ ਦੁਖੀ ਹਾਂ ਮੈਂ, ਉਹਨਾਂ ਕੋਲ ਸਵਾਲ ਇਹ ਪੁੱਛਣਾ ਚਾਹੁੰਦਾ ਹਾਂ ਕਿ ਨਹੀਂ ਜਾ ਰਹੀ, ਬਿਲਕੁਲ ਇਹਨੂੰ ਠੀਕ ਕਰਨ ਵਾਸਤੇ ਇਹਦਾ ਕੋਈ ਹੱਲ ਕੱਢ ਕੇ ਜਾਓ। ਇਸ ਤਰ੍ਹਾਂ ਨਾ ਜਾਓ ਨਹੀਂ ਹੁਸੈਨ ਸਾਹਿਬ, ਕੋਈ ਹੱਲ ਨਹੀਂ, ਮੈਂ ਫਿਲਹਾਲ ਜਾ ਰਿਹਾ, ਲੇਕਿਨ ਮੈਂ ਦੁਬਾਰਾ ਆਵਾਂਗਾ। ਮੈਂ ਤੁਹਾਡਾ ਫਿਰ ਕਦੋਂ ਮਤਲਬ 3 ਤਾਰੀਖ ਨੂੰ ਫਿਰ ਇਹਨੂੰ ਲੈਣਾ ਦੁਬਾਰਾ। ਜਦੋਂ ਵੀ ਕੋਈ ਬੰਦਾ ਇਹ ਬਣਨ ਦੀ ਕੋਸ਼ਿਸ਼ ਕਰੇਗਾ ਨਾ ਕਿ ਮੈਂ ਕਿਸੇ ਕਾਬਰੀ ਨੂੰ ਗਾਲ ਨਹੀਂ ਕੱਢਦਾ, ਮੇਰੀ ਤਰਬੀਅਤ ਗਾਲਾਂ ਵਾਲੀ ਨਹੀਂ, ਮੈਂ ਉਹਨੂੰ ਜ਼ਰੂਰ ਆ ਕੇ ਪੁੱਛਾਂਗਾ ਤੂੰ ਮੇਰੇ ਕਾਬਰੀ ਨੂੰ ਗਾਲ ਕੱਢੀ ਹੈ ਬਿਲਾ ਵਜ੍ਹਾ। ਅੱਛਾ, ਇਸ ਤਰ੍ਹਾਂ ਦੀ ਮਤਲਬ ਫਿਲਾਸਫੀਕਲ ਬਹਿਸ ਹੈ ਕਿ ਜਿਹੜਾ ਬੰਦਾ ਇੰਜ ਕਹੇਗਾ ਉਹਨੂੰ ਅਸੀਂ ਇਹ ਪੁੱਛਾਂਗੇ ਤੇ ਉਹ ਫਿਰ ਇਹ ਕਹੇਗਾ। ਬਿਲਕੁਲ, ਉਹਨੂੰ ਪੁੱਛਦੇ ਤੇ ਰਵਾਂਗੇ ਨਾ। ਦੇਖੋ ਗੱਲ ਹੈ ਕਿ ਉਹਦੇ ਜੇ ਕੋਲੋ ਫੇਲ ਚ ਤਜ਼ਾਦ ਹੋਵੇ ਤੇ ਇੱਥੇ ਆ ਕੇ ਬੜਾ ਜਿਹਦੇ ਦੂਸਰਿਆਂ ਦੇ ਕੋਲੋ ਫੇਲ ਦੇ ਤਜ਼ਾਦ ਨੂੰ ਅਸੀਂ ਚੈੱਕ ਕਰਦੇ ਰਵਾਂਗੇ ਕਿ ਉਹਨਾਂ ਦੇ ਕੋਲੋ ਫੇਲ ਨਹੀਂ, ਚੈੱਕ ਨਹੀਂ, ਸਵਾਲ ਦਾ ਜਵਾਬ ਜ਼ਰੂਰ ਲਵਾਂਗੇ। ਹੁਸੈਨ ਭਾਈ ਇੱਕ ਸਵਾਲ ਕਰਨਾ, ਜੇ ਕੋਈ ਸਵਾਲ ਨਾ ਕਰੇ ਤਾਂ ਫਿਰ ਉਹਦਾ ਜਵਾਬ ਕੀ ਦਿਓਗੇ? ਨਹੀਂ, ਉਹਦੀ ਵਜ੍ਹਾ ਹੈ ਕਿ ਭਾਈ ਜਿਹੜੀ ਮੈਂ ਤਕਲੀਫ ਚੋਂ ਗੁਜ਼ਰਿਆ, ਮੈਂ ਉਹੀ ਪਿਆ ਕਹਿਣਾ ਵੀ ਤੁਸੀਂ ਆਪਣੀ ਤਕਲੀਫ ਦਾ ਕੋਈ ਮਦਾਵਾ ਕਰੋ ਤੇ ਕੋਈ ਫਾਇਰਿੰਗ ਕਰੋ। ਉਹਨਾਂ ਕੋਲ ਜ਼ਰੂਰ ਪੁੱਛਾਂਗੇ, ਰੋਜ਼ ਪੁੱਛਾਂਗੇ, ਜਿੱਥੇ ਮਿਲਣਗੇ ਉੱਥੇ ਪੁੱਛਾਂਗੇ ਬਈ ਤੂੰ ਮੇਰੇ ਕਾਬਰੀ ਨੂੰ ਕਿਉਂ ਗਾਲ ਕੱਢੀ, ਉਹਦੀ ਕੋਈ ਜਸਟੀਫਿਕੇਸ਼ਨ। ਹੁਣ ਉਹ ਕਿੱਥੇ ਨੇ? ਤੁਸੀਂ ਉੱਥੇ ਕਿਧਰੇ ਮਿਲ ਜਾ ਰਹੇ ਹੋ ਉਹਨਾਂ ਨੂੰ ਜਿਹਨਾਂ ਨੂੰ? ਫਿਲਹਾਲ ਉਹ ਟਾਈਮ ਨਹੀਂ ਹੈ, ਕਿਉਂਕਿ ਉਹ ਫਿਲਹਾਲ ਤੁਸੀਂ ਦੇਖ ਰਹੇ ਹੋ ਕਿ MSR ਚੀਮਾ ਸਾਹਿਬ ਆਪਣੀ ਤਬਲੀਗ ਕਰ ਰਹੇ ਨੇ। ਮੇਰਾ ਮਕਸਦ ਇਹ ਹੁਣ ਉਹਨਾਂ ਨੂੰ ਕਿਹੜੀ ਜਗ੍ਹਾ ਪੁੱਛਣ ਜਾ ਰਹੇ ਹੋ, ਕਿਸੇ ਹੋਰ ਜਗ੍ਹਾ ਤੇ? ਇੱਥੇ ਵੀ ਨਸ਼ਰ ਹੋ ਰਹੀਆਂ ਗੱਲਾਂ, ਤੁਸੀਂ ਇੱਥੇ ਪੁੱਛ ਲਓ। ਇੱਥੋਂ ਨਹੀਂ ਸਾਹਿਬ, ਫਿਲਹਾਲ ਤੇ ਮੈਂ ਜਾ ਰਿਹਾ ਵਾਂ ਕਿਉਂਕਿ MSR ਚੀਮਾ ਸਾਹਿਬ ਦੀ ਆਪਣੀ ਮੇਰਾ ਅਰਜ਼ ਕਰਨ ਦਾ ਮਕਸਦ ਇਹ ਹੈ ਵੀ ਕਜ਼ੀਆ ਕਿਧਰੇ ਖਤਮ ਹੋ ਜਾਏ ਕਿਸੇ ਤਰੀਕੇ ਨਾਲ। ਜੇ ਮੇਰੀ ਤੋਂ ਆਪਣਾ ਸੈਣੀ ਭਾਈ ਮੈਨੂੰ ਇੱਕ ਸਵਾਲ ਜਿਹੜਾ ਚੀਮਾ ਸਾਹਿਬ ਕੋਲ ਪੁੱਛ ਲੈਂਦੇ ਹੋ। ਅੱਲਾਹ ਕੋਲ ਜਜ਼ਾ। ਚੀਮਾ ਸਾਹਿਬ ਅਸਲਾਮ ਵਾਲੇਕੁਮ। ਵਾਲੇਕੁਮ। ਚੀਮਾ ਸਾਹਿਬ ਠੀਕ ਠਾਕ, ਤੁਸੀਂ ਆਪਣੀ ਸੁਣਾਓ। ਅੱਛਾ, ਤੁਹਾਡੀ ਇਹਨਾਂ ਨਾਲ ਮੁਲਾਕਾਤ ਹੋਈ ਹੈ ਜਿਹੜੇ ਹਨੇਰ ਪਾਉਂਦੇ ਨੇ? ਚੀਮਾ ਸਾਹਿਬ ਨਾਲ ਪਹਿਲੀ ਵਾਰੀ ਹੋ ਰਹੀ ਹੈ। ਰਵਾਨੀ ਫੈਜ਼ਾਨ ਸਾਹਿਬ ਜੀ ਡਾਕ ਹੋਰ ਸਾਹਿਬ ਨਾਲ ਮੇਰੀ ਅੱਗੇ ਮੁਲਾਕਾਤ ਹੈ ਤੇ ਮੈਂ ਮਾਸ਼ਾਅੱਲਾ ਹਨੇਰ ਪਾ ਲੈਂਦੇ ਨੇ ਚੰਗਾ ਭਲਾ। ਜੀ ਆਪਣਾ ਮੁਬਸ਼ਰ ਹੁਸੈਨ ਨਾਲ ਗੱਲ ਕਰੀ ਯਾਰ ਜ਼ਰਾ, ਜਿਹੜਾ ਡਾਰਕ ਹਾਰਸ। ਬੰਬਾਸਟਿਕ ਭਾਈ, ਅੱਲਾ ਦਾ ਨਾਮ ਮੈਂ ਬਹੁਤ ਵੱਡਾ ਪਾਗਲ ਸਮਝ ਸਕਦੇ ਹੋ, ਪਰ ਐਡਾ ਨਾ ਸਮਝੋ ਕਿ ਮੈਂ ਜਨਾਬ ਇਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਰਵਾਨੀ ਭਾਈ, ਮੈਂ ਦੇਖੋ ਨਾ ਠਹਿਰ ਜਾਓ, ਮੈਂ ਚੀਮਾ ਸਾਹਿਬ ਨੂੰ ਸਵਾਲ ਕਰਨਾ ਚਾਹ ਰਿਹਾ, ਕਿਸੇ ਨੂੰ ਨਹੀਂ। ਚੀਮਾ ਸਾਹਿਬ ਅਸਲਾਮ ਵਾਲੇਕੁਮ। ਮੈਂ ਸਮਝਣਾ ਰਵਾਨੀ ਫੈਜ਼ਾਨ ਸਾਹਿਬ ਤੁਹਾਡੀ ਮੌਜੂਦਗੀ ਦੇ ਵਿੱਚ ਬਹੁਤ ਸਾਰੇ ਮਸਾਇਲ ਦਾ ਹੱਲ ਹੋ ਜਾਏਗਾ, ਕਿਉਂਕਿ ਤੁਸੀਂ ਗਹਿਰਾਈ ਨਾਲ ਚੀਜ਼ਾਂ ਨੂੰ ਦੇਖਦੇ ਹੋ, ਸਮਝਾਉਂਦੇ ਹੋ, ਗੱਲਾਂ ਨੂੰ ਵਾਜ਼ਿਆ ਕਰ ਦਿੰਦੇ ਹੋ। ਹਾਂਜੀ, ਬਾਕੀ ਆਪਣਾ ਹੁਸੈਨੀ ਭਾਈ ਸਿਆਣਾ ਬੰਦਾ ਜਿਹੜਾ ਵੇ ਚੀਮਾ ਸਾਹਿਬ ਬੈਠੇ ਨੇ, ਤੁਹਾਨੂੰ ਕਹਤਾ ਇੱਥੇ ਮੇਰੇ ਹੱਥ ਸਭ ਤੋਂ ਸਿਆਣਾ ਬੰਦਾ ਜਿਹੜਾ ਬੈਠਿਆ ਹੋਵੇ ਨਾ, ਉਹ ਚੀਮਾ ਸਾਹਿਬ ਨੇ। ਕਲੇਮ ਕਰਦੇ ਨੇ ਜਿਹੜਾ ਕਲੇਮ ਕਰਦੇ ਨੇ ਕਿ ਮੈਨੂੰ ਰੱਬ ਵੱਲੋਂ ਆ ਰਿਹਾ ਵੇ ਨਾ, ਅਸੀਂ ਸਾਡੇ ਕੋਲ ਕਿਸੇ ਦਾ ਕਲੇਮ ਨਹੀਂ ਹੈਗਾ। ਮੈਂ ਤਾਂ ਕਹਿੰਦਾ ਸਾਡੇ ਵਿੱਚੋਂ ਕਿਸੇ ਦਾ ਕਲੇਮ ਨਹੀਂ ਹੈਗਾ ਕਿ ਸਾਨੂੰ ਡਾਇਰੈਕਟ ਰੱਬ ਕੋਲੋਂ ਪੈਗਾਮ ਆ ਰਿਹਾ। ਚੀਮਾ ਸਾਹਿਬ ਇਹੋ ਜਿਹੇ ਬੰਦੇ ਬੈਠੇ ਨੇ ਚੀਮਾ ਸਾਹਿਬ ਜਿਹੜਾ ਕਲੇਮ ਕਰਦੇ ਨੇ। ਅੱਲਾਹ ਤਾਲਾ ਦਾ ਕੁਰਬ ਉਹਨਾਂ ਨੂੰ ਹਾਸਲ ਹੈ। ਇਸੇ ਗੱਲੋਂ ਕਹਿ ਰਿਹਾ। ਇਹ ਕੀ ਕਹਿ ਰਹੇ ਹੋ ਤੁਸੀਂ? ਚੀਮਾ ਸਾਹਿਬ ਨੇ ਸਵਾਲ ਹੈ। ਚੀਮਾ ਸਾਹਿਬ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਰਹਿਮਤੁਲਾਹ ਜੀ। ਚੀਮਾ ਸਾਹਿਬ ਤੁਹਾਡੇ ਕੋਲ ਛੋਟਾ ਜਿਹਾ ਸਵਾਲ ਹੈ। ਇੱਕ ਕੋਈ ਮੁਲਹਿਦ ਬੰਦਾ ਹੈ, ਕਿਸੇ ਬਾਰੇ ਚ ਤੁਸੀਂ ਲੈ ਕੇ ਨਹੀਂ ਜਾਣਾ, ਹੁਣ ਕੋਈ ਮੁਸਲਮਾਨ ਇਹ ਵੋ ਕੇ ਪਿੱਛੇ ਕੋਈ ਨਾ ਲੈ ਕੇ ਆਵੀਓ, ਪਹਿਲਾਂ ਜਵਾਬ ਡਾਇਰੈਕਟ। ਇੱਕ ਮੁਲਹਿਦ ਬੰਦਾ ਵੇ, ਉਹ ਕਿਸੇ ਨੂੰ ਨਹੀਂ ਮੰਨਦਾ, ਲੇਕਿਨ ਉਹ ਆਪਣੇ ਮਾਂ ਪਿਓ ਨੂੰ ਮੰਨਦਾ ਹੈ। ਹੁਣ ਉਸ ਵਕਤ ਜੇ ਆਪਣੇ ਮਾਂ ਪਿਓ ਨੂੰ ਮੰਨ ਰਿਹਾ ਵੇ ਤੇ ਉਹਦੇ ਅਕਾਬਰ ਉਹਦੇ ਮਾਂ ਪਿਓ ਬੰਦੇ ਨੇ ਕਿ ਨਹੀਂ ਬੰਦੇ? ਮਾਂ ਬਾਪ ਹੀ ਉਹਦੇ ਵਾਸਤੇ ਰਸੂਲ ਬਣਦੇ ਨੇ, ਕਿਉਂਕਿ ਉਹ ਮਾਂ ਅਕਾਬਰ ਬਣ ਗਏ ਨਾ ਉਹਦੇ। ਲੈਂਦਾ
ਤੇ ਉਹ ਮਾਂ-ਬਾਪ बिल्कुल अगर सीधे रास्ते पे होंगे, अल्लाह ने दस्या सी अगर बड़े इनाम याफ्ता हों तो छोटे भी इनाम याफ्ता होते हैं। हाँ ਤੇ ਅਗਰ जी ਮਾਂ-ਬਾਪ जी ਸਿੱਧੇ ਰਸਤੇ ਤੇ ਨਹੀਂ ਤੇ ਫਿਰ ਬੱਚਿਆਂ ਨੂੰ ਉਹਨਾਂ ਕੋਲ ਇਲਮ ਲੈਣਾ ਤੇ ਫਿਰ ਉਹ ਬੱਚੇ ਵੱਡੇ ਮਖਜ਼ੂਬ ਤੇ ਛੋਟੇ ਵੀ ਜੀ ਜੀ ਮਖਜ਼ੂਬ। ਮੈਂ ਉਹਨੂੰ ਵੀ ਇਹਦੇ ਸਾਈਡ 'ਚ ਰੱਖਣਾ, ਉਸ ਦੇ ਮਾਂ ਪਿਓ ਵੀ ਜਿਹੜੇ ਭੈੜੇ ਰਸਤੇ ਨੇ ਉਹ ਵੀ ਮੁਲਹੇ ਦੇ, ਲੇਕਿਨ ਆਪਣੇ ਮਾਂ ਪਿਓ ਨੂੰ ਕਾਬਰ ਮੰਨਦਾ ਹੈ, ਲੇਕਿਨ ਕਹਿੰਦਾ ਵੇ ਕਿ ਮੇਰੇ ਕਾਬਰ ਨੂੰ ਕਿਸੇ ਛੇੜਿਆ ਤੇ ਮੈਂ ਤੁਹਾਡੇ ਕਾਬਰ ਨੂੰ ਨਹੀਂ ਛੱਡਾਂਗਾ। ਹੁਣ ਜਿਹੜਾ ਉਹਦੇ ਨਾਲ ਪੰਗਾ ਲਵੇਗਾ ਮੁਲਹਿਦ ਨਾਲ, ਉਹਦੇ ਮਾਂ ਪਿਓ ਨੂੰ ਗਾਲ ਕੱਢੇਗਾ, ਜਦੋਂ ਉਹਨੇ ਕਹਿਣਾ ਤੇਰੀ ਭੈਣ ਨੂੰ ਜਾਂ ਤੇਰੀ ਮਾਂ ਨੂੰ ਡੈਸ਼ ਡੈਸ਼ ਡੈਸ਼, ਇਹਦਾ ਮਤਲਬ ਉਹਨੇ ਉਹਦੇ ਮਕਾਬਰ ਨੂੰ ਅਟੈਕ ਕਰ ਛੜਿਆ। ਇਹਦਾ ਮਤਲਬ ਹੈ ਜੋ ਵਾਪਸ ਅਟੈਕ ਕਰ ਰਿਹਾ ਵੇ ਤੇ ਫਿਰ ਕਸੂਰ ਕਿਹਦਾ ਵੇ? ਜਿਹੜਾ ਵੀ ਗਾਲ ਕੱਢਦਾ ਵੇ ਤੇ ਅੱਗੋਂ ਜਵਾਬ ਦਿੰਦਾ ਵੇ, ਦੋਈ ਅੱਲਾ ਨੂੰ ਨਹੀਂ ਮੰਨਣ ਦੇ, ਦੋਏ ਨਾਫਰਮਾਨ ਨੇ, ਜੋ ਮਰਜ਼ੀ ਕਰ ਲੈਣ। ਨਹੀਂ ਵੇਖੋ ਨਾ, ਵੇਖੋ ਇਹਦੇ ਚੀਜ਼ ਨਾ ਆਪਣਾ ਚੀਮਾ ਸਾਹਿਬ ਇੱਥੇ ਵੀ ਇਹ ਵੇ ਕਿ ਜਿਹਨੇ ਪਹਿਲਾਂ ਚਪੇੜ ਮਾਰੀ ਹੈ ਨਾ ਉਹਦੇ ਤੇ ਕੇਸ ਹੋਏਗਾ। ਜਿਹੜਾ ਸੈਕਿੰਡ ਆਪਣਾ ਬਚਾਓ ਕਰ ਰਿਹਾ ਨਾ ਉਹਦੇ ਵਿੱਚ ਉਹਨੇ ਭਾਵੇਂ ਉਹਦਾ ਦੰਦ ਵੀ ਭੰਨ ਛੜੇ ਨਾ ਤੇ ਉਹਨੇ ਆਪਣੇ ਤਹਫਜ਼ ਦੇ ਮੁਕਾਬਲਾ ਕੀਤਾ। ਤੇ ਡਾਰਕ ਹੋਰਸ ਤੁਸੀਂ ਉਹ ਸਵਾਲ ਉਹਨੂੰ ਕਿਉਂ ਵੀ ਪੁੱਛਦੇ ਜਿਹਦੇ ਜਵਾਬ ਦਾ ਤੁਹਾਨੂੰ ਪਤਾ ਹੈ? ਨਹੀਂ ਉਹ ਤਾਂ ਮੈਂ ਉਹਨਾਂ ਕੋਲ ਪੁੱਛ ਰਿਹਾ ਕਿਉਂਕਿ ਉਹ ਸਹੀ ਜਵਾਬ ਦੇ ਰਹੇ ਨੇ। ਨਹੀਂ ਤੁਸੀਂ ਜਵਾਬ ਆਪ ਵੀ ਦਿੰਦੇ ਹੋ ਕਿ ਉਹਨੇ ਇਹ ਕੀਤਾ ਤੇ ਇਹਦਾ ਇਹ ਜਵਾਬ ਹੋਣਾ ਚਾਹੀਦਾ, ਉਹਨਾਂ ਨੇ ਤੁਹਾਨੂੰ ਜਵਾਬ ਦਿੱਤਾ, ਤੁਹਾਨੂੰ ਨਹੀਂ ਥੋੜਾ ਜਿਹਾ ਵੇਖੋ ਨਾ ਉਹਨਾਂ ਦਾ ਰਾਬਤਾ ਵੇ ਰੱਬ ਨਾਲ, ਉਹਨਾਂ ਉਸ ਹਿਸਾਬ ਦੀ ਗੱਲ ਕਰਨੀ ਹੈ। ਉਹਨਾਂ ਨੇ ਉਸ ਹਿਸਾਬ ਨਾਲ ਤੁਹਾਨੂੰ ਜਵਾਬ ਦਿੱਤਾ, ਤੁਹਾਨੂੰ ਪਸੰਦ ਨਹੀਂ ਆਇਆ। ਹਾਂ ਚੀਮਾ ਸਾਹਿਬ ਲਾਸਟ ਸਵਾਲ ਕਰ ਲੈਂਦੇ ਹੋ। ਮੈਂ ਤੁਹਾਨੂੰ ਪੁੱਛਿਆ ਸੀ ਕਿ ਜਿਹੜਾ ਬੰਦਾ ਪਹਿਲਾਂ ਚਪੇੜ ਮਾਰੇ ਉਹ ਕਸੂਰਵਾਰ ਹੈ ਕਿ ਜਿਹੜਾ ਵਾਪਸ ਜਵਾਬ ਦੇ ਚਪੇੜ ਮਾਰਦਾ? ਜੀ ਜੀ ਚੀਮਾ ਸਾਹਿਬ ਕਿਹੜਾ ਦੋਏ ਹੀ ਕਸੂਰਵਾਰ ਨੇ, ਦੋਵਾਂ ਨੂੰ ਜੇ ਦੋਏ ਅੱਲਾ ਨੂੰ ਮੰਨਦੇ ਨੇ, ਦੋਵਾਂ ਨੂੰ ਇਹ ਸਮਝ ਹੀ ਨਹੀਂ ਆਈ ਕਿ ਮਾਲਿਕ ਯੌਮ ਦੀਨ, ਮਾलिक जज़ा सज़ा के दिन का मालिक को जज़ा मंगनी, खुद फैसला करना ही नहीं। ਯਾ ਇਹ ਗੱਲ ਨਹੀਂ ਦੋਵਾਂ ਵਿੱਚ ਦੇਖੋ ਨਾ, ਇੱਕ ਤੇ ਮੁਲਹਿਦ ਹੈ, ਇੱਕ ਰੱਬ ਨੂੰ ਮੰਨਦਾ ਹੈ। ਡਾਣਾ ਕੋ ਸਾਹਨਵੇਂ ਸਾਰ ਗੱਲ ਕਰ ਲਾਂਦਾ ਚੀਮਾ ਸਾਹਿਬ। ਜੀ ਜੀ ਐਂਬੂਲੈਂਸ ਫਟਾਫਟ ਆ ਜਾਂਦੀ ਹੈ, ਪੇਟ ਚੀਮਾ ਖਰਾਬ ਹੋ ਜਾਂਦਾ। ਸਾਹਿਬ ਤੁਸੀਂ ਨਬੀ ਬਣੇ ਚੀਮਾ ਸਾਹਿਬ। ਚਲੋ ਚੀਮਾ ਸਾਹਿਬ ਤੁਹਾਨੂੰ ਡਾਇਰੈਕਟ ਹੋਣ ਲੱਗੇ ਜੀ ਇਹ ਹੁਣ ਅਲਹਮਦੁਲਿਲਾ ਇਹ 2020 ਦੇ ਵਿੱਚ ਅੱਲਾਹ ਤਾਲਾ ਇਹ ਮਦਾਰੀ ਤੁਸੀਂ ਕਦੀ ਪਾਕਿਸਤਾਨ ਰੇਲਵੇ ਸਟੇਸ਼ਨ ਤੇ ਕਰਦੇ ਤੇ ਤੁਹਾਨੂੰ ਬੜੇ ਪੈਸੇ ਹੋਣੇ ਕਰਨੇ ਹਨ। ਹਾਂਜੀ ਬਕਾਇਦਾ ਇਹ ਮਦਾਰੀ ਕਦੀ ਤੁਸੀਂ ਪਾਕਿਸਤਾਨ ਰੇਲਵੇ ਸਟੇਸ਼ਨ ਤੇ ਕਰਦੇ ਨਾ ਤੇ ਉੱਥੇ ਤੁਹਾਨੂੰ ਬੜਾ ਮਾਲ ਹੋਣਾ ਕਰਨਾ ਹੈ। ਚਲੋ ਤੁਸੀਂ ਤੁਰ ਜਾਓ, ਮਾਲ ਕਮਾ ਲਓ, ਮੈਨੂੰ ਮਾਲ ਨਹੀਂ ਚਾਹੀਦਾ। ਨਹੀਂ ਮਦਾਰੀ ਜਿਵੇਂ ਦੀ ਤੂੰ ਮਦਾਰੀ ਸ਼ੁਰੂ ਕੀਤੀ ਇਸ ਤਰ੍ਹਾਂ ਦੀ ਮਦਾਰੀ ਤੂੰ ਕਰਦਾ ਕਿਤੇ ਹੋਰ ਤੇ ਤੈਨੂੰ ਹੂਰਾਂ ਵੀ ਲੱਭਣੀਆਂ ਤੈਨੂੰ ਹਰ ਚੀਜ਼ ਲੱਭਣੀ। ਤੁਸੀਂ ਲਾ ਲਓ ਜਾ ਕੇ। ਮੈਂ ਨਾ ਜੀ ਇਸ ਤਰ੍ਹਾਂ ਦੀ ਮਦਾਰੀ ਤੂੰ ਕਿਤੇ ਪਾਕਿਸਤਾਨ ਕਰਦਾ ਤੇ ਤੇਰੇ ਬੜੇ ਫਾਇਦੇ ਹੋਣੇ ਹਨ। ਇਹ ਜਿਤਨੇ ਵੀ ਅੰਬਿਆ ਆਏ ਨਾ ਯਾਰ ਮੈਨੂੰ ਛੱਡ ਦਿਓ। ਉਹਨਾਂ ਨੂੰ ਲੋਕ ਇਹ ਕਹਿੰਦੇ ਰਹੇ ਨੇ ਕਿ ਮਦਾਰੀ ਕਰਨ ਵਾਲਾ ਜਾਦੂਗਰ ਹੈ। ਨਹੀਂ ਇਹ ਤੇ ਹਸੈਨ ਸਾਹਿਬ ਮਦਾਰੀ ਕਰਨ ਵਾਲਾ ਇਹ ਲੱਗਦਾ ਉਹ ਤੇ ਕੋਈ ਇਹਦੇ ਕੋਲ ਇਲਮ ਕੋ ਨਹੀਂ। ਨਹੀਂ ਮੇਰਾ ਮਕਸਦ ਹੈ ਕਿ ਤੁਹਾਨੂੰ ਅਗਰ ਉਹਨਾਂ ਦੀ ਗੱਲ ਪਸੰਦ ਆਉਂਦੀ ਹੈ ਤੇ ਠੀਕ ਹੈ, ਨਹੀਂ ਆਉਂਦੀ ਤੇ ਖਾਮੋਸ਼ ਹੋ ਜਾਓ। ਚੀਮਾ ਹਸੈਨ ਸਾਹਿਬ ਇਸ ਤਰ੍ਹਾਂ ਵੇ ਕਿ ਮੈਂ ਇਹਨੂੰ ਇੱਕ ਦਿਨ ਕਾਲ ਕੀਤੀ ਸੀ ਤੇ ਮੈਂ ਇਹਨੂੰ ਆਖਿਆ ਕਿ ਮੇਰਾ ਦਿਲ ਨਹੀਂ ਲੱਗਦਾ ਤੇ ਇਹਨੇ ਆਖਿਆ ਤੂੰ 2 ਦਿਨਾਂ ਬਾਅਦ ਪਾਕਿਸਤਾਨ ਤੁਰ ਜਾਏਗਾ। ਉਸ ਤੋਂ ਬਾਅਦ ਮੈਂ ਅਗਲੇ ਦਿਨ ਇਹ ਗੱਲ ਹੋਈ ਸੀ, ਉੱਥੇ ਤੁਹਾਡੇ ਕੋਲ ਰਿਕਾਰਡਿੰਗ ਨਹੀਂ ਨਿਕਲੀ, ਤੁਸੀਂ ਬਜ਼ੁਰਗ ਬੰਦੇ ਹੋ, ਨਹੀਂ ਤੁਸੀਂ ਬਾਅਦ ਮੈਂ ਇਹਨੂੰ ਮਦਾਰੀ ਵਾਲਾ ਆਖਣ ਲੱਗਾ ਵਾ। ਪਹਿਲਾਂ ਨਹੀਂ ਹਸੈਨ ਸਾਹਿਬ ਇਹਨੂੰ ਮਦਾਰੀ ਵਾਲਾ ਆਂਦੇ, ਉਦੋਂ ਬਾਅਦ ਇਹਨੂੰ ਮਦਾਰੀ ਵਾਲਾ ਆਖਣ ਲੱਗਾ। ਯਾਰ ਫਜ਼ੂਲ ਬਹਿਸ। ਹਸੈਨ ਸਾਹਿਬ ਚਲੋ ਠੀਕ ਹੈ, ਮੈਨੂੰ ਇਜਾਜ਼ਤ ਦਿਓ। ਓਕੇ ਫਿਰ ਅੱਲਾ चीमा साहब प्लीज चीमा साहब बड़ी रूहानी महफिल लगी हुई थी, एक सवाल लेंदे जाओ प्लीज। ਇੱਕ ਮਿੰਟ ਚੀਮਾ ਸਾਹਿਬ ਬਬੂ ਤੁਹਾਡੇ ਨਾਲ ਮੈਂ ਖਲੋਤਿਆ ਵਾ, ਨੋ ਪ੍ਰੋਬਲਮ ਯਾਰ, ਐਵੇਂ ਜਾਵੇ ਐਵੇਂ ਸ਼ੁਗਰ ਨਾ ਲਾਓ। ਤੇ ਮੈਂ ਵੈਸੇ ਇੱਕ ਗਵਾਹੀ ਦਿਆਂਗਾ ਕਿ ਹੁਣ ਤੱਕ ਜਦੋਂ ਦਾ ਮੈਂ ਚੀਮਾ ਸਾਹਿਬ ਨੂੰ ਵੇਖਣਾ ਪਿਆ ਉਹਨਾਂ ਨੇ ਕਿਸੇ ਨੂੰ ਗਾਲ ਅੱਜ ਤੱਕ ਨਹੀਂ ਕੱਢੀ। ਉਹ ਟੁੱਟ ਜਾਂਦੇ ਨੇ ਲੇਕਿਨ ਬਾਕੀ ਸਭ ਗਾਲਾਂ ਕੱਢਦੇ ਨੇ, ਉਹ ਫੇਰ ਵੀ ਜਿਹੜਾ ਵੇ ਪਿੱਛੇ ਲੱਥ ਕੇ ਟੁੱਟ ਜਾਂਦੇ ਨੇ ਲੇਕਿਨ ਗਾਲ ਨਹੀਂ ਕੱਢਦੇ। ਕਿਉਂ ਚੀਮਾ ਸਾਹਿਬ ਇੰਝ ਹੀ ਹੈ? ਮੈਂ ਅੱਲਾ ਨੂੰ ਜਵਾਬ ਦੇਣਾ ਕਿਸੇ ਇਨਸਾਨ ਨੂੰ ਨਹੀਂ, ਮੈਨੂੰ ਅੱਲਾ ਨੇ ਜਜ਼ਾ ਦੇਣੀ, ਕਿਸੇ ਇਨਸਾਨ ਨੇ ਕੋਲ ਮੈਂ ਜਜ਼ਾ ਨਹੀਂ ਲੈਣੀ। ਕੋਰਸਾ ਤੁਸੀਂ ਆਪ ਗਵਾਹੀ ਦਿੰਦੇ ਹੋ ਕਿ ਚੀਮਾ ਸਾਹਿਬ ਕਿਸੇ ਨੂੰ ਗਾਲ ਨਹੀਂ ਕੱਢਦੇ, ਨਾਲੇ ਪੁੱਛਦੇ ਬਣਾ ਚੀਮਾ ਸਾਹਿਬ ਸਹੀ ਗੱਲ ਹੈ, ਤੁਸੀਂ ਗਾਲ ਨਹੀਂ ਨਾ ਕੱਢਦੇ। ਹਾਂ ਕੋਈ ਇਹਨਾਂ ਗੱਲਾਂ ਦਾ ਕੋਈ ਮਕਸਦ ਬਣਦਾ ਹੈ ਯਾਰ? ਜਜ਼ਾਕੱਲਾ ਬਹੁਤ ਅੱਛਾ ਤੁਸੀਂ ਬੰਬਾਸਟਿਕ ਭਾਈ ਇਸ ਗੱਲ ਦਾ ਇਹ ਮਕਸਦ ਹੈ एक चीज का तुम खुद गवाही दे रहे हो कि वो बंदा गाली नहीं निकालता, नाल कहता हाँ चीमा साहब मैं तुझे गाल काट दिया है यार, पूरा कदी गाल कर लिया कदी कदी। ਯਾਰ ਬੰਬਾਸਟਿਕ ਭਾਈ ਸੁਣੋ, ਪਹਿਲਾਂ ਮੇਰਾ ਸਵਾਲ ਉਹਨਾਂ ਕੋਲ ਆਇਆ ਸੀ। ਨਹੀਂ ਜਿਹੜੀ ਗੱਲ ਮਾਸਟਰ ਸਾਹਿਬ ਨੇ ਤੁਹਾਨੂੰ ਹੁਣ ਕੀਤੀ ਉਹ ਤੁਸੀਂ ਸੁਣੀਏ, ਉਹਦੇ ਨਾਲ ਤੁਸੀਂ ਰਾਜ਼ੀ ਹੋ? ਨਹੀਂ ਬੰਬਾਸਟਿਕ ਭਾਈ ਨੂੰ ਤਾਂ ਆਪੇ ਹੀ ਪਤਾ ਨਹੀਂ ਆ ਕੀ ਗੱਲ ਕਰਦੇ ਨੇ। ਬੰਬਾਸਟਿਕ ਭਾਈ ਨੂੰ ਆਪ ਨਹੀਂ ਪਤਾ ਕੀ ਕਰਦੇ ਨੇ ਗੱਲ। ਅੱਛਾ ਉਹਨਾਂ ਨੂੰ ਆਪ ਵੀ ਨਹੀਂ ਪਤਾ ਕੀ ਕਰਦੇ। दसदे जाओ, ਉਹਨਾਂ ਨੂੰ ਪੁੱਛ ਲਓ ਕੀ ਕੀਤੀ ਉਹਨਾਂ ਗੱਲ। ਤੁਸੀਂ ਵਾਲਦਾ ਮੁਹਤਰਮਾ ਦਾ
ਉਹ ਤਸ਼ਰੀਫ ਲੈ ਲੈਣੇ ਯਾਰ ਦਰਬਾਰ ਸਾਹਿਬ। ਜੀ ਨਾ ਮੈਂ ਉਹਨਾਂ ਨੂੰ ਛੇੜਿਆ, ਮੈਂ ਤਾਰੀਫ ਕੀਤੀ ਉਹਨਾਂ ਦੀ। ਵੇਖੋ ਇੱਥੇ ਤੁਸੀਂ ਸਾਰੇ ਛੇੜਦੇ ਪਏ ਉਹਨਾਂ ਨੂੰ। ਉਹ ਛੇੜਨਾ, ਇਹ ਜਿਹੜਾ ਲਫ਼ਜ਼ ਹੈ ਨਾ ਛੇੜਨਾ, ਇਹ ਨਹੀਂ ਚੰਗਾ। ਇਹ ਤੇ ਇਹ ਜਿਹੜੇ ਕਰਦੇ ਨੇ ਉਹ ਵੀ ਚੰਗੇ ਨਹੀਂ, ਤੇ ਜਿਨ੍ਹਾਂ ਨਾਲ ਕੀਤੀ ਜਾਂਦੀ ਹੈ ਉਹ ਵਿਚਾਰੇ ਮਜ਼ਲੂਮ ਨੇ। ਇਹ ਕੋਈ ਚੰਗਾ ਰਵੱਈਆ ਔਰ ਚੰਗਾ ਲਫ਼ਜ਼ ਨਹੀਂ, ਉਹ ਚੰਗਾ ਐਕਸ਼ਨ ਨਹੀਂ। ਹੈ ਚੰਗੀ ਗੱਲ ਕਰਨ ਵਾਲੀ ਹੈ ਛੇੜਨਾ। ਜਿਹੜੇ ਛੇੜਦੇ ਨੇ ਪਏ ਉਹ ਨਹੀਂ, ਜਿਹੜੇ ਛੇੜਦੇ ਨੇ ਕਰਦੇ, ਲੇਕਿਨ ਕੌਣ ਛੇੜਦਾ ਪਿਆ? ਜੋ ਤੁਸੀਂ ਕੌਣ ਛੇੜਦਾ ਕਹਿੰਦੇ ਹੋ, ਕੌਣ ਛੇੜਦਾ? ਉਹਨਾਂ ਨੂੰ ਹੁਣ ਤੀਕਰ ਸਾਰਿਆਂ ਨੇ ਕੰਨ ਨਾਲ ਲਾਇਆ ਸੀ। ਕਿਹਨੇ ਤੁਹਾਡੇ ਸਾਰੇ ਨਹੀਂ, ਕਿਸੇ ਨੇ ਨਹੀਂ ਲਾਇਆ। ਮੈਂ ਉਹਨਾਂ ਨੂੰ ਕੀ ਪੁੱਛਿਆ? ਇਹ ਬੰਬਾਸਟਿਕ ਭਾਈ ਨੂੰ ਹੁਣ ਚੰਗੇ ਭਲੇ ਭਜਾ ਜਿਹੜਾ ਵੇ। ਕੋਈ ਵੀ ਨਹੀਂ, ਬੰਬਾਸਟਿਕ ਭਾਈ ਨੇ ਵੀ ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਗੱਲ ਸੁਣੀ ਹੈ ਖਾਮੋਸ਼ੀ ਦੇ ਨਾਲ। ਬੰਬਾਸਟਿਕ ਭਾਈ ਜਲਾਸ਼ ਤੋਂ ਸ਼ੁਰੂ ਕੀਤਾ ਹੈ, ਫਿਰ ਬਾਅਦ ਚ ਜਿਹੜਾ ਵੇ ਪਤਾ ਨਹੀਂ ਕਿਧਰ ਘੁਮਾ ਕੇ ਤੇ ਫਿਰ ਓਮ ਨੂੰ ਸਮਝਣ ਵਾਸਤੇ ਨਹੀਂ, ਉਹਨਾਂ ਨੇ ਸਵਾਲ ਪੁੱਛਿਆ ਉਹਨਾਂ ਨੇ ਜਲਾਸ਼ ਦੇ ਮਤਲਬ ਕਿ ਤੁਹਾਡਾ ਕੀ ਖਿਆਲ ਹੈ। सवाल पूछना तो कोई बुरी गल नहीं, तुम भी पूछ सकते हो। बिल्कुल बिल्कुल। और उन्होंने बड़ा अच्छा जवाब दिया, उन्होंने बड़ा अच्छा जवाब दिया कि खुदा ताला की बेशुमार तारीफें हैं। जी बिल्कुल बिल्कुल। और उन्होंने कोई गलत बात की। जे मैं सवाल पूछ लिया क्योंकि वो नबी दा तुसां के पूछया सवाल? मैं उसे नहीं पूछिया सी। एक बंदा चपेड़ मारदा या वापस मुड़ के मारदा कि उन्हें पहला दसिया वे मैनूं चपेड़ मारी ना वापस मारांगा। हुण एक ने चपेड़ मार छड़ी, हुण जिहनूं वापस वजी एक कसूर किदा वे। ਬਲੌਰ ਇਹ ਤੇ ਬੜਾ ਸਿੰਪਲ ਜੀ ਗੱਲ ਹੈ। ਬਲੌਰ ਖੇਡਣ ਵਾਲੇ ਦਾ ਬਲੌਰ ਖੇਡਣ ਵਾਲੇ ਦਾ ਜਿਹਨੇ ਬਲੌਰ ਪਹਿਲੇ ਸੱਟਿਆ ਤੇ ਦੂਸਰੇ ਨੇ ਬਾਅਦ ਵਿੱਚ ਸੱਟਿਆ। ਠੀਕ ਹੈ ਨਾ? ਚੀਮਾ ਸਾਹਿਬ ਉਹ ਦੋਵਾਂ ਨੂੰ ਕਸੂਰਵਾਰ ਨਹੀਂ, ਉਹ ਇਹ ਚੀਮਾ ਸਾਹਿਬ ਪੁੱਛਣ ਵਾਲੀ ਗੱਲ ਹੈ ਕੋਈ? ਇਹ ਹੁਣ ਤੁਸੀਂ ਖੁਦ ਸੋਚ ਲਓ, ਸ਼ੀਸ਼ੇ ਦੇ ਅੱਗੇ ਨਹੀਂ ਭਾਈ, ਨਹੀਂ ਮੈਂ ਤੇ ਸੋਚਿਆ ਨਾ ਕਿ ਅਸੀਂ ਸਾਰੇ ਇਹ ਗੱਲ ਪੁੱਛਣ ਵਾਲੀ ਹੈ ਉਹਨਾਂ ਨੂੰ। ਵੇਖੋ ਨਾ, ਉਹ ਦਾਵਾ ਕਰਦੇ ਨੇ ਨਾ ਕਿ ਮੈਂ ਨਬੀ ਹਾਂ। ਉਹ ਦਾਵਾ ਉਹਨਾਂ ਇਹ ਤੇ ਨਹੀਂ ਕੀਤਾ ਵੀ ਮੈਂ ਚਪੇੜ ਮਾਰੋ ਤੇ ਅੱਗੇ ਚਪੇੜ ਮਾਰੋ, ਇਹ ਤਾਂ ਉਹਨੇ ਦਾਅਵੇ ਨਾ ਕੀਤਾ। ਲੱਗ ਵੇਖੋ ਪਹਿਲਾਂ ਇਹ ਗੱਲ ਹੋ ਰਹੀ ਸੀ, ਅਲੀ ਵਾਲਾ ਭਾਈ ਵੀ ਪਹਿਲਾਂ ਕਹਿੰਦੇ ਨੇ ਕਿ ਮੇਰੇ ਕਾਬਰ ਨੂੰ ਤੁਸੀਂ ਨਹੀਂ ਛੇੜਨਾ, ਮੇਰੇ ਕਾਬਰ ਨੂੰ ਹੁਣ ਕਾਬਰ ਮਾਂ ਪਿਓ ਵੀ ਹੋ ਸਕਦੇ ਨੇ। ਚੀਮਾ ਸਾਹਿਬ ਦਾ ਇਹਨਾਂ ਦੇ ਅਕਾਬਰ ਨਾਲ ਜਾਂ ਕਿਸੇ ਹੋਰ ਦੇ ਅਕਾਬਰ ਨਾਲ ਕੀ ਤਾਲੁਕ? ਨਹੀਂ ਹੈਗਾ। ਲੇਕਿਨ ਮੈਂ ਤਾਂ ਹੀ ਪੁੱਛ ਰਿਹਾ ਸੀ, ਮੁਲਹਿਦ ਇੱਕ ਬੰਦਾ ਹੈ ਕੋਈ ਕਿਸੇ, ਜਦੋਂ ਉਹਨਾਂ ਦਾ ਤਾਲੁਕ ਨਹੀਂ ਤਾਂ ਪੁੱਛ ਬੇਮੌਕਾ ਪੁੱਛ ਰਹੇ ਹੋ। ਜਵਾਬ ਤੇ ਦੇ ਸਕਦੇ ਨੇ, ਸਿਆਣੇ ਬੰਦੇ ਨੇ। ਮੈਂ ਤਾਂ ਹੀ ਸਿਆਣਾ ਬੰਦਾ ਚੂਜ਼ ਕੀਤਾ ਸਾਰਿਆਂ ਚੋਂ। ਹਾਲਾਂਕਿ ਤੁਸੀਂ ਸਿਆਣੇ ਹੋ ਲੇਕਿਨ ਫਿਰ ਵੀ ਮੈਂ ਉਹਨਾਂ ਨੂੰ ਬਣਾ ਲਿਆ, ਸਮਝ ਲਓ ਨਾ। पहले यह दस ਜਿਹੜਾ ਆਪ ਪਾਗਲ ਹੋਏ ਕਿ ਮੈਂ ਸਿਆਣਾ ਬੰਦਾ ਮੈਂ ਚੂਜ਼ ਕਰਨਾ ਵੇ ਜ਼ਰਾ ਆਪਣਾ ਬੰਬਾਸਟਿਕ ਸਰ ਤੁਸੀਂ ਦੱਸ ਦਿਓ ਯਾਰ। ਹਾਂਜੀ, ਤੁਸੀਂ ਪ੍ਰੋਫੈਸਰ ਬੰਦੇ ਹੋ ਮਾਸ਼ਾਅੱਲਾ। ਹਾਂਜੀ, ਫਿਰ ਮੈਂ ਕੀ ਕਰਾਂ ਹੁਣ? ਜਨਾਬ ਤੁਸੀਂ ਦੱਸ ਦਿਓ। ਇੱਕ ਬੰਦਾ ਕਹਿੰਦਾ ਹੈ ਜੇ ਉਹਨੇ ਇੰਨਾ ਅੱਛਾ ਜਵਾਬ ਦਿੱਤਾ ਚੀਮਾ ਸਾਹਿਬ ਨੇ ਕਿ ਉਹ ਦੋਨੋਂ ਹੀ ਮੁਲਹਿਦ ਨੇ, ਦੋਨੋਂ ਹੀ ਬੇਵਕੂਫ ਨੇ, ਦੋਵੇਂ ਖੁਦਾ ਨੂੰ ਨਹੀਂ ਮੰਨਣ ਵਾਲੇ। ਮੇਰੀ ਜਵਾਬ ਗੱਲ ਸੁਣ ਲੈਣਾ। ਉਹ ਵੀ ਹੁੰਦੀ ਜਿਹੜੇ ਜਵਾਬ ਤੁਸੀਂ ਹੁਣ ਚਾਹੁੰਦੇ ਹੋ ਮੈਂ ਦੋਵਾਂ ਨੂੰ ਮੁਲਹਿਦ ਨਾਲ ਬਣਾ ਦਿਓ। ਉਹ ਮੇਰਾ ਮਤਲਬ ਕਿ ਹੁਣ ਮੈਨੂੰ ਸਵਾਲ ਪੁੱਛਿਆ ਤੇ ਮੈਂ ਆਪਣੀ ਮਰਜ਼ੀ ਨਹੀਂ ਦਵਾਉਣਾ ਜਵਾਬ। ਅਗਰ ਸਵਾਲ ਜਵਾਬ ਨਾ ਦਿਓ ਬੰਬਾਸਟਿਕ ਭਾਈ ਗੱਲ ਹੈ ਵੇ ਬਈ ਮੈਂ ਕਿਸੇ ਦੀ ਵੀ ਜਿਹੜਾ ਨਕਲ ਲਾ ਮੇਰੀ ਨਕਲ ਆਈ ਤੁਸੀਂ ਕਹਿਣਾ ਮੈਂ ਜਾ ਰਿਹਾ ਬਈ ਮੈਂ ਨਹੀਂ ਜਾਂਦਾ ਕਦੀ ਵੀ। ਮੈਂ ਆਪਣੀ ਮਰਜ਼ੀ ਨਹੀਂ ਤੁਹਾਡਾ ਪਤਾ ਕਿ ਬਸ ਇੱਕ ਛੋਟੀ ਜਿਹੀ ਗੱਲ ਸੁਣ, ਮੈਂ ਅੱਜ ਤੱਕ ਕਦੀ ਨਹੀਂ ਨੱਸ ਕੇ ਗਿਆ, ਮੈਂ ਹਮੇਸ਼ਾ ਸਹੀ। ਬੰਬਾਸਟਿਕ ਭਾਈ ਤੁਹਾਡਾ ਸਭ ਤੋਂ ਵੱਡਾ ਮਸਲਾ ਹੈ ਵੇ ਕਿ ਅਗਲੇ ਦੀ ਬੌਂਡ ਚ ਸੋ ਲਾਣ ਨੋ ਪ੍ਰੋਬਲਮ। ਪੀੜ ਹੁੰਦੀ ਹੈ ਨਹੀਂ, ਆਪਣੀ ਚੇਕ ਜਾਵੇ ਪੀੜ ਹੁੰਦੀ ਹੈ, ਤੁਹਾਡਾ ਮਸਲਾ ਭਾਈ ਜਾਨ। ਹੁਣ ਗਿਆ ਜੇ ਸੁਣੀ ਜੇ ਗੱਲ ਦੇਖਿਆ ਕੀ ਕਹਿੰਦੇ ਨੇ ਅੱਜ ਇਹਨੇ ਬੜੀ ਗੰਦੀਆਂ ਗਾਲਾਂ ਕੱਢੀਆਂ ਜੇ ਆਪਣੇ ਮੂੰਹ। ਆਪ ਮੈਨੂੰ ਨਹੀਂ ਕੱਢੀਆਂ, इसने बड़ी गंदी बातें की हैं। गाली नहीं, मुझे नहीं कुछ कहा लेकिन गंदी बातें की हैं, गंदी बातें। ਉਹ ਇਹਨਾਂ ਦੇ ਅੰਦਰ ਜਿਹੜੀ ਚੀਜ਼ਾਂ ਹੋਣਗੀਆਂ ਉਹ ਬਾਹਰ ਕੱਢਣਾ ਚਾਹੁੰਦੇ ਹੋਣੇ ਨਾ। ਨਹੀਂ, ਮੈਂ ਬੰਬਾਸਟਿਕ ਭਾਈ ਤੋਂ ਦੱਸ ਰਿਹਾ ਕਿ ਕਿਉਂਕਿ ਇਹ ਜਿਹੜਾ ਵੇ ਹਰ ਇੱਕ ਨੂੰ ਅਟੈਕ ਕਰਦੇ ਨੇ, ਵਾਪਸ ਆਵੇ ਨਾ ਅਟੈਕ। ਇਸ ਵਾਸਤੇ ਤੁਸੀਂ ਫਿਰ ਉਹ ਮਤਲਬ ਗੰਦੀਆਂ ਗੱਲਾਂ ਕੱਢੀਆਂ ਨੇ। ਨਹੀਂ ਮੈਂ ਗਾਲ ਕੱਢੀ ਨਹੀਂ ਹੈ। ਨਹੀਂ, ਉਹ ਜਿਹੜਾ ਦੱਸ ਰਹੇ ਨੇ ਕਿ ਜਿਹੜੀਆਂ ਕੋਈ ਗੱਲਾਂ ਕੀਤੀਆਂ ਨੇ ਤੁਸੀਂ, ਉਹ ਇਸ ਵਜ੍ਹਾ ਨਾਲ ਕੀਤੀਆਂ ਨੇ ਕਿ ਇਹ ਮੈਂ ਆਪਣਾ ਦੱਸਣਾ ਵਾ ਹਸੈਨੀ ਭਾਈ, ਮੈਂ ਤੁਹਾਨੂੰ ਚਲੋ ਸਾਫ਼ ਤਰੀਕੇ ਨਾਲ ਦੱਸ ਰਿਹਾ। ਅਗਲੇ ਦੇ ਮੂੰਹ ਦੇ ਉੱਤੇ ਸੋਚ ਪੇੜਾ ਤੇ ਵੇਖਣ ਵਾਲਾ ਕਹੇਗਾ ਨਾਰਮਲ ਹੈ, ਆਪਣੀ ਇੱਕ ਵਜ੍ਹਾ ਨਾਲ ਪੀੜ ਹੁੰਦੀ ਹੈ। ਹਾਂ, ਇਹ ਵੀ ਗੱਲ ਨਹੀਂ ਸਮਝੇ ਇਹਦੇ ਵੀ। ਇਹ ਤੇ ਹੈ। ਇਹ ਸਮਝਾਓ ਜ਼ਰਾ ਬੰਬਾਸਟਿਕ ਭਾਈ ਨੂੰ।
ਇਹੀ ਮਿਸਾਲ ਜਿਹੜੀ ਹੈ ਪਹਿਲੇ ਕਿਸ ਤਰ੍ਹਾਂ ਦਿੱਤੀ ਹੈ ਗੰਦੀ ਕਿ ਕੀ ਕਿਹਦੇ ਕਿਉਂਕਿ ਵਿੱਚ ਪਹਿਲਾਂ ਮੈਂ ਤੁਹਾਨੂੰ ਦੇ ਰਿਹਾ ਸਾਂ, ਤੁਹਾਡੇ ਲੈਜ ਦੀ ਗੱਲ ਕੀਤੀ ਹੈ, ਹੁਣ ਮੈਂ ਸੈਣੀ ਭਾਈ ਨੂੰ ਦੱਸ ਰਿਹਾ ਸੀ, ਸੈਣੀ ਭਾਈ ਸਾਹਿਬ ਨਾਲ ਗੱਲ ਕੀਤੀ, ਹੁਣ ਤੁਸੀਂ ਨਹੀਂ ਅੱਛਾ ਮੈਂ ਉਹ ਜ਼ਬਾਨ ਇਸਤੇਮਾਲ ਕਰਨਾ ਹੁੰਦਾ ਨਹੀਂ ਤੁਸੀਂ ਡਾਰਕ ਕੋਰਸ ਮੈਂ ਪੂਰੇ ਛਾਏ ਹੁੰਦੇ ਹੋ ਪੂਰੀ ਬਰਾੜ ਦੇ ਉੱਤੇ। ਨਹੀਂ ਮੈਂ ਉਹ ਅਲਫਾਜ਼ ਇਸਤੇਮਾਲ ਕਰਨਾ ਜਿਹੜੇ ਤੁਸੀਂ ਹੁਣ ਕੀਤੇ ਨੇ ਬੰਦੇ ਦੇ ਉਸ ਵਿੱਚ ਤਨਾਸਲ ਦਾ ਨਾਂ ਲੈ ਕੇ ਤੇ ਬੰਦੇ ਦੀ ਐਕਸਕ੍ਰੀਸ਼ਨ ਕਰਨ ਵਾਲੀ ਐਨਸ ਦਾ ਨਾਂ ਲੈ ਕੇ ਜਿਹੜੀ ਹੁਣ ਤੁਸੀਂ ਹਰਕਤਾਂ ਕੀਤੀਆਂ ਨਹੀਂ ਪਹਿਲਾਂ ਵੀ ਮੈਂ ਵੇਖੋ ਆਪਣਾ ਵਾਸੀ ਭਾਈ, ਪਹਿਲਾਂ ਵੀ ਮੈਂ ਮੂੰਹ ਦੇ ਉੱਤੇ ਸੋਚ ਪੇੜ ਤੇ ਇੱਕ ਚਪੇੜ ਦੀ ਗੱਲ ਕੀਤੀ ਹੈ। ਹੁਣ ਤੁਹਾਡੇ ਕੰਨਾਂ ਦੇ ਵਿੱਚ ਕਿਉਂਕਿ ਤੁਹਾਡਾ ਦੇਨ ਹੋਵੇ ਤੁਹਾਨੂੰ ਸਮਝ ਹੋ ਜਾਈਏ। ਤੁਸੀਂ ਬੰਦੇ ਦੀ ਪੀਨਸ ਔਰ ਉਹਦੀ ਐਨਸ ਦਾ ਨਾਂ ਨਹੀਂ ਲਿੱਤਾ? ਨਹੀਂ ਮੈਂ ਵੇਖੋ ਉਹ ਤੁਹਾਡਾ ਦੇਨ ਹੈ, ਤੁਸੀਂ ਉਹ ਟੁਰ ਗਏ ਹੋ। ਨਹੀਂ ਮੈਂ ਅੱਛਾ ਤੁਸੀਂ ਕਸਮ ਖਾ ਲਓ ਕਿ ਤੁਸੀਂ ਪੰਜਾਬੀ ਚ ਉਹਨਾਂ ਚੀਜ਼ਾਂ ਦਾ ਨਾਂ ਲਿੱਤਾ ਹੈ ਕਿ ਨਹੀਂ? ਚੱਲ ਯਾਰ ਮੈਂ ਗਿਵ ਅਪ ਕਰਨਾ। ਓਕੇ ਵੇਖਿਆ ਨਾ ਤੂੰ ਪਹਿਲਾਂ ਕਿਹਾ ਸੀ ਟੁਰ ਜਾਓਗੇ, ਨਾ ਜਾਓ ਯਾਰ ਬੋ ਤੁਹਾਡਾ ਤਾਂ ਸ਼ੁਕਰ ਜਦੋਂ ਕਿਹਾ ਮੈਂ ਚੱਲਾਂ मैंने कहा गिव अप कर देना ਹੁਣ ਮੈਂ ਕੋ ਪਾਗਲ ਤਾਂ ਨਹੀਂ ਐਵੇਂ ਟੱਕਰਾਂ ਮਾਰ ਦੇਣਾ। ਮੈਂ ਵੀ ਗਿਵ ਕਰ ਦੇਖੋ ਪਹਿਲੀ ਗੱਲ ਦੇ ਉੱਤੇ ਮੈਂ ਮਾਜ਼ਰ ਕਰ ਲੈਣਾ, ਨੋ ਪ੍ਰੋਬਲਮ। ਮੈਂ ਕਿਹਾ ਚਲੋ ਤੁਹਾਡੇ ਲਹਿਜੇ ਦੇ ਨਾਲ ਤੁਹਾਨੂੰ ਫਿਰ ਸਮਝ ਠੀਕ ਆ ਜਾਏਗੀ ਨਾ। ਲਹਿਜਾ ਮੈਂ ਆਪਣਾ ਪੀਨਸ ਔਰ ਐਨਸ ਦਾ ਨਾਮ ਲੈਂਦਾ ਰਹਿਣਾ। ਹੈਲੋ ਸੁਣੋ ਜੀ ਮੇਰਾ ਲਹਿਜਾ ਮੈਂ ਉਹ ਤੁਸੀਂ ਪੰਜਾਬੀ ਬੰਦੇ ਹੋ ਡਾਇਰੈਕਟ, ਤੁਹਾਡੇ ਮੈਂ ਪੰਜਾਬੀ ਚ ਡਾਇਰੈਕਟ ਹੋਇਆ ਵਾਂ। ਅੱਛਾ ਮਿਹਰਬਾਨੀ ਜੀ। ਉਹ ਹੁਸੈਨੀ ਭਾਈ ਮਾਸਟਰ ਬੰਦੇ ਨੇ, ਉਹਨਾਂ ਨੂੰ ਮੈਂ ਉਸ ਹਿਸਾਬ ਨਾਲ ਸਮਝਾਇਆ। ਹੁਸੈਨੀ ਭਾਈ ਪੰਜਾਬੀ ਨਹੀਂ, ਉਹ ਪੰਜਾਬੀ ਨੇ ਲੇਕਿਨ ਉਤਲੇ ਲੈਵਲ ਦੇ ਨੇ, ਅਸੀਂ ਥੱਲੇ ਤੈਰਨੇ ਆਵੇ। ਅਸੀਂ ਨੂੰ ਮੈਨੂੰ ਕਿਉਂ ਆਪਣੇ ਨਾਲ ਮਿਲਾਉਂਦੇ ਹੋ ਕਿ ਮੈਂ ਤੁਹਾਡੇ ਲੈਵਲ ਤੇ ਨਹੀਂ ਤੈਰ ਸਕਦਾ? ਮੈਨੂੰ ਆਂਦੀ ਨਹੀਂ ਤੈਰੀ। ਲੇਕਿਨ ਤੁਸੀਂ ਮੈਂ ਤੇ ਤੁਸੀਂ ਹੁਸੈਨੀ ਭਾਈ ਦੇ ਲੈਵਲ ਤੇ ਨਹੀਂ ਤੈਰ ਸਕਦੇ ਨਾ, ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ। ਲੇਕਿਨ ਤੁਹਾਡੇ ਲੈਵਲ ਦਾ ਨਹੀਂ ਹੈ ਬਾਹਰ ਆ। ਨਹੀਂ ਤੁਸੀਂ ਮੇਰੇ ਤੋਂ ਉੱਚੇ ਹੋ ਨਹੀਂ, ਲੇਕਿਨ ਹੁਸੈਨੀ ਭਾਈ ਦੇ ਲੈਵਲ ਤੇ ਨਹੀਂ ਹੈਗੇ। ਮੈਂ ਕਿਦੋਂ ਕਿਹਾ ਕਿ ਮੈਂ ਹੁਸੈਨੀ ਭਾਈ ਦੇ ਲੈਵਲ ਦਾ ਵਾਂ? ਤਾਂ ਹੀ ਆਖਿਆ ਨਾ, ਮੈਂ ਸਮਝ ਗਿਆ ਯਾਰ ਕੋ ਠੰਡ ਤੈਨੂੰ ਹੋਵੇ ਕੁਝ ਯਾਰ। ਤੁਸੀਂ ਜਿਹੜਾ ਵੇ ਨਾ ਜੂੰ ਹੀ ਗੱਲ ਕਰੋ ਆਪਸ ਚ ਤੁਸੀਂ ਗੁੱਸਾ ਕਰ ਜਾਂਦੇ ਸਾਰੇ ਯਾਰ, ਹਾਲਾਂਕਿ ਤੁਹਾਡੇ ਨਾਲ ਗੱਲ ਕਰਦੇ ਹੋਈਏ ਫਿਰ ਵੀ ਗੁੱਸਾ ਕਰ ਜਾਂਦੇ ਹੋ। ਗੁੱਸਾ ਨਹੀਂ ਕਰੀਦਾ। तेरी तू नेक्स्ट टाइम कुछ बेटर बोलना सीखे। ਸਾਬਰ ਸਾਹਿਬ ਮੈਂ ਸਿਰਫ ਇੱਕ ਛੋਟਾ ਜਿਹਾ ਸਵਾਲ ਕੀਤਾ ਸੀ, ਤੁਸੀਂ ਸਾਰੇ ਤੁਹਾਨੂੰ ਮਸਲਾ ਬਣਿਆ ਸਾਡਾ ਕਾਬਰ ਲਾਸਟ 5 ਮਿੰਟ ਗੱਲਾਂ ਕੀਤੀਆਂ ਨਾ। ਨਹੀਂ ਲਾਸਟ ਨੂੰ ਛੱਡ ਦਿਓ, ਮੇਰੀ ਸ਼ੁਰੂ ਤੋਂ ਸ਼ੁਰੂ ਕਰੋ ਨਾ। ਉਹਨਾਂ ਦੀ ਰਿਕਾਰਡਿੰਗ ਲੈ ਸਾਬਰ ਭਾਈ ਜਿਹੜੀਆਂ ਲਾਸਟ ਗੱਲਾਂ ਹੁੰਦੀਆਂ ਨੇ ਨਾ ਉਹ ਪਹਿਲੀਆਂ ਗੱਲਾਂ ਦਾ ਹੀ ਮਜਮੂਆ ਹੁੰਦਾ ਹੈ। 50 ਬੰਦੇ ਸੁਣਨ ਡਏ ਨੇ ਹੈ ਤੂੰ ਜਿਹੜੀ ਅੱਗੇ ਸਾਬਰ ਸਾਹਿਬ ਮੈਂ ਤੁਹਾਨੂੰ ਦੱਸ ਰਿਹਾ ਵਾਂ। ਨਹੀਂ ਮੈਂ ਕਿਸੇ ਨੂੰ ਗਾਲ ਨਹੀਂ ਕੱਢੀ ਨਾ, ਸੁਣ ਲੈ, ਕਿਸੇ ਨੂੰ ਗਾਲ ਨਹੀਂ ਕੱਢੀ। ਉਹ ਗਾਲ ਤੋਂ ਵੀ ਬਹੁਤ ਵੱਡੀ ਹੈ ਤੇਰੇ ਲਈ, ਸਾਡੇ ਲਈ ਪਤਾ ਨਹੀਂ, ਤੇਰੇ ਲਈ ਨਹੀਂ ਹੋਏਗੀ, ਸਾਡੇ ਲਈ ਤੇ ਉਹ ਬਹੁਤ ਵੱਡੀ ਚੀਜ਼ ਹੈ। 50 ਬੰਦੇ ਸੁਣਨ ਕੀ ਆਖਿਆ ਮੈਂ? ਛੱਡ ਦੇ ਯਾਰ ਤੂੰ ਜੋ ਆਖਿਆ ਹੈਗਾ। ਤੈਨੂੰ ਇਹੀ ਕਹਿਣ ਡਿਆ ਕਿ 50 ਬੰਦੇ ਸੁਣਨ ਡਏ ਨੇ, ਉਹ ਦੇਖ ਲਿਆ ਕਰੋ ਕਿ ਅਸੀਂ ਜੋ ਮੂੰਹ ਚੋਂ ਵਰਡ ਕੱਢਨੇ ਆ, ਉਹ ਜਿਹੜੀ ਗਲਾਦਤ ਅਸੀਂ ਮੂੰਹ ਦੇ ਵਿੱਚ ਫੌਰਨ ਕੱਢ ਦਿੰਦੇ ਆ, ਉਹ ਸਾਡੀ ਪਰਸਨੈਲਿਟੀ ਬਿਲਡਅਪ ਕਰਦੇ ਨੇ। 50 ਬੰਦੇ ਸੁਣਦੇ ਨੇ, ਉਹ ਉਸ ਤਰ੍ਹਾਂ ਹੀ ਲੈਂਦੇ ਨੇ। ਸਪੀਕਰ ਤੇ ਆਉਣ ਦਾ ਸ਼ੌਕ ਹੁੰਦਾ ਤੇ ਕਮ ਕਮ ਅਦਬ ਦੇ ਅੱਛੇ ਅਲਫਾਜ਼ ਚੂਜ਼ ਕੀਤਾ ਕਰੋ। ਸਾਬਰ ਸਾਹਿਬ ਮੇਰਾ ਸਵਾਲ ਛੋਟਾ ਜਿਹਾ ਸੀ, ਤੁਸੀਂ ਜਵਾਬ ਦੇ ਦਿਓ ਪਲੀਜ਼, ਕਿਉਂਕਿ ਇੱਥੇ ਜਿਹੜਾ ਹਰ ਬੰਦੇ ਨੂੰ ਮਸਲਾ ਹੋ ਜਾਂਦਾ। ਮੈਂ ਨਹੀਂ ਤੇਰੇ ਜਵਾਬ, ਤੂੰ ਮੇਰੇ ਤੋਂ ਵੱਧ ਹੈ ਤੇ ਕੋਈ। ਅੱਛਾ ਮੇਰਾ ਜਵਾਬ ਵੀ ਨਹੀਂ ਦੇ ਸਕਦੇ, ਲੇਕਿਨ ਮੇਰੇ ਜੋ ਵੀ ਮੈਂ ਗੱਲ ਕਰਾਂ ਉਹਦੇ ਤੇ ਬਹਿਸ ਕਰ ਸਕਦੇ ਹਾਂ। ਡਾਕਟਰ ਸਾਹਿਬ ਤੁਸੀਂ ਕਸਮ ਖਾਓ, ਤੁਹਾਡਾ ਸਵਾਲ ਛੋਟਾ ਹੁੰਦਾ ਹੈ, ਖਾਓ ਕਸਮ। ਨਹੀਂ ਮਨਜ਼ੂਰ ਭਾਈ ਛੋਟਾ ਜਿਹਾ ਸਵਾਲ ਤੁਹਾਡੇ ਕੋਲ ਕਰ ਲੈਣਾ, ਮੈਂ ਬਿਲਕੁਲ ਨਹੀਂ ਸਵਾਲ ਪਹਿਲੇ ਖਾਓ, ਪਹਿਲੇ ਖਾਓ ਕਸਮ, ਤੁਹਾਡਾ ਸਵਾਲ ਛੋਟਾ ਹੁੰਦਾ ਹੈ। ਲਓ ਜੀ ਉਹ ਬੰਬਾਸੀ ਭਾਈ ਭੱਜ ਗਏ ਨੇ, ਹਾਲਾਂਕਿ ਉਹਨੂੰ ਆਖਿਆ ਸੀ ਤੁਸੀਂ ਮੈਂ ਆਨਾ ਵਾ ਤੁਸੀਂ ਭੱਜ ਜਾਂਦੇ। ਉਹ ਤੁਹਾਡੇ ਕੋਲ ਡਰ ਹੀ ਬਹੁਤ ਲੱਗਦਾ ਵਾ, ਕਾਲਾ ਘੋੜਾ ਹੈ। ਮਨਸੂਰ ਭਾਈ ਵੇਖੋ ਮੈਂ ਹਮੇਸ਼ਾ ਆਨਾ ਵਾ, ਆ ਕੇ ਕੋਈ ਸਵਾਲ ਲੇਕਿਨ ਜਵਾਬ ਨਹੀਂ ਮੰਗਦਾ। ਤੁਸੀਂ ਭਾਈ ਨਾ ਕਹੋ ਮੈਨੂੰ, ਤੁਸੀਂ ਭਾਈ ਨਾ ਕਹੋ, ਤੁਹਾਡੀ ਮਿਹਰਬਾਨੀ ਆ। ਤੁਸੀਂ ਸੈਣੀ ਸਾਹਿਬ ਨੂੰ ਭਾਈ ਕਹਿ ਲਓ, ਮੁਬਾਰਕ ਸਾਹਿਬ ਨੂੰ ਕਹਿ ਲਓ, ਮੈਨੂੰ ਨਾ ਕਹੋ। ਤੁਹਾਡਾ ਸਵਾਲ ਹੀ ਬਹੁਤ ਛੋਟਾ ਹੁੰਦਾ ਹੈ ਤੇ ਉਹ ਮੇਰਾ ਮਤਲਬ ਇਸ ਕਰਕੇ ਛੋਟੇ ਸਵਾਲਾਂ ਦੇ ਜਵਾਬ ਨਹੀਂ ਮੇਰੇ ਕੋਲ ਹੁੰਦੇ। ਤੇ ਨਾਲ ਕਸਮ ਖਾ ਕੇ ਕਹੋ ਤੁਹਾਡਾ ਸਵਾਲ ਛੋਟਾ ਹੁੰਦਾ। ਫਿਰ ਛੋਟਾ ਸਵਾਲ ਇੱਕ ਮੁਲਹਿਦ ਬੰਦਾ ਵੇ ਮਨਸੂਰ ਭਾਈ, ਮਨਸੂਰ ਭਾਈ ਨਹੀਂ ਕਹਿਣਾ ਤੁਹਾਨੂੰ, ਮਨਸੂਰ ਸਾਹਿਬ ਕਹਿ ਲਾ। ਫਿਰ ਮੈਂ ਕਿਹਾ ਮੈਨੂੰ ਭਾਈ ਨਹੀਂ ਕਹਿਣਾ ਹੈਗਾ, ਮਨਸੂਰ ਸਾਹਿਬ। ਨਹੀਂ ਮੈਂ ਤੁਸੀਂ ਮੈਨੂੰ ਸਾਹਿਬ ਵੀ ਨਾ ਕਹੋ, ਮੈਂ ਤੈਨੂੰ ਕਹਿੰਦਾ ਕਿਹਾ ਮੈਂ ਸਾਹਿਬ ਆ। ਦੇਖੋ ਸਾਹਿਬ ਜਿਹੜਾ ਦੂਜਾ ਲਫ਼ਜ਼ ਹੈ ਉਹ ਫਿਰ ਮੈਂ ਨਹੀਂ ਕਹਿ ਸਕਦਾ ਹੁਣ, ਮਨਸੂਰ ਕਹਿ ਲੈਣਾ ਯਾਰ। ਮਨਸੂਰ ਕੀ ਕਰਕੇ ਕਿਸ ਤਰ੍ਹਾਂ ਕਰਾਂ? ਮਨਸੂਰ ਫਰੋਮ ਯੂਕੇ।
ਪਹਿਲੇ ਖਾਓ ਕਸਮ, ਤੁਹਾਡਾ ਸਵਾਲ ਛੋਟਾ ਹੁੰਦਾ। ਯਾਰ ਮੇਰਾ ਛੋਟਾ ਜਿਹਾ ਸਵਾਲ ਹੁੰਦਾ ਸਰ। ਨਹੀਂ ਕਦੋਂ ਕਸਮ ਖਾਓ ਨਾ ਕਿ ਤੁਹਾਡਾ ਸਵਾਲ ਛੋਟਾ ਹੁੰਦਾ। ਨਹੀਂ, ਮੈਨੂੰ ਨਹੀਂ ਪਤਾ ਕਿ ਤੁਹਾਨੂੰ ਸਵਾਲ ਮੇਰੇ ਹਿਸਾਬ ਨਾਲ ਤੇ ਛੋਟਾ ਹੁੰਦਾ ਹੈ। ਹੁਣ ਤੁਹਾਨੂੰ ਜੇ ਉਹ ਵੱਡਾ ਲੱਗ ਰਿਹਾ ਵੇ। ਨਹੀਂ ਤਾਂ ਹੁਣ ਤੁਹਾਡੇ ਇਸੇ ਲਈ ਕਹਿੰਦੇ ਆ ਨਾ, ਤੁਹਾਡੇ ਹਿਸਾਬ ਨਾਲ ਹੁਣ ਦੇਖੋ ਨਾ, ਤੁਸੀਂ ਆਪ ਕਨਫਿਊਜ਼ ਹੋ ਗਏ ਹੋ ਤੇ ਤੁਹਾਨੂੰ ਆਪਣੇ ਆਪ ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਕਿਹਾ ਤੁਹਾਡੇ ਹਿਸਾਬ ਨਾਲ ਮਨਸੂਰ ਫਰਮ ਯੂਕੇ, ਮੈਂ ਤੁਹਾਨੂੰ ਯੂਕੇ ਮਨਸੂਰ ਫਰਮ ਯੂਕੇ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸ ਦਿਆਂ। ਹਮੇਸ਼ਾ ਗੱਲ ਦੱਸੋ ਮੈਨੂੰ ਪਹਿਲੇ ਇਹ ਦੇਖੋ, ਮੈਂ ਤੁਹਾਨੂੰ ਆਪਣਾ ਦੱਸਣਾ ਪਿਆ, ਉਹੀ ਜਵਾਬ ਦੇ ਰਿਹਾ। ਆਪਣੇ ਉੱਤੋਂ ਦੇਖੋ ਨਾ, ਛੋਟਾ ਨਜ਼ਰ ਆਉਂਦਾ, ਅਗਲੇ ਦਾ ਵੱਡਾ ਨਜ਼ਰ ਆਉਂਦਾ। ਕਸੂਰ ਕੀ ਕਸੂਰ? ਮੈਂ ਤੁਹਾਨੂੰ ਕਸੂਰ ਦੀ ਗੱਲ ਕਹੀ ਹੈ, ਮੈਂ ਤਾਂ ਸਿਰਫ ਤੁਹਾਨੂੰ ਇਹਨਾਂ ਪੁੱਛਣਾ ਖਾਓ ਕਸਮ ਤੁਹਾਡਾ। ਨਹੀਂ, ਹੁਣ ਤੁਸੀਂ ਤੁਸੀਂ ਮੇਰੇ ਸਵਾਲ ਦਾ ਮੈਨੂੰ ਹੀ ਪੁੱਛ ਰਹੇ ਹੋ ਤੇ ਮੈਨੂੰ ਤੇ ਨਹੀਂ ਪਤਾ ਯਾਰ। ਦੇਖੋ ਆਪਣਾ ਮਨਸੂਰ, ਮੈਨੂੰ ਤਾਂ ਨਹੀਂ ਪਤਾ ਵੇ, ਜੇ ਤੁਹਾਨੂੰ ਆਪਣੀਆਂ ਗੱਲਾਂ ਦਾ ਨਹੀਂ ਪਤਾ ਤੇ ਫਿਰ ਤਾਂ ਤੁਸੀਂ ਸਵਾਲ ਕੀ ਰੱਖਣਾ। ਮਨਸੂਰ ਫਰਮ ਯੂਕੇ, ਇੱਕ ਚੀਜ਼ ਮੈਂ ਤੁਹਾਨੂੰ ਅੱਜ ਨਾਲ ਦੇ ਕੇ ਭੇਜਾਂਗਾ ਇਨਸ਼ਾਅੱਲਾ। ਇੱਕ ਚੀਜ਼ ਹੈ ਵੀ ਕਿ ਤੁਸੀਂ ਆਪਣਾ ਚਿਹਰਾ ਆਪਣਾ ਮੈਨੂੰ ਤੁਹਾਡੇ ਕੋਲ ਕੋਈ ਚੀਜ਼ ਨਹੀਂ ਚਾਹੀਦੀ, ਬੜੀ ਮਿਹਰਬਾਨੀ। ਚਲੋ ਮੈਂ ਇੱਕ ਮੇਰੀ ਗੱਲ ਤੇ ਕਰਨੇ ਨਾ, ਮੈਂ ਆਪਣੇ ਕੋਲ ਹਰਮਤ ਰੱਖਿਆ ਵੇ। ਫੇਰ ਮਿਲਦੇ, ਮੇਰੇ ਕੋਲ ਫਾਲਤੂ ਚ ਗੱਲਾਂ ਦਾ ਇੰਨਾ ਟਾਈਮ ਨਹੀਂ ਹੈ। ਫਿਰ ਇਹ ਵੀ ਗਿਆ ਜੀ ਗੱਲਾਂ ਓ ਯਾਰ, ਗੱਲ ਹੀ ਕਰਨੀ ਆਪਸ ਚ। ਵੇਖੋ ਮੈਂ ਆਪਣਾ ਮਨਸੂਰ ਫਰਮ ਯੂਕੇ ਜੀ ਹੋ ਗਿਆ ਜੀ। ਹੁਸੈਨੀ ਭਾਈ ਮੈਂ ਕੀ ਕੀਤਾ? ਆਖੋ ਜੋ ਤੁਸੀਂ ਕੀਤਾ, ਜੋ ਤੂੰ ਕੀਤਾ ਉਹ ਕੋਈ ਹੋਰ ਨਹੀਂ ਕਰਦਾ, ਤੂੰ ਹੀ ਕਰਨਾ। ਯਾਰ ਮੈਂ ਨਾ ਕਿਸੇ ਦੇ ਅਕਾਬਰ ਨੂੰ ਕੋਈ ਗਲਤ ਕੀਤਾ, ਨਾ ਮੈਂ ਕਿਸੇ ਭਰਾ ਨੂੰ ਇੱਥੇ ਜਿਹੜੇ ਬੈਠੇ ਸਨ ਕਿਸੇ ਨੂੰ ਅਟੈਕ ਕੀਤਾ। ਹੁਣ ਜੂੰ ਹੀ ਉੱਤੇ ਆਉਣਾ ਵਾ, ਨਾ ਹੀ ਮੈਂ ਕੋਈ ਹਵਾਲਾ ਦਿੱਤਾ, ਨਾ ਮੈਂ ਕੋਈ ਹਵਾਲਾ ਖੜਵਾਇਆ, ਨਾ ਮੈਂ ਪੁੱਛਿਆ ਕਿਸੇ ਦੇ ਬਾਰੇ ਵਿੱਚ ਨਾ। ਹੁਣ ਕੁਝ ਵੀ ਨਹੀਂ ਕੀਤਾ, ਸਿਰਫ ਆ ਕੇ ਬਹਿ ਕੇ ਇੱਕ ਨਾਲ ਗੱਲ ਕੀਤੀ, ਉਹ ਗਿਆ। ਨਬੀ ਵੀ ਗਿਆ ਇਹਨਾਂ ਦਾ, ਨਬੀ ਸਾਹਿਬ ਚੀਮਾ ਸਾਹਿਬ ਵੀ ਗਏ, ਕੋਈ ਜਵਾਬ ਨਹੀਂ। ਬੰਬਾਸਟਿਕ ਭਾਈ ਫਿਰ ਗਏ, ਕੋਈ ਜਵਾਬ ਨਹੀਂ। ਨਾਲ ਹੀ ਸਾਬਰ ਭਾਈ ਪਹਿਲਾਂ ਗੱਲਾਂ ਕਰਕੇ, ਜੂੰ ਹੀ ਮੈਂ ਗੱਲ ਕੀਤੀ, ਨਹੀਂ ਮੈਂ ਜਾ ਰਿਹਾ। ਅੱਛਾ ਗੱਲਾਂ ਕਰ ਲੈਣੀਆਂ ਨੇ, ਫਿਰ ਮੈਂ ਜਾ ਰਿਹਾ, ਚਲੋ ਜੋ ਉੱਤੋਂ ਫਿਰ ਮਨਸੂਰ ਭਾਈ ਨੇ ਮੈਨੂੰ ਭਾਈ ਨਹੀਂ ਕਹਿਣਾ, ਇਹ ਨਹੀਂ ਕਹਿਣਾ। ਅੱਛਾ ਭਾਈ ਨਹੀਂ ਕਹਿਣਾ, ਇਹ ਉਹ ਲੋਕ ਨੇ ਆਪਣਾ ਹੁਸੈਨੀ ਭਾਈ ਜਿਹੜੇ ਆਂਦੇ ਨੇ ਲਵ ਫਾਰ ਆਲ ਹੇਟਡ ਫਾਰ ਨਨ। ਇਹ ਇਹਨਾਂ ਦੀ ਮਿਸਾਲ ਹੈ ਕਿ ਜਿਹੜੇ ਕਹਿ ਰਹੇ ਨੇ ਤੂੰ ਮੈਨੂੰ ਭਾਈ ਨਹੀਂ ਕਹਿਣਾ, ਤੇ ਜਿਹੜਾ ਭਾਈ ਬਣ ਕੇ ਕਹਿੰਦਾ ਪਿਆ ਹੌਲੀ ਹੌਲੀ ਇਹਦਾ ਚੈੱਕ ਕਰ ਲਓ ਯਾਰ ਮੇਰੀ ਗੱਲ, ਮੇਰਾ ਮਤਲਬ ਹੈ। ਤੇ ਜੇ ਮੈਂ ਕਹਿ ਰਿਹਾ ਮੇਰੀ ਗੱਲ ਚੈੱਕ ਕਰ ਲਓ, ਆਂਦੇ ਨੇ ਨਹੀਂ, ਇਹ ਤਾਂ ਫਿਰ ਹੇਟ ਹੋ ਗਈ ਕਿ ਤੂੰ ਮੈਨੂੰ ਭਾਈ ਨਹੀਂ ਕਹਿਣਾ, ਤੂੰ ਇਹ ਨਹੀਂ ਕਰਨਾ, ਤੂੰ ਉਹ ਨਹੀਂ ਕਰਨਾ, ਤੇਰੀ ਅਕਲ ਹੈ ਵੇ, ਤੈਨੂੰ ਸਮਝ ਆ ਰਹੀ, ਤੂੰ ਗੱਲ, ਛੋਟਾ ਸਵਾਲ ਹੈ ਤੇਰਾ, ਵੱਡਾ ਸਵਾਲ ਹੈ। ਯਾਨੀ ਕਿ ਟੋਕਾ ਮਾਰ ਕੇ, ਜਿਵੇਂ ਉਹ ਭੈੜੀਆਂ ਜ਼ਨਾਨੀਆਂ ਹੁੰਦੀਆਂ ਨੇ ਜਿਵੇਂ ਟੋਕਾ ਮਾਰਦੀਆਂ ਨੇ। ਇਹਨਾਂ ਨੇ ਆਪਣੀ ਲਾਈਫ ਦੇ ਵਿੱਚ ਅਕਸਰ ਮੈਂ ਵੇਖਿਆ ਵੇ ਦੀਆਂ ਭਰਾਵਾਂ ਦੀ ਸਿਸਟਮ, ਇਹਨਾਂ ਨੇ ਟੋਕਾਂ ਇੰਨੀਆਂ ਸਿੱਖੀਆਂ ਨੇ ਕਿਉਂਕਿ ਇਹ ਰਹੇ ਹੀ ਆਪਸ 'ਚ ਨੇ, ਇਹ ਆਪਸ 'ਚ ਰਹੇ ਨੇ, ਆਪਸ 'ਚ ਹਿਸਾਬ ਕਿਤਾਬ ਲਾ ਕੇ ਨਾ ਆਪਸ 'ਚ ਉਹ ਆਉਂਦੇ ਨੇ ਨਾ, ਆਪਣਾ ਆਪਸ 'ਚ ਖੇਡਦੇ ਰਹੇ ਨੇ। ਉਹ ਟੋਕਾਂ ਹੀ ਟੋਕਾਂ। ਤੇ ਜੇ ਟੋਕ ਥੋੜੀ ਜਿਹੀ ਹਲਕੀ ਜਿਹੀ ਤੁਸੀਂ ਕਰਾ ਦਿਓ, ਅਸੀਂ ਟੋਕ ਨਹੀਂ ਕਰਾਉਂਦੇ, ਅਸੀਂ ਟੋਕ ਕਰਾਉਂਦੇ ਹਾਂ। ਉਹ ਜਦੋਂ ਟੋਕ ਕਰਾਓ ਤੇ ਫਿਰ ਆਉਂਦੇ ਨੇ ਪੀੜ ਹੁੰਦੀ ਹੈ। ਤੇ ਠੀਕ ਹੈ ਭਾਈ, ਮੈਂ ਤੇ ਆਪਣਾ ਹੁਸੈਨੀ ਭਾਈ ਵੈਸੇ ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਕੀਤੀ, ਮੈਂ ਤਾਂ ਬਹਿ ਕੇ ਗੱਲ ਪਾ ਕਰਦਾ ਹਾਂ। ਹਲਕਾ ਜਿਹਾ ਸਵਾਲ ਰੱਖਿਆ ਸੀ, ਉਹ ਸਵਾਲ ਦੇ ਵਿੱਚ ਹੀ ਅਗਲੇ ਪਰੇਸ਼ਾਨ ਹੋ ਗਏ ਨੇ ਕਿ ਇਹ ਕਿਸ ਤਰ੍ਹਾਂ ਮੁਲਹਿਦ ਦਾ ਕਾਬਰ ਜਿਹੜਾ ਵੇ ਉਹਦੇ ਵਾਲਦਿਆਂ ਨੂੰ ਬਣਾ ਰਿਹਾ ਵੇ। ਇਹਦਾ ਮਤਲਬ ਵੇਖੋ ਆਪਣਾ ਹੁਸੈਨੀ ਭਾਈ, ਮੈਂ ਆਪਣੀ ਗੱਲ ਕਰਨਾ ਵਾ, ਜਦੋਂ ਮੈਂ ਮੁਲਹਿਦ ਦੇ ਸਾਹਮਣੇ ਬੈਠਾ ਹੋਵਾਂਗਾ ਨਾ, ਉਹ ਜੇ ਮੈਨੂੰ ਕਰ ਦੇਗਾ ਨਾ ਭਾਈ ਜਾਨ, ਮੇਰਾ ਵਾਲਦੈਨ ਮੇਰੇ ਅਕਾਬਰ ਨੇ, ਜੇ ਤੂੰ ਇਹ ਰੈੱਡ ਲਾਈਨ ਕ੍ਰਾਸ ਕੀਤੀ ਮੈਂ ਤੇਰੇ ਅਕਾਬਰ ਨੂੰ ਛੱਡਾਂਗਾ। ਹੁਣ ਉਹਦੇ ਅਕਾਬਰ ਵਾਲਦੈਨ ਨੇ, ਮੇਰਾ ਅਕਾਬਰ ਉਹ ਜਿਹੜਾ ਮਰਜ਼ੀ ਫਿਰ ਲੱਭ ਲੇ। ਜਦੋਂ ਤੱਕ ਜੋ ਮੈਂ ਉਹਨੂੰ ਕਹਾਂਗਾ ਨਾ ਤੇਰੀ ਮਾਂ ਦੀ ਡੈਸ਼, ਇਹਦਾ ਮਤਲਬ ਮੈਂ ਉਹਦੇ ਅਕਾਬਰ ਦਾ ਟੁਰ ਗਿਆ। ਇਹਦਾ ਮਤਲਬ ਉਹ ਫਿਰ ਤੇ ਮੇਰੀ ਜ਼ਿਆਦਤੀ ਹੈ ਨਾ ਕਿ ਮੈਂ ਉਹਨੂੰ ਪਹਿਲਾਂ ਕੀਤਾ ਹੋਵੇ ਤੇ ਉਹ ਫਿਰ ਬਾਅਦ 'ਚ ਠੋਕਿਆ, ਫਿਰ ਮੈਂ ਉਹਨੂੰ ਕਸੂਰਵਾਰ ਠਹਿਰਾ ਰਿਹਾ ਕਿ ਉਹ ਕਸੂਰਵਾਰ ਹੈ। ਇਸ ਤਰ੍ਹਾਂ ਨਹੀਂ ਹੁੰਦਾ ਜੀ। ਆਪਣਾ ਸਰ ਉਹ ਆਪਣਾ ਆਏ ਨੇ ਉਤਨੇ ਅਲਸਾਲੇ ਭਾਈ ਆਏ ਨੇ ਜੋ ਉਹਦਾ ਗੱਲ ਕਰਨ। ਬਾਕੀ ਆਪਣਾ ਉਹ ਲਵ ਫਾਰ ਆਲ ਹੇਟਡ ਫਾਰ ਨਨ ਤੇ ਸਾਰੇ ਭੱਜ ਗਏ ਜੀ। ਉਸਨੇ ਮੈਂ ਥੱਲੇ ਟੁੱਟ ਜਾਂਦਾ, ਫਿਰ ਉੱਤੇ ਆ ਚੱਲ ਕੇ ਫਿਰ ਬਾਅਦ 2 ਮਿੰਟ ਅੱਧੇ ਘੰਟੇ ਬਾਅਦ ਫਿਰ ਚੁੱਕ ਲਿਓ ਯਾਰ, ਤੁਹਾਡੀ ਫਰਾਟ ਮੈਂ ਖਾਲੀ ਕੱਢ ਲਈ ਹੈ। ਹਾਲਾਂਕਿ ਮੈਂ ਕਰਨੇ ਤੇ ਜਾ ਰਿਹਾ, ਮੈਂ ਤੂੰ ਜਾ ਕੇ ਬੈਠਾ था
جی سنی بھائی ابو درون بھائی آئے نے جی ابو درون صاحب السلام علیکم. کتنے نے؟ کوئی نہیں آئے. جی وعلیکم السلام. کیا حالت بیت کیسی ہے؟ السالم کتوں؟ السالم نمی آئی ڈی ہے. اچھا اچھا السلام علیکم ابو درون بھائی. جی وعلیکم السلام. ٹھیک ٹھاک. کل ابو درون صاحب ایک مسئلے کو میں حل کرنا چاہتا تھا. 2-3 آدمیوں پہ ٹرائی کیا لیکن ان کی مدد سے میں اسے حل نہیں کر سکا. تو آپ کی مدد سے میں سمجھتا ہوں کہ شاید ہم اسے حل کر لیں. تو آپ اگر اجازت دیں تو میں آپ کو پوچھوں 2-3 باتیں. جی سر ضرور، وہ تو ضرور اس کا جواب دیں دیجیے. میں سچویشن آپ کے سامنے رکھوں گا اور اس سے آپ کی تصدیق یا اس کو ریفیوٹ کرنا کہ یہ ٹھیک ہے یا ٹھیک نہیں ہے. تو اس طریقے سے میں اس سے سیکھ سکوں گا بات. وہ پہلی سچویشن یہ ہے کہ ایک بندہ ہے براڈ پر اور وہ غیر احمدی ہے اور وہ احمدیوں کو گالیاں دے رہا ہے. کسی نے کچھ نہیں کہا، وہ یک طرفہ ہی گالیاں دیتا جا رہا ہے اور 20 منٹ تک گالیاں دیتا رہتا ہے. تو یہ وہ ٹھیک کر رہا ہے یا ٹھیک نہیں کر رہا؟ نہیں یہ تو غلط کر رہا ہے جی. جزاکم اللہ، بالکل ٹھیک. دوسری سچویشن یہ ہے کہ ایک بندہ ہے وہ اکیلا ہی بیٹھا ہوا ہے براڈ پر اور وہ احمدی ہے اور وہ 20 منٹ تک اپنے مخالف فریق کو گالیاں دے رہا ہے. تو کیا وہ یہ ٹھیک کر رہا ہے یا نہیں ٹھیک کر رہا؟ یہ بھی غلط ہے. سیم میں بتائیے. جزاک اللہ، ٹھیک ہوگا. تیسری سچویشن، دونوں فریق میں سے ایک نمائندہ ہے، ایک احمدی ہے ایک غیر احمدی ہے. ایک نے ٹریگر کیا اس میں سے کسی بھی ایک نے اور دوسرے نے گالیاں دینی شروع کر دی ہیں. تو اس صورت میں کس کا قصور زیادہ ہے اور کس کا قصور کم ہے؟ کیا چیز لیول کریں گے ہم؟ جس نے ٹریگر کیا ہے نا، ہاں جی، تو سب سے پہلے تو قصور اس کا ہے. اس کا ٹھیک ہے. دوسرے کا جو بات ہے وہ رسپانس ہی ہے، تو اس لیے ہم کہیں گے کہ تم نے ٹریگر کیوں کیا. اور اس کا قصور صرف تھوڑا نہیں ہے بلکہ زیادہ ہے. وہ میں بتا دیتا ہوں، اس کو ایک لفظ پہ اضافہ کر دیتا ہوں. جی جی بالکل وہ شاید بھی بیچ میں لگا دے بے شک. ٹھیک ہے. اگر اس کو پتا تھا کہ جو سامنے بندہ بیٹھا ہے یا جو بھی بیٹھ کے سن رہا ہے یا اس کی کیا کیفیت ہے اس کو جانتا ہے اور پھر بھی کیا تو پھر ڈبل گناہ ہے. ٹھیک ہے. ہاں جی جزاک اللہ، ٹھیک ہو گیا. آپ ہی پہلے بندے ہیں جس نے تیسرے درجے کے لیول پر بھی بات کو جاری رکھا ہے. پہلے جو بندے آئے وہ بڑی مشکل سے پہلی 2 کو تو انہوں نے کہا، تیسرے پہ وہ پودل گئے. اب چوتھی سچویشن ہے. چوتھی سچویشن یہ ہے کہ 2 بندے ہیں یا 2 فریق ہیں. ایک دوسرے پہ الزام لگاتا ہے کہ اس نے ہمیں گالیاں دی ہیں اور پھر وہ ان گالیوں کے جواب میں خود بھی گالیاں دیتے ہیں اتنی ہی، اس قدر یا اس سے تھوڑی زیادہ. اب مظلوم کون ہے دونوں میں سے؟ ڈیپینڈ کرتا ہے کہ اسی ٹائم کی بات ہو رہی ہے یا کسی ماضی کا قصہ دہرایا جا رہا ہے. نہیں، یہ ایک ہی وقت میں کہ ایک فریق نے کچھ گالیاں نکالی ہیں اور دوسرا فریق شائق اس کے لیے شکایت کرتا ہے کہ اس نے اچھا نہیں کیا، اس نے ہمیں گالیاں کی ہیں، اور پھر وہ بدلے میں اتنی ہی گالیاں یا اس سے بھی زیادہ گالیاں نکال لیتا ہے. اب کون غلطی پر ہے؟ مطلب حساب برابر کر دیا اس نے. ہاں ہاں. اب کس کو کہیں کہ تمہاری غلطی ہے اور اس کی ہے اور اس کی نہیں؟ تو پہلی غلطی تو اس کی ہے جس نے شروع کی ہے، یہ تو مطلب ٹھیک. دوسری غلطی پھر اس کی ہے کہ اس نے پورا کر دی ہے، چھوڑ کے جا بھی سکتا تھا، خاموش بھی ہو سکتا. اب اس صورت میں جب کہ اس نے بدلہ اتار لیا ہے، بدلہ اتارنے کے بعد پھر بھی ایک فریق کی غلطی رہے گی یا
हम कहेंगे कि बराबर हो गया, बदला ले लिया, फिर तो बात। ज़ाहिर है किसास के बदल बाद तो आप दूसरे को नहीं कत्ल कर सकते। हैं जी, जब आपने किसास एक मरतबा ले लिए हाँ तो फिर तो दोबारा दूसरे को नहीं कत्ल कर सकते। हाँ, वो खत्म हो गई ना बात, पे दोनों बराबर हो गए। जी ठीक हो गया, आपने तो चारों सिचुएशन बेहतर कर दी, जज़ाकल्लाह। अब एक और सिचुएशन है जिसमें दोनों एक आदमी वार्न करता है कि ऐसा ना करो, अगर तुम करोगे, तुम अगर कुछ मेरे मतलब कहोगे तो फिर मुझे कुछ कहना पड़ेगा, लेकिन वो पहला फरीक बाज नहीं आता, वो फिर भी वो कहता है। तो फिर अगर उसका रिएक्शन आता है तो जिम्मेदार कौन है? फिर तो दोनों जिम्मेदार हैं, दोनों तैयार बैठे हुए हैं ना। हाँ मतलब इसमें कोई तैयारी वाली बात तो नहीं है। दोनों के पास एक कहते कि मैं बैठा हूँ मोर्चे में, हाँ और दूसरा कहते तू मोर्चे में बैठे तब क्या हुआ। हाँ, तो इस सूरत में तो फिर ज़ाहिर बात है दोनों पहले से ये इरादा करके बैठे हुए हैं। हाँ, हमला अफरोन। जी जी, तो मैं हम दोनों को ही लटका दें हुसैनी साहब। जज़ाकल्लाह, आपने तो सारी बातें सीधी कर दी हैं माशाल्लाह। ये ऑलमोस्ट मैं ये नक्शा खींचना चाहता था कि इन 3-4 सिचुएशनों के दरमियान हम रहते हैं, अमूमन यही पेश आता रहता है। इसने गाली दे दी, उसने दे दी, इसने बदला उतार लिया, उसने कहा अब हम नहीं छोड़ेंगे, अब बदला उतारेंगे। हाँ, एक और सिचुएशन है, वो ये है कि एक आदमी तो गालियां दे रहा है लेकिन दूसरा गालियां नहीं दे रहा, वो दुरूद शरीफ पढ़ रहा है, दुआएं दे रहा है। इस सूरत में किसको क्या कहेंगे आप? इस सूरत में तो दूसरे को अल्लाह ताला अजर दे देगा उसका। ठीक हो गया, हाँ जी, ठीक हो गया, ठीक, मेरा ख्याल सारी कवरेज हो गई। ठीक है, अब मैं आपको एक सिचुएशन सामने रखूं। जी 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 जरूर। एक शख्स आया, जी पहले मैंने उसकी बात सुनी, जी जी तो मुझसे सवाल पूछा ना। जी, अब वो इतना तेज तराज कि आजकल आपको पता है वैसे भी बाज़ लोग माशाल्लाह कलाम में तेज़ होते हैं। जी जी, तो उसने मुझसे सवाल पूछा कि जी आप जो है इसकी कुरान को क्यों अल्लाह की आखिरी किताब मानते हैं। हाँ अब मैंने जितना भी सिनेरियो देखा ना, हाँ, तो उस मुनासिबत से मैंने कहा भाई मेरी मर्जी है। जी, कहते ये तो कोई बात ना हुई, आपकी मर्जी। तो मैंने कहा क्यों, आपको मर्जी पे भी इतराज है। कहते हैं नहीं, वो मर्जी पे तो इतराज नहीं है। मैं कहा मर्जी तो हो सकती है ना किसी की। या तो कहते हैं मेरी मर्जी है। तो वो असल में दूसरे उसमें जैसा एथियस्ट का टाइप का था। हाँ हाँ, अब मुझे इसका अंदाज़ा तो था कि इसने जितना मर्जी हो जाए कलाम, आप इसने कुछ ना कुछ बीच में से ज़रूर निकालने हैं, उसकी बैकग्राउंड है ना उसके पीछे से। या तो मैंने कहा सर मेरी मर्जी है, मैं ऐसा मानते हैं। हाँ हाँ, कहता है अब हर किस्म की मर्जी तो दुरुस्त नहीं होती, उस किताब में कुछ गलत बातें भी हो सकती। मैं कहा फिर भी मेरी मर्जी है। हाँ, मैंने कहा आप बताओ कि एथियज्म में मर्जी रख सकते हैं कि नहीं रख सकते। या कहते हैं हाँ रख तो सकता है। तो मैंने कहा बात खत्म हो गई। तो बाज़ जगहों पे ऐसे तबलीगी जवाब देने पड़ते हैं। बिल्कुल ऐसा ही है। कल एक सिचुएशन इसी तरह की पैदा हो गई थी कि हाँ जी, एक फरीक ने इल्ज़ाम लगाया, पूरी तरह पता तो नहीं कि वो बात कहाँ से शुरू हुई थी, लेकिन एक फरीक ने दूसरे फरीक पर इल्ज़ाम लगाया कि इन्होंने बहुत गालियाँ दी हैं। हाँ जी, और सनी साहब जी, जी जी, अस्सलाम वालेकुम। वालेकुम सलाम। देखो जी, जो नाई होता है ना, देग में से एक दाना निकालता है,
और उस पर वो डिसीजन ले लेता है। और दूसरा एक टेस्ट ये होता है जिसको लिटमस टेस्ट कहते हैं। लिटमस टेस्ट क्या है कि पहले आप उसका जो कलर चेंज हो जाए, जो लिटमस होता है, तो पता चल जाता है ये एसिडिक है या अल्कलाइन है, ठीक है ना जी। तो ये तो हो गया लिटमस टेस्ट। लेकिन आप इतनी लंबी चौड़ी बात अबू ज़रून से पूछ रहे हैं, परसों भी आपने पूछी, कल भी, आज भी, लेकिन अभी नतीजा नहीं कोई अखज़ करे। मैं ये कहना चाहता हूँ कि आपको एक साइंटिफिक तरीका मैंने बताया लिटमस टेस्ट। दूसरा मैंने बताया कि नाई जड़ा है वो देख चो एक दाना वेख के कह देता कि देख पक्की है या कच्ची है। जी है सैनी साहब सही कह रहे हैं। अच्छा, हुण सूरत हाल जिहड़ी ये वे कि इन द होल, इन जनरल सेंस, आपने ये फैसला देना है, वर्डिक सुनाना है कि क्या अहमदी ही जितनी भी ब्राडें लग रही हैं वो गलत बयानी करके दूसरों के काबरीन को वो बुरा भला कह रहे हैं, या जो गैर अहमदी हैं वो हज़रत मसीह मौऊद अलैहिस्सलाम की तज़हीक और उनकी जो है गुस्ताखी और वो कर रहे हैं। अब ये इसका फैसला आपने करना है, बस इतनी सी बात है, बाकी सारी बातें छोड़ दें। अस्सलाम वालेकुम वरहमतुल्लाहि जी वालेकुम सलाम। अबू ज़रून भाई, बाकी भाइयों को भी सलाम है। वालेकुम। अच्छा हुसैनी साहब, आप भी और अबू ज़रून भाई भी ऑलमोस्ट ज़ाहिर है वो एक ही कैटेगरी के हैं, सीनियर हैं, तो ये सारी सिचुएशंस आपने डाइस के या स्टेज के उस पार वाली की हैं, मैं समझता हूँ। जी जी। मकसद ये है कि ये सारी सिमिलर सिचुएशंस हैं जो कि आप दोनों को सूट करती हैं। मकसद मेरा कहने का ये है कि इसकी मैं मिसाल देना चाह रहा हूँ। ये यहाँ पर हम रोज आते हैं ब्रॉड पे, जाहिर है आप अपने ब्रॉड पे ही कोई एडमिनिस्ट्रेशन कर सकते हैं, बाकी ब्रॉडों का तो कोई जिम्मेदारी नहीं ले सकता। जी बिल्कुल। तो एक सिचुएशन ये है कि जब हम लोग छोटे थे तो उस क्लास में जब टीचर जरा कहीं चला जाता था क्लास से बाहर थोड़ी देर के लिए, या कहीं बिजी हो जाता था, तो वो हम लोग जो थे लड़के आपस में इस हद तक वो शरारत करते थे, शोर हंगामा, कुर्सियां उठाना और पता नहीं क्या क्या। तो जब वो टीचर वापस आता था तो यही सिचुएशन होती थी जो आप बयान कर रहे हैं। तो आप सारी सिचुएशन बयान कर रहे हैं स्टेज वाली। एक सिचुएशन इन सारे के ऑपोजिट भी है। ये अराइज जब होती हैं, वो अराइज ये सारी चीजें जब होती हैं जब आप मौजूद नहीं होते, जब जरा आप आगे पीछे हो कहीं हो तो तौबा तौबा हो जाती है। ये उसी से ही फिर इनके ग्रज जो है वो अराइज होते हैं। तो ये तो बड़ी सख्त ड्यूटी है, जैसे एक टीचर क्लास में, और वो भी ऐसी क्लास में जहाँ पर इंतहाई जो है वो खतरनाक किस्म के बच्चे हों, तो वो जैसे किसी काम से बाहर जाता है, उसको जाना भी पड़ता है, तो वो तेरा 5 मिनट के लिए 10 मिनट के लिए, तो जब वापस आता है तो क्लास का सत्यानाश हुआ खड़ा होता है। ये 5-6 केस निकलते हैं फिर उसमें, इसने ये कह दिया, उसने वो कर दिया। तो मेरा ख्याल है कि इसमें एक ये सिचुएशन भी अक्सर हमें देखने को मिलती है, और जब ऐसा हो रहा होता है तो मुझे अपना वो स्कूल का टाइम याद आ जाता है, या हमारे या किसी और क्लास में अक्सर ये सीन होते थे। तो मेरा ख्याल है कि बहुत सारे बच्चे बड़े हो जाते हैं, लेकिन वो उस 6ठी क्लास से 7वीं क्लास से ज़हनी तौर पे बाहर नहीं निकल पाते, वो रहते उस। अच्छा, इसी तरह से हमारे मुख्तलिफ दोस्त हैं, कुछ अमेरिका चले गए, कुछ और मुल्कों में चले गए, कुछ पढ़ने चले गए, कुछ टैक्सी वगैरह चलाते हैं। उन सब में एक बड़ा नुमाया फर्क लगा। जो मेरे कुछ दोस्त PhD कर गए और वो भी स्कूल के प्राइमरी से हमारे साथ, उनकी बात करने का अंदाज मुख्तलिफ है। और जो है वो रिक्शा टैक्सी चला रहे हैं, वो भी हमारे दोस्त हैं, हमारी दिल जान है, लेकिन उनका बात करने का स्टाइल डिफरेंट है एंड उनकी एनालिसिस डिफरेंट है। मतलब एक ही जगह जब हम लोग इकट्ठे होते हैं, कभी मौका मिले कभी, तो एक वाज़ेह फ़र्क हम देख सकते हैं कि ये जो तालीम और प्लस तरबियत। अच्छा, कुछ ऐसे हैं जो ज़्यादा तालीम हासिल नहीं कर सके, सिर्फ तरबियत हासिल की, जैसे कि आर्मी में चले गए या किसी ऐसे जमात में चले गए जहाँ तरबियत बड़ी सख्त होती है। मदरसे में बहुत सख्त तरबियत होती है। अक्सर लोग मदरसे के आपको बहुत फ़र्क मिलेंगे, तो उनके भी बात करने का, हालांकि पहले तेज़ बोलते थे, बहुत तेज़ी से जवाब देते थे, उनकी बात में बहुत ज़्यादा ठहराव होता है, वो सोच के बात करते हैं।
तो ये मैंने देखा है कि कुछ बच्चों के, जो कुछ लड़कों के, कुछ आदमियों के जहन वहाँ मैट्रिक में रह जाते हैं, कोई 7वीं तक रह जाता है और कुछ जो है वो आगे जाता है, लेकिन आप सबको एक जाविये से जब देखने लगते हैं तो बड़ी प्रॉब्लम होती है। फिर आप फैसला नहीं कर पाते कि इंसाफ कैसे होगा। बेशक। हमारे उस्ताद ने एक, अल्लाह ताला उनको रहमत में जगह दे, एक बहुत अच्छी बात हमें बताई। वकील थे और बहुत अच्छे आला ओहदे पे भी फाइज थे, और वो उनकी तरक्की का लेवल ये था कि वो मस्जिद में उनको बुलाया गया था तरावियां पढ़ाने के लिए कि आप तरावियां पढ़ा दिया करें। और आप वो इदारे का नाम तो मैं नहीं लेना चाहूंगा, वो सेक्रेटरी की पोस्ट पे रिटायर हुए। माशाल्लाह। ठीक है जी, मतलब सिर्फ बुलाया था मस्जिद में तरावियां पढ़ना। पठान थे, बहुत माशाल्लाह ज़हन उनका जबरदस्त था, लाजवाब था। फिर उन्होंने किसी तरह से उस इदारे में उनको जॉब भी मिली, फिर उन्होंने वकालत करी और फिर वो इस लेवल पे हो गए कि 2nd चेयरमैन हो गए। तो वो माशाल्लाह बड़ी जबरदस्त शख्सियत थी। तो उन्होंने एक बात बताई कानून की। उन्होंने कहा कि कानून में जो फैसले होते हैं, क्योंकि मैं कुछ अरसा कानूनी मामलात में भी चलता रहा उनके साथ, उनसे रहनुमाई लेता रहा, तो उन्होंने कहा कि कोई फैसला जो है ना एक बेहतरीन फैसला नहीं होता। हाँ, अच्छा फैसला होता है। जज देखता है कि मुख्तलिफ एंगल से जो आउटपुट है या आउटकम है वो सिमिलर आए, लेकिन एक बेहतरीन फैसले की जो डेफिनेशन कुरान में दी गई है वो यौमुद्दीन की दी गई है। जिस दिन अल्लाह ताला राई का भी निकाल लेगा, हक का फैसला उस दिन होगा कि जर्रा भी होगा ना बुराई, वो भी अल्लाह बाहर रखेगा, और जर्रा भी अच्छाई होगा वो भी बाहर रखेगा। वो डेफिनेशन है यौमुद्दीन की। तो दुनिया में अच्छे कानून और अच्छे कानून और अच्छे कानून आते हैं, लेकिन एक्यूरेट कानून नहीं हो सकता। ये होगा यौमुद्दीन वाले दिन। ये नहीं हो सकता कि कोई एक्यूरेट फैसला कर पाए। हाँ, ये है कि बेहतर से बेहतर फैसला होता जाता है और उसमें बेहतरी आती जाती है। तो ये बहुत सारी सिचुएशन है। आपने 5 सिचुएशन स्टेज वाली बताई हैं, क्योंकि आपका लेवल टीचर वाला है और इधर हम जो बैठे होते हैं, और खैर हम तो बिल्कुल नीचे ही बैठे होते हैं, तो हमारी सिचुएशन है जरा दूसरी वाली। तो अगर आप इस एंगल से बड़ी अच्छी बात देखेंगे तो नहीं, मेरा मकसद आपको ये तो नहीं था सिचुएशन का कि अंदाजा होगा। किसी और चीज को ऐड ना किया जाए। जो आपने ऐड की हैं बातें वो ठीक है, बिल्कुल सही हैं। तो अब ठीक हो गई बात। तो जैसे आप ब्रॉड गिरा देते हैं ना, तो इसका यही हल है। जिस टाइम गर्मा गर्मी होना शुरू होती है तो उस टाइम टीचर जैसे थोड़ी सी कर दे तो वो सारे अचानक से जो है वो सीधे हो जाते हैं। तो और इसका कोई हल नहीं है। बाकी सारे पढ़े लिखे भी हैं, समझदार भी हैं। जो नहीं भी पढ़े लिखे वो इतनी तो समझ रखते हैं कि कान में मुर्गी तो कोई भी नहीं डालता। और बाकी तो ये नबूवत का दावा करने वाले तक आते हैं। अब आप अपनी ब्रॉड का लेवल चेक करें कि आपकी ब्रॉड का लेवल ये है कि कुछ लोगों ने जिन्होंने दावा किया है नबूवत का वो तक आ रहे हैं, इधर फैज याब हो रहे हैं। तो आपकी रिस्पॉन्सिबिलिटी कहाँ पहुंची हुई है। तो आप अंदाजा करें कि आप किस कुर्सी पे बैठे हैं। तो आप ये सोचें। लेकिन बहरहाल अबू ज़रून एक बड़ा जबरदस्त एडिशन है आपकी टीम। राणा साहब की हाल है? ਤੁਸੀਂ आओ ਤੇ कोई दसो जरूरी गल्लां समझाओ ਕੀ फरमाते हो। मैं क्या बस कोई मुझे तो इतना कम इलम सा बंदा हूं मैं। नहीं ना तो ਤੁਸੀਂ कम इलम हो ते ना ही ਤੁਸੀਂ बेखबर हो। मैं एक इनाम जीत के आया हूँ, शेर का इनाम जीता हूँ मैं। आओ माशाल्लाह, मुबारक। और उस आईडी का नाम भी हुसैनी है। अच्छा जी, माशाल्लाह। हाँ, या टवाना साहब हैं, तो वो अभी मारा तो नहीं, मुझे शेर मार देंगे जल्दी। अच्छा, माशाल्लाह, ये तो बड़ी। मैंने तो यही कहा कि मैं तो बैंक में नहीं जमा कराऊंगा, मैं तकसीम कर दूंगा इधर ही दोस्तों में। नहीं, आप तो यही करते हैं हमेशा। आप मैंने कभी भी अपने बैंक में पैसे को आप उसको बड़ा अच्छे तरीके से डिस्ट्रीब्यूट कर दूंगा, पर वो अब नहीं मान रहे। इधर उधर तोहफे देते हैं, सारी बातें आप करते हैं। माशाल्लाह, बहुत। वही हुसैनी साहब का वेट कर रहा हूँ, अगर वो आ जाए तो। माशाल्लाह। अस्सलाम वालेकुम हुसैनी साहब जी। वालेकुम सलाम जी। जिद्दां हुसैनी साहब ਜਿਹੜਾ ਕੱਲ ਸ਼ੋਅ ਹੋਇਆ 1.25 ਘੰਟੇ ਦਾ, ਜਿਹਦੇ ਬਾਰੇ ਕੁਐਸਚਨ ਤੁਸੀਂ ਬੋਲਣ ਦੇ ਜੋ ਗੱਲ ਕਰਨ ਦੇ ਜੋ ਸਾਰੇ ਬੰਦੇ ਇਹਦੇ ਤੇ ਤਜਜ਼ੀਆ, ਮੈਂ ਬਾਅਦ ਚ ਵੀ 2 ਘੰਟੇ ਤੁਹਾਡੇ ਜਾਣ ਤੋਂ ਬਾਅਦ ਚ ਵੀ 2 ਘੰਟੇ ਸੁਣਦਾ ਰਿਹਾ ਮੈਂ। ਸਾਰੇ ਬੰਦੇ ਬਹੁਤ ਸੋਹਣੇ ਜਵਾਬ ਦੇ ਰਹੇ ਤੁਹਾਨੂੰ। ਜੀ। ਤੁਹਾਡੇ ਆਖਰੀ ਸਵਾਲ ਦਾ ਜਵਾਬ ਕਿਉਂ ਨਹੀਂ ਦਿੰਦੇ ਸਾਰੇ ਬੰਦੇ?
ਜਿਹੜਾ ਤੁਸੀਂ ਆਖਰੀ ਸਵਾਲ ਕਰਦੇ ਜੋ ਵੀ ਮੈਂ ਜੋ ਪਾਗਲ ਆ ਜਾਂ ਮੈਨੂੰ ਕੋਈ ਪਾਗਲ ਵੀ ਕਹਿੰਦਾ ਵਾ, ਮੈਂ ਕਹਿੰਦਾ ਯਾਰ ਮੈਨੂੰ ਨਾ ਛੇੜੋ। ਨਹੀਂ ਤੁਸੀਂ ਆਖਰੀ ਸਵਾਲ ਦਾ ਜਵਾਬ ਜਿਹੜਾ ਉਹ ਬੰਦਾ ਕੋਈ ਵੀ ਨਹੀਂ ਦੇ ਰਿਹਾ। ਸਾਰੇ ਆਲਮ ਜਿੰਨੇ ਵੀ ਆਲਮ ਵੀ ਆ ਰਿਹਾ ਆਖਰੀ ਸਵਾਲ ਦਾ ਜਵਾਬ ਤੇ ਦੇਣ ਨਾ, ਵੀ ਜਦੋਂ ਇੱਕ ਬੰਦਾ ਕਹਿੰਦਾ ਮੈਨੂੰ ਨਾ ਛੇੜੋ ਉਹਨੂੰ ਕਿਉਂ ਛੇੜਦੇ ਆ? ਬਹੁਤ ਆਲਾ ਗੱਲ ਤੁਸੀਂ ਗੌਰ ਨਾਲ ਤੁਸੀਂ ਮੈਂ ਪੂਰਾ ਸ਼ੋਅ ਦੇਖਿਆ, ਇੱਕ ਇੱਕ ਸਕਿੰਟ ਦਾ ਸਾਈਡ ਤੇ ਟਰੱਕ ਲਾ ਕੇ ਸਹੀ ਤੁਸੀਂ ਸਹੀ ਮੁਤਾਲਿਆ ਕਰਨ ਵਾਲੇ, ਗੱਲ ਨੂੰ ਬਾਰੀਕੀ ਦੇ ਨਾਲ ਸਮਝਣ ਵਾਲੇ ਔਰ ਤਵੱਜੋ ਦੇਣ ਵਾਲੇ ਬੰਦੇ ਚੋਂ ਤੁਸੀਂ ਸਸਰੀ ਉਹਦੇ ਕੋਲੋਂ ਨਹੀਂ ਗੁਜ਼ਰੇ, ਪਰ ਕਿ ਤੁਸੀਂ ਉਹਦਾ ਅਰਕ ਕੱਢ ਲਿਆ ਤੇ ਤੁਸੀਂ ਆਖਰੀ ਸਵਾਲ ਦਾ ਜਵਾਬ ਕੋਈ ਨਹੀਂ ਦਿੰਦਾ। ਸਾਰੇ ਬਾਕੀ ਤਫਸਰਾ ਕਰਦੇ, ਬੜੇ ਬੜੇ ਆਲਮ ਆਉਂਦੇ ਆ, ਬਾਕੀ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨੇ। ਆਖਰੀ ਸਵਾਲ ਤੇ ਜਾ ਕੇ ਜੋ ਬੰਦੇ ਨੇ ਕਿਹਾ ਅਲੀ ਭਾਈ ਨੇ, ਮੈਂ ਜਾਣਦਾ ਨਹੀਂ ਉਹਨਾਂ ਨੇ ਕਿਹਾ ਯਾਰ ਮੈਨੂੰ ਨਾ ਛੇੜੋ, ਫਿਰ ਵੀ ਉਹਨੂੰ ਛੇੜਿਆ ਜਾਂਦਾ। ਐਗਜ਼ੈਕਟਲੀ ਦੇਖੋ ਜੀ, ਮੈਂ ਕਹਿੰਦਾ ਹਸੈਨੀ ਸਾਹਿਬ ਨਿੱਕੀ ਜੀ ਗੱਲ, ਮੈਂ ਕਹਿੰਦਾ ਮੇਰੀ ਮਾਂ ਮੇਰਾ ਰੱਬ ਆ। ਮੇਰੀ ਮਾਂ ਨੂੰ ਕੋਈ ਕਹੇਗਾ ਤੇ ਮੈਂ ਫਿਰ ਉਹਦਾ ਜਵਾਬ ਦੇਣਾ। ਜੀ ਬਿਲਕੁਲ ਠੀਕ ਫਰਮਾਇਆ ਤੁਸੀਂ। ਜਿਹੜਾ ਆਖਰੀ ਸਵਾਲ ਹੈ, ਇੱਕ ਬੰਦਾ ਐਲਾਨ ਕਰਦਾ ਮੈਨੂੰ ਨਾ ਛੇੜੋ, ਮੈਂ ਬੂਹੇ ਕੇ ਬੈਠਾ ਆਪਣੇ ਬੈਠਾ ਰਹਿਣ ਦੋ, ਕਿਉਂ ਛੇੜਦੇ? ਬਿਲਕੁਲ ਇਸ ਤਰ੍ਹਾਂ ਇਹਦਾ ਜਵਾਬ ਤੇ ਆਣ ਕੇ ਸਾਰੇ ਆਲਮ ਜਿਹਨੇ ਚੁੱਪ ਕਰ ਜਾਂਦੇ ਆ, ਮੰਡਾ ਪਾ ਦਿੰਦੇ ਢਾਲ ਤੇ। ਲੋ ਜੀ ਕਰੋ ਤੁਸੀਂ। ਮੈਂ ਇਹਦਾ ਹੀ ਕਹਿਣਾ ਸੀ ਕਿ ਸ਼ੋਅ ਮੈਂ ਸਾਰਾ ਵੇਖਿਆ ਤੁਹਾਡਾ 2 ਘੰਟੇ ਦਾ। ਤੁਸੀਂ ਬਹੁਤ ਅੱਛੀ ਬਾਅਦ ਚ ਵੀ ਮੈਂ ਤੁਹਾਡੇ ਜਾਣ ਤੋਂ ਬਾਅਦ ਚ ਵੀ ਮੈਂ ਸੁਣਦਾ ਰਿਹਾ ਪੂਰਾ 2 ਘੰਟੇ। ਤੁਸੀਂ ਚਲੇ ਵੀ ਗਏ ਨਾ, ਜਿਹੜੇ ਤਫਸੀਰੇ ਵੀ ਸੁਣਦਾ ਰਹਿੰਦਾ। ਆਖਰੀ ਸਵਾਲ ਤੇ ਆਣ ਕੇ ਕੋਈ ਬੰਦਾ ਤਫਸੀਰਾ ਨਹੀਂ ਕੀਤਾ ਗੱਲ ਦਾ। ਜਿਹੜਾ ਆਖਰੀ ਸਵਾਲ ਹੈ ਨਾ ਵੀ ਮੈਨੂੰ ਨਾ ਛੇੜੋ, ਉਹਦੇ ਤੇ ਤਫਸੀਰਾ ਨਹੀਂ ਕਰਦਾ ਕੋਈ ਬੰਦਾ। ਬੇਸ਼ੱਕ ਇਹ ਬੜੀ ਅੱਛੀ ਗੱਲ ਹੁੰਦੀ ਹੈ ਕਿ ਕੋਈ ਇਨਸਾਨ ਇਹ ਕਹੇ ਕਿ ਮੈਂ ਪਹਿਲ ਨਹੀਂ ਕਰਾਂਗਾ, ਮੈਂ ਕੋਈ ਤੁਹਾਨੂੰ ਕਿਸੇ ਨੂੰ ਕੋਈ ਨਹੀਂ ਕਹਿੰਦਾ, ਇਸ ਕਰਕੇ ਮੈਨੂੰ ਤੁਸੀਂ ਇੱਕ ਪਾਸੇ ਰਹਿਣ ਦਿਓ ਤੇ ਜ਼ਿਆਦਾ ਮੇਰਾ ਛੇੜਛਾੜ ਨਾ ਕਰੋ। लेकिन अगर तुम करोगे तो फिर सुनोगे तो ठीक है गल। यानी सब बात ये है, जो ये साहब आए थे इनकी बात से ये समझ लगी कि वो अली वाला का कह रहे हैं कि वो कहते हैं कि जे आमद नज़ीर साहब जो है वे मेरी मां में उन्होंने ना कोई हथ पावे, वो साडे काबरीन ने ते किसी ने आमद नज़ीर का नाम नहीं लेना। बस इन्नी गल दी समझ लगी है जेडे भाई आए सन। तस्लीम साहब मैं आमद नज़ीर का नाम नहीं लिया, वैसे भी ਤੁਹਾਨੂੰ ਮੈਂ ਤੁਹਾਡੀ ਮਾਂ ਦੇ ਬਾਰੇ ਕੋਈ ਗੱਲ ਕਰਾਂਗਾ, ਤੁਸੀਂ ਮੈਨੂੰ ਕੀ ਜਵਾਬ ਦਿਓਗੇ? ਨਹੀਂ ਮੈਂ ਤੇ ਆਮਦ ਨਜ਼ੀਰ ਹੀ ਸਮਝਿਆ ਉਹਨਾਂ ਦੀ ਮਾਂ, ਜਿਹੜੀ ਤੁਹਾਡੀ ਗੱਲ ਤੋਂ ਪਤਾ ਲੱਗਦਾ। ਆਮਦ ਨਜ਼ੀਰ ਕਿਉਂ? ਆਮਰ ਉਹਨੇ ਜਿਹੜੇ ਬੰਦੇ ਨੇ ਕੱਲ ਕਿਹਾ ਸੀ ਤੇਰੀ ਮਾਂ ਕੁੱਤੀ ਆ, ਗੁਜਰੀ ਆ, ਫਲਾਣੀ ਆ, ਢਿੰਗੜੀ ਆ, ਉਹ आमद नज़ीर ਸੀगा। एक सेकंड के लिए भी रोक दे जरा इनको। जी 1 सेकंड के लिए, जो भी ऊपर भाई साहब बैठे। जी जितने आपने पहले भी हमने सिचुएशंस पे बात की थी ना, ठीक, मुझे नहीं पता कोई दोस्त शायद तो जनरल कमेंट्स करे, अभी यहीं पर से ले लें कि अभी ये तो हमारे सामने गुफ्तगू हो गई है ना। तो इस गुफ्तगू में तो ना मैंने सुना, आपने सुना है आमिर साहब का नाम या आमिर इसकी वालदा को उस तरह, हुसैनी साहब? जी ये जुमला आपने सुना है अभी गुफ्तगू में? नहीं सुना। तो तस्लीम साहब ने फौरन कहा कि मैं इससे ये समझाऊं जो जुमला है ही नहीं, जो नहीं जिक्र ही नहीं हुआ, वो समझ गए। ऐसी सिचुएशन के बाद जब हालात खराब होंगे तो कौन जिम्मेदार होगा? ये अब सिचुएशन है। मतलब ऐसी इरेलीवेंट बात जो जिसका सारे फसाने में जिक्र नहीं है, उसका जिक्र ले आना ये मुनासिब नहीं। और अगर कोई आदमी सब ये भी तो समझे ना कि ये अजमत शान है और उनका इरफान है कि जो बात कोई नहीं कहना चाह रहा वो बात खुद समझ रहे हैं कि ये बात इससे मुराद है। ये भी तो इरफान को भी तो आप दाद देना उनके। खुदा में आप सब माशाअल्लाह लो जनाब हलो लो या तुसी तशरीफ लाए हो ते बड़ी खुशी दी गल है, ते बड़े जमाने बाद आए हो ते किधर टुर गए हो? क्यों नहीं आमदे? रौनका क्यों नहीं लांदे? आओ ते पाक मैं ਜਦੋਂ ਵੀ ਆਵਾਂ ਨਾ ਤੇ ਇੱਥੇ ਕੋਈ ਲੜਾਈ ਹੁੰਦੀ ਫਿਰ ਮੈਂ ਚਲ ਜਾਂਦੀ ਹਾਂ। ਨਹੀਂ ਕੋਈ ਲੜਾਈ ਨਹੀਂ, ਤੁਸੀਂ ਆਮਦੇ ਹੋ, ਲੜਾਈਆਂ ਠੀਕ ਹੋ ਜਾਂਦੀਆਂ ਨੇ, ਅਮਨ ਅਮਾਨ ਆ ਜਾਂਦਾ ਹੈ, ਖੁਸ਼ੀ ਆ ਜਾਂਦੀ ਹੈ। ਤੇ ਹੋਰ ਤਬੀਅਤਾਂ ਦੀ ਸੁਣਾਓ ਹਸਨ ਭਾਈ? ਜੀ ਅਲਹਮਦੁਲਿल्लाह सब खैर है।
ਅੱਛਾ ਅੱਛਾ, ਚਲੋ। ਆਉਂਦੇ ਹੋ ਤੇ ਸਾਡੇ ਜਦੋਂ ਅਸੀਂ ਨਹੀਂ ਆਉਂਦੇ ਤੇ ਤੁਸੀਂ ਨਹੀਂ ਪੜ੍ਹਦੇ? ਨਹੀਂ ਪੜ੍ਹਦੇ, ਤੁਸੀਂ ਆਉਂਦੇ ਹੋ ਤੇ ਅਸੀਂ ਪੜ੍ਹਨੇ ਆ। ਤੁਸੀਂ ਕਲਾਮ ਪੜ੍ਹਾਉਂਦੇ ਹੋ, ਗਲਤ ਗੱਲ ਹੈ, ਤੁਹਾਨੂੰ ਪੜ੍ਹਨਾ ਚਾਹੀਦਾ। ਬਿਲਕੁਲ ਪੜ੍ਹਨਾ ਚਾਹੀਦਾ ਹੈ। ਤੁਸੀਂ ਆਉਂਦੇ ਹੋ ਤੇ ਤੁਸੀਂ ਕਲਾਮ ਦੇ ਵਿੱਚੋਂ ਅੱਛੀਆਂ ਗੱਲਾਂ ਸਾਨੂੰ ਸੁਣਾਉਂਦੇ ਹੋ, ਸਮਝਾਉਂਦੇ ਹੋ, ਆਹਾਂ। ਤੇ ਬੜੀ ਖੁਸ਼ੀ ਹੁੰਦੀ ਹੈ ਵੀ ਤੁਸੀਂ, ਤੁਹਾਡੇ ਨਾਲ ਸਾਨੂੰ ਮੌਕਾ ਮਿਲ ਜਾਂਦਾ ਕਲਾਮ ਪੜ੍ਹਨ ਦਾ। ਨਹੀਂ ਜੇ ਸੁਣਾ ਵੀ ਆਈਏ ਤੁਸੀਂ ਤੇ ਆਪੇ ਵੀ ਪੜ੍ਹਿਆ ਕਰੋ ਨਾ, ਗੀਤ ਨਹੀਂ ਚ ਗਾਇਆ ਪੜਾਂਗੇ, ਕਰੋ। ਜ਼ਰੂਰ ਪੜਾਂਗੇ, ਅਸੀਂ ਵੀ ਪੜਾਂਗੇ। ਲੇਕਿਨ ਸਾਡੀ ਇਹ ਦਰਖਾਸਤ ਹੈ, ਤੁਹਾਡੇ ਆਉਣ ਨਾਲ ਜ਼ਿਕਰ ਮੁਬਾਰਕ ਹੋ ਜਾਂਦਾ ਹੈ ਤੇ अच्छा कलाम पढ़िया जाता है। मैं वो हुसैन साहब अपनी बात पूरी कर दूं अगर जी इजाजत जी है? करें करें, फरमाएं। जी जी कर। बहुत शुक्रिया जी, बहुत शुक्रिया। आपको याद होगा एक दिन मैं आया, ये इस सिचुएशन पे मुझे दोबारा बात याद आ गई। जी जी। मैं एक दिन आया तो मैंने आपको एक शेर सुनाया था जी कि ट्रक ड्राइवर बैठे हुए थे एक होटल पे, हाँ हाँ और एक दूसरे को शेर सुना रहे थे। हाँ हाँ हाँ। तो उन्होंने एक शेर सुनाया कि देखो ना, हजरत अल्लामा इकबाल ने फरमाया है कि तुंदी बाद मुखालिफ से न घबरा ए उकाब, ये तो चलती है तुझे उन चौड़ाने के लिए। बेशक। तो थोड़ी देर के बाद दूसरा जो ड्राइवर साहब वो उसको जवाब दे रहे कि ये इकबाल का शेर नहीं हो सकता भाई, नहीं हो सकता। वाह, ये इकबाल का शेर नहीं हो सकता। तो उसने कहा भाई इकबाल का शेर क्यों नहीं हो सकता? हाँ। उसने कहा इसमें ये जो उकाब ये घबराया हुआ है। घबराया हुआ है, हाँ। ठीक है। समझ में आ गई बात? बेशक, बिल्कुल। हाँ जी। ऐसे बाल की खाल उतार के मतलब उसकी फहम उधर इतनी दूर तक पहुंच गई है कि उकाब घबराया हुआ है, ठीक, तो इकबाल का शेर नहीं हो सकता। जो चीज गुफ्तगू में है ही नहीं। बिल्कुल ठीक है ना, सही आपने फरमाया। चलें अभी आप कंटिन्यू कीजिए। जी जज़ाकल्लाह। जी जी विक्टर साहबा दसो। ਤੁਸੀਂ ਕਿਹੜੇ ਟੌਪਿਕ ਤੇ ਗੱਲ ਕਰ ਰਹੇ ਸੋ? ਅਸੀਂ ਇਹ ਗੱਲ ਕਰ ਰਹੇ ਕਿ ਜਿਹੜੇ ਅੱਛਾ ਸਾਨੀ ਬਾਈ, ਤੁਸੀਂ ਨਾ ਅੱਜ ਉਹਦੇ ਤੇ ਗੱਲ ਕਰ ਰਹੇ ਆ ਜਿਹੜੇ ਪਾਕਿਸਤਾਨ 'ਚ ਜਿਹੜੇ ਹਾਲਾਤ ਨੇ। ਮੈਂ ਹੁਣ ਇੱਕ ਵੀਡੀਓ ਵੇਖ ਕੇ ਹਟੀ ਹਾਂ, ਇੱਕ ਬੱਚੇ ਨਾਲ ਜ਼ਿਆਦਤੀ ਕਰਕੇ ਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਰ 8 ਸਾਲ ਦੀ ਬੱਚੀ ਨਾਲ ਉਹਨੂੰ ਮਾਰ ਦਿੱਤਾ ਗਿਆ, 3 ਸਾਲ ਦੀ ਬੱਚੀ ਨਾਲ। ਇਹਦੇ ਤੇ ਤੁਸੀਂ ਕਦੇ ਬਰੋਡ ਲਾਓ ਨਾ, ਇਹਦੇ ਤੇ ਵੀ ਤਾਂ ਇਨਸਾਨੀਅਤ ਥੋੜ੍ਹੀ ਗੱਲ ਹੋਣੀ ਚਾਹੀਦੀ ਹੈ ਕਿ ਪਾਕਿਸਤਾਨ 'ਚ ਕੀ ਇਹਦੇ ਪਿੱਛੇ ਕਿਹੜੀ ਤਾਲੀਮ ਹੈ, ਕਿਹੜੇ ਕੋਈ ਕੀ ਹੈ, ਕਿਉਂ ਇੰਝ ਹੋ ਰਿਹਾ? ਹਾਂ ਨਹੀਂ, ਇਹਦੇ ਤੇ ਤੁਸੀਂ ਚੌਂਕੇ ਨੂੰ ਪੜ੍ਹਿਆ ਸੁਣਿਆ, ਤੁਹਾਡੇ ਕੋਲੇ ਕੇਸਿਸ ਆ ਗਏ ਨੇ ਤੇ ਇਹਨਾਂ ਦਾ ਜ਼ਿਕਰ ਕਰੋ। ਔਰ ਮੈਂ ਤੁਹਾਨੂੰ ਕਹਿਣ ਡਈ ਆ, ਤੁਸੀਂ ਨਹੀਂ ਕੇਸਿਸ ਵੇਖੇ? ਨਹੀਂ ਮੈਂ ਨਹੀਂ ਦੇਖੇ, ਮੈਨੂੰ ਪਤਾ ਨਹੀਂ। ਮੈਂ ਨਹੀਂ ਭਾਈ, ਇਹ ਤੇ ਫਿਰ ਗਲਤ ਗੱਲ ਹੈ ਨਾ। ਅਗਰ ਤੁਸੀਂ ਦੇਖਦੇ ਨਿਊਜ਼ ਵੇਖਣੀਆਂ ਚਾਹੀਦੀਆਂ ਨੇ। ਕਿ ਦੇਖੋ ਪਾਕਿਸਤਾਨ 'ਚ 7 ਕਿ 8 ਸਾਲ ਦੀ ਸਰਗੋਦੇ 'ਚ ਬੱਚੀ ਜਿਹੜੀ ਉਹਨੂੰ ਜਿਹੜਾ ਉਹਦੇ ਨਾਲ ਗਲਤ ਕਰਕੇ ਉਹਨੂੰ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕਰਾਚੀ 'ਚ 3 ਸਾਲ ਦੀ ਬੱਚੀ ਨਾਲ, 3 ਸਾਲ ਦੀ ਬੱਚੀ ਕੀ ਉਹ ਤੇ ਖਿਲੌਣਾ ਬਿਲਕੁਲ, ਉਹਨੂੰ ਮਾਰ ਦਿੱਤਾ ਗਿਆ। ਆ ਹੁਣ ਮੈਂ ਇੱਕ ਵੀਡੀਓ ਵੇਖਣ ਦੀ ਹੈ, ਸਰਗੋਦੇ 'ਚ ਇੱਕ ਦੂਸਰਾ ਕੇਸ ਹੋ ਗਿਆ ਫੈਸਲਾਬਾਦ 'ਚ। ਇਹ ਕੁੜੀਆਂ ਤੇ ਚਲੋ ਅਲੱਗ ਗੱਲ ਹੈ, ਮੁੰਡਿਆਂ ਨੂੰ ਨਹੀਂ ਛੱਡਣ ਦੇ। ਕੀ ਇਹ ਕਿਉਂ ਹੋ ਰਿਹਾ, ਕੀ ਵਜ੍ਹਾ? ਤੁਸੀਂ ਜ਼ਰਾ ਸਿਆਣੇ ਲੱਗਦੇ ਹੋ, ਮੈਨੂੰ ਦੱਸੋ। ਕਾਫੀ ਸਿਆਣੇ ਤੁਸੀਂ। ਸੰਨੀ ਸਾਹਿਬ ਇਹਨੂੰ ਮਾਮਲੇ ਨੂੰ ਸਮਝੋ, ਜ਼ਰੂਰੀ ਮਾਮਲਾ ਹੈ। ਕਿਉਂਕਿ ਸਾਡੀ ਭੈਣ ਜਿਹਨਾਂ ਨੂੰ ਫਰਮਾ ਰਹੇ ਨੇ ਕਿ ਪਾਕਿਸਤਾਨ ਇੱਕ ਛੋਟੀ ਜਿਹੀ ਬਸ ਮੈਂ ਮਾਲੂਮਾਤ ਲੈਣੀ, ਐਵੇਂ ਆਪਣੀ ਮਾਲੂਮਾਤ ਵਾਸਤੇ ਨਾ। ਇਹ ਜਿਹੜੇ ਇਹ ਐਪਸਟੀਨ ਫਾਈਲ ਵਾਲੇ ਕੇਸ ਵੀ ਸਾਰੇ ਪਾਕਿਸਤਾਨ 'ਚ ਮੈਂ ਹੋਏ ਨੇ। ਇਸਲਾਮਾਬਾਦ ਦਾ ਕੋਈ ਇਲਾਕਾ ਐਪਸਟੀਨ ਜਿਹੜਾ ਜਜ਼ੀਰਾ। ਸੌਰੀ ਜੀ ਸਾਹਿਬ, ਵੈਲਕਮ, ਸਲਾਮ ਜੀ। ਜੀ ਮੈਂ ਪਤਾ ਕਰਨਾ ਚਾਹ ਰਿਹਾ ਸੀ ਕਿ ਇਹ ਜਿਹੜਾ ਐਪਸਟੀਨ ਫਾਈਲ ਨੇ, ਜਿਹਦੇ ਵਿੱਚ ਡੋਨਲਡ ਟਰੰਪ ਵੀ ਸ਼ਾਮਲ ਹੈ ਤੇ ਆਪਣਾ ਸਟੀਫਨ ਹਾਪਕਨ ਵੀ ਸ਼ਾਮਲ ਹੈ ਤੇ ਬੜੇ ਬੜੇ ਲੋਕ ਸ਼ਾਮਲ ਨੇ, ਬੱਚਿਆਂ ਨੂੰ ਕੱਟ ਕੇ ਖਾ ਗਏ ਨੇ ਉਹਨਾਂ ਦਾ ਜਾਤੀ। ਇਹ ਇਸਲਾਮਾਬਾਦ ਦਾ ਇਲਾਕਾ ਹੈ ਜਾਂ ਕਿਤੇ ਇਸਲਾਮਾਬਾਦ ਥੋੜਾ ਅੱਗੇ ਪਿੱਛੇ ਨਾਲ ਇਲਾਕਾ ਕੋਈ 2-4 ਮੀਲ ਦੂਰ? ਟਰੰਪ ਗਿਆ ਸੀ ਬੱਚਿਆਂ ਨੂੰ ਕੱਟਣ ਵਾਸਤੇ।
बच्चे उर्दू पढ़ना मतलब चाहते हो अतीक साहब एक गलती अगर कर रहे हैं अतीक साहब, मैं ये बात नहीं कर रहा, निशानदेही को करे तो मैंने उनकी दूसरा बात नहीं करेगा, वो तो condemn राणा नहीं साहब करना। मैंने उनकी बात को पहले कहा कि वो बड़ी अच्छी बात कर रही हैं, लेकिन अगर सिर्फ पाकिस्तान से मामला नजर आए फिर ठीक नहीं है। फिर इंसाफ दे नाल देख लेना कि सारी दुनिया च ये मामलात ने, लोग शैतानी होंदे ने। अरे सुन लो राणा साहब, अर्थ नहीं है कि सारी दुनिया च शैतानी ख्यालात वाले इंसान हो सकता है। ਉਹਦਾ ਮਜ਼ਹਬ ਨਾਲ ਉਹਦਾ ਮੁਲਕ ਨਾਲ ਕੋਈ ਤਲਕ ਨਹੀਂ। ਨਾ ਕੋਈ ਬੰਦਾ ਜਿਹੜਾ ਸ਼ੈਤਾਨੀ ਖਿਆਲ ਵਾਲਾ ਹੈ ਉਹ ਪਾਕਿਸਤਾਨੀ ਹੋਣਾ ਜ਼ਰੂਰੀ ਹੈ, ਨਾ ਉਹਦਾ ਕੋਈ ਹਿੰਦੁਸਤਾਨੀ ਹੋਣਾ ਜ਼ਰੂਰੀ ਹੈ, ਨਾ ਉਹਦਾ ਕੋਈ ਇਸਰਾਈਲ ਦਾ ਹੋਣਾ ਜ਼ਰੂਰੀ ਹੈ। ਉਹ ਬੰਦਾ ਕਿਤੇ ਵੀ ਹੋ ਸਕਦਾ ਹੈ, ਉਹਦੇ ਤੇ ਸ਼ੈਤਾਨ ਗਾਲਬ ਆ ਜਾਏਗਾ ਔਰ ਉਹ ਗਲਤ ਕੰਮ ਕਰੇਗਾ। ਇਸ ਚੀਜ਼ ਨੂੰ ਕਿਸੇ ਇਲਾਕੇ ਨਾਲ, ਕਿਸੇ ਮਜ਼ਹਬ ਨਾਲ, ਕਿਸੇ ਗਰੋਹ ਨਾਲ ਮਿਲਾਣਾ ਮੈਂ ਸਮਝਦਾ ਕਿ ਜ਼ਿਆਦਤੀ ਹੈ, ਇੰਤਹਾਈ ਘਟੀਆ ਔਰ ਇੰਤਹਾਈ ਗਲੀਜ਼ ਕੰਮ ਹੈ। ਲੇਕਿਨ ਇਹ ਸਾਰੀ ਦੁਨੀਆ ਦੇ ਵਿੱਚ ਤੁਸੀਂ ਇੱਥੇ ਚੈੱਕ ਕਰ ਲਓ, ਜਿੱਥੇ ਮੈਂ ਜਿਸ ਏਰੀਆ 'ਚ ਰਹਿਣਾ ਇੱਥੇ SOS ਆਉਂਦੇ ਨੇ ਕਿ ਇੱਥੇ ਸੈਕਸ ਅਫੈਂਡਰ ਹੈ ਇਸ ਗਲੀ 'ਚ ਰਹਿੰਦਾ। ਇੱਥੇ ਬੜੇ ਅੱਛੇ ਤਰੀਕੇਕਾਰ ਨੇ ਕੋਈ ਤੁਹਾਨੂੰ ਦੱਸਦੇ ਨੇ ਕਿ ਇਸ ਗਲੀ 'ਚ ਤੁਸੀਂ ਜਾ ਰਹੇ ਹੋ, ਇੱਥੇ ਆਪਣਾ ਬੱਚਾ ਬਾਹਰ ਨਾ ਛੱਡੋ, ਇੱਥੇ ਸੈਕਸ ਅਫੈਂਡਰ ਮੌਜੂਦ ਹੈ। ਠੀਕ ਹੈ ਜੀ, ਸੋ ਉਹ ਤੁਸੀਂ ਬੜਾ ਆਰਾਮ ਨਾਲ ਇੱਥੇ ਚੈੱਕ ਕਰ ਲੈਂਦੇ ਹੋ। ਤੁਹਾਨੂੰ FBI ਜਿਹੜੀ ਪੂਰੀ ਮਾਲੂਮਾਤ ਸਾਰੀਆਂ ਪਹੁੰਚਾਉਂਦੀ ਹੈ ਕਿ ਇੱਥੇ ਕਿਸ ਕਿਸਮ ਦੇ ਬੰਦੇ ਰਹਿ ਰਹੇ ਨੇ ਤੇ ਕੌਣ ਕੌਣ ਹੈਗਾ। ਇਹਨੂੰ ਮਾਨੇ तो मेरा ख्याल है थोड़ा जा बबल तो बाहर आके गल कर ली और मैंने हैसल कौम सारी गल कर ली। आपकी मनता की कोई समझ तो नहीं आई, मुझे तो कोई समझ नहीं आई यकीन कर। इस तरह तो फिर बल्गारिया में चले जाओ, फिर रूस में चले जाओ, फिर चीन में चले जाओ। भाई पहले अपने घर को तो साफ करो। घर साफ नहीं है, घर गंदा है, बाहर की बातें करते हो। हाँ, ये बात मैं भी करने लगी थी। भाई देखें, हम पाकिस्तान के हैं और पाकिस्तान जो है वो एक मुस्लिम कंट्री है। अगर आप अमेरिका की बात करते हैं तो अमेरिका तो काफिर मुल्क है आपकी नज़र में। काफिर तो जो मर्जी करे जाना, उन्होंने चला था पता ही नहीं। भाई जैसे राणा भाई ने बात की है कि अपने हमें, मैं पाकिस्तान से हूँ, मुझे दुख होता है, उसमें मेरे बच्चे हों या ना हो, इंसान है, उसमें मुसलमान बच्चा हो, क्रिश्चियन हो, हिंदू हो, सरदार हो। मुझे तो अपने घर की सफाई करनी, ना कि मैं अमेरिका में जाके ढा दा कि हाँ अमेरिका में ढा देना। अमेरिका में क्या हो रहा है भाई? अमेरिका में अगर हो रहा है तो वहाँ पे कानून भी है, वो पकड़े जाते हैं और उनको सजा मिलती है। तो अगर बैठे क्यों नहीं ना कोई भी बाजी लगे और उनको सजा मिलती है, इक्का दुक्का होगा। लेकिन अब मुझे तो, मैं खैर पता नहीं आपका इतना पत्थर दिल है यार, क्या आप लोग एहसास ही नहीं है कि उधर बच्चा आए दिन ये ऐसा होता है। मैं तो, मेरी तो दिल रोता है कि क्यों ऐसा हो रहा है। वो इंसान है, उनको जीने का हक है। आप अपने खुद ही नस्ल कशी कर रहे हैं भाई। ऐसे इसको अगर आप नहीं रोक सकते तो इसका मतलब है आप साथ हैं, तो होने दो भाई। एक सवाल का जवाब कोई देते टेंशन नहीं। हैं। आपने खबर इतनी पढ़ी है कि किसी बच्चे के साथ ज्यादती हुई है, कि ये भी पढ़ा है कि उस बंदे को मार दिया, गोली मार दी है। मारने से क्या होगा? मेरी बहन बता तो दें, इतना बता दें कि आपने खबर इतनी पढ़ी है कि सिर्फ ज्यादती हो गई है, कि ये भी पढ़ा है कि उसी दिन बंदा ढूंढ के उसको मार दिया, ये पता चला है? ओके, ठीक हो गया। एक मिनट, मुझे पता चला, ठीक है। अगर उसको बेहतरीन खबर ही पता करनी थी कि पूरी खबर आपको मिल गई है कि किसी बंदे ने कोई घटिया काम किया है, उसको विदिन 1 डे उन्होंने भड़का दिया है, मार दिया है। तो आपको शायद ये खबर आ गई है, तो अच्छी बात है। चले आगे आप बात करें। अच्छा, तो ये कोई कानून बना है कि नेक्स्ट ऐसा ना हो? एक बंदे को भड़का दिया तो उससे क्या होगा? वो तो उसका जो माँ बाप तो नहीं है मेरा ख्याल। आप खबरें मेरा ख्याल अपनी मर्जी से देखती हैं। भाई बात CCD वाले हर जगह पे बंदा पकड़ रहे हैं, मार रहे हैं। पता नहीं कितने बंदे उन्होंने मार दिए हैं, और कुछ बेगुनाह भी बीच में मार दिए। अभी ऑस्ट्रेलिया का एक वाकया आ गया था, कोई बेगुनाह भी भड़का दिए हैं। वो तो मार रहे हैं धुंध बंदे ताकि लोग डर जाए और ऐसे काम से बाहर जाए। नहीं, वो मारने से क्या होगा? अगर कानून सख्त होंगे ना, यहाँ पे आपने खुद ही बताया जी, अमेरिका में, यहाँ भी आप रहते हैं, UK में रहते हैं, तो वो पुलिस आपको बताती कि इधर आपने बच्चों को ना भेजे। यहाँ तक कि आप समंदर में चले जाए, समंदर के किनारे उन्होंने एक बाड़ लगाई होती है। अगर जंगल में चले जाए, जंगल में भी उन्होंने एक बाड़ लगाई है, भाई यहाँ से आप आगे नहीं जा सकते, खतरा है। तो वो एक कानून है ना। तो पाकिस्तान में अगर ये एक बंदे को मार दिया है तो क्या दूसरों को क्या खबर होगी? भाई कानून ऐसा सख्त बनाए, एक बाड़ लगाएं कि भाई इससे अगर आप आगे जाओगे तो फिर आपके लिए खतरा है। तो एक बंदे को मार देना, वो तो उसके माँ बाप तो शोर कर रहे हो, कहते हैं हमने तो नहीं देखा, किसी को मार दिया, हमारी आंखों के सामने मारो। जो 4 बंदे दूसरे थे उनको क्यों नहीं मारा?
तो कानून क्यों नहीं बन रहा? कानून क्यों नहीं? मौलवी साहब क्यों नहीं आगे सामने आ रहे? मौलाना साहब क्यों नहीं आगे सामने आ रहे जो दीन के कानून वो बना था ना सेक्स एजुकेशन पढ़ाने का, वहाँ पर बात हुई थी, तो ये मौलवी सबसे आगे थे कि ये निसाब में नहीं होना चाहिए, क्योंकि जब हिफाजत का के तरीक़ाकार क्या है, बच्चों को एजुकेशन दी जाए, उसके फिर ये जो लोग हैं खिलाफ हो जाते हैं। फिर ना साहब को आगे उठना चाहिए, उनको कहे कि भाई हमारे भाई हम ये नहीं कह रहे कि इसमें किसी का कसूर है, कंडेम करना चाहिए। मुझे विक्टर बहन मेरी बात सुन लें, आपकी बात से ये बात समझ आई है कि अगर कानून बन जाएगा तो बंदे खुद बहुत रुक जाएंगे। कोई कानून सख्त बना दे, बंदा मारने से कुछ नहीं होगा, कानून बनाना पड़ेगा, ये आप कह रही हैं? जी जनाब, आप इधर किधर यूके में रहते हैं, अमेरिका में रहते हो, कानून सख्त है ना, तो हर बंदा मेरी बहन मैं ये पूछने लगा हूँ ना कि कानून बना देंगे तो बंदे काम इस बात से रुक जाएंगे। जाहिर है लोग डरेंगे, अगर कानून बनेगा तो डरेंगे क्यों नहीं? बेहतरीन हो गया, आपने ये समझा दिया है कि अगर कानून सख्त बन जाए तो फिर काम जो है वो नहीं होता। ये मेरे इल्म में नहीं था, क्योंकि मैंने थोड़ा शाह साहब ਤੁਹਾਡੇ ਤੋਂ ਦੂਜਾ ਮੋਬਾਈਲ ਹੈ? मैं अली वाला भाई मैं सिर्फ जानना चाह रहा कि कानून मैं बात करना चाहता हूँ। मैं सिर्फ इन्ना चेक कर लो कि पीपीसी सेक्शन 376 ਜਿਹੜਾ ਹੈ ਨਾ ਉਹ अली वाला भाई, ਪਾਕਿस्ताਨ ਦੇ ਕਾਨੂੰਨ अली वाला, मैं शाह साहब से बात करना चाहता हूँ। शाह साहब असल में ना बात समझ नहीं रहे, थोड़े से स्लो है समझने में ना मेरी तरह। बात ये है कि पाकिस्तान में अगर कोई गलत काम होता है तो सबसे पहला जो है उसका कसूरवार मौलवी साहब है। आप बात समझ नहीं रहे? तो समझ गया, ठीक है ना, आप सुन लीजिएगा, सुन लीजिएगा। तो पहले समझ गया था, इसलिए पूछा। कसूरवार वो इसलिए हैं कि वो कानून नहीं बनाता, उसको हम वोट देते हैं, वो हुकूमत में आ जाता है और वो कानून नहीं बनाता और सख्ती भी नहीं करता। ठीक, इस वजह से सारा कसूर उसी का है। देखो ना, कितनी मरतबा हमने मौलवी साहब को वज़ीर आज़म बनाया, कितनी मरतबा असम्बली में भेजा, ठीक, कितनी मरतबा मेजॉरिटी दी, 1/3 मेजॉरिटी दी उसको, और फिर भी कानून नहीं बना रहा, क्योंकि कसूर तो मौलवी साहब का है सारा। आप समझ नहीं रहे ये बात। जज़ाकल्लाह। मैं समझ रहा हूँ आपकी बात, बिल्कुल आप समझ रहे हैं, सही। हम सारे समझ रहे हैं आपकी बात। देखिए सारे देखा, मेरी बहन ने भी कह दिया, वो भी समझ रही है। वो कहते हैं सारे समझ रहे हैं, सारे बाबा जी ने फरमाया सी कि पीड़ा होर तो फकी। हाँ जी, पक्कियां और दे रहे हो, कोई गल नहीं असली। अच्छा सईद भाई देखें, अब ऐसा नहीं है कि हम बाहर आ गए या आप अपने बच्चों को लेके, क्या आपके दिल में सांस नहीं होता कि किसी के बच्चे के साथ, अगर देखें वो जैनब बच्ची, मुझे लगता है 10 साल हो गए हैं या पता नहीं, याद नहीं मुझे, जैनब बच्ची के बारे जब हुआ था उस वक़्त ही कोई उसको सही से अच्छा सा कानून बना देती गवर्नमेंट, तो वो फिर ना जाने कितने बच्चों की जाने अब तक गई हैं। अभी तो कुछ तो रिकॉर्ड पे आती हैं, कुछ आते ही नहीं है, जो बिल्कुल कोई लोग बताते भी नहीं है या मीडिया वहाँ नहीं जाता। तो जो सामने केस आते हैं उनका क्या हुआ है? किसी को सजा मिली है, किसी को कुछ भी नहीं। जी जी बाजी, आपने जैनब केस में वो देखा था? अली वाला साहब एक मिनट देना यार, अली वाला साहब एक मिनट देना, मैंने बाजी ਨਾਲ ਮੇਰੀ ਗੱਲ ਹੋ ਰਹੀ, ਮੈਨੂੰ ਗੱਲ ਕਰ ਲੈਣ ਦਿਓ, ਕਾਲੇ ਨਾ ਪੈ ਜਾਓ। ਬਾਜੀ ਹੁਣ ਤੁਸੀਂ ਕੋਈ ਆਪਣੀ ਅਮੈਂਡਮੈਂਟ ਕੀਤੀ ਹੈ ਕਿ ਗਵਰਨਮੈਂਟ ਕਾਨੂੰਨ ਬਣਾਏ ਜਾਂ ਮੌਲਵੀ ਬਣਾਉਣ? ਤੁਸੀਂ ਕੀ ਚਾਹੁੰਦੇ ਹੋ, ਕੌਣ ਬਣਾਏ? ਤੁਸੀਂ ਕਹਿ ਕੇ ਗਵਰਨਮੈਂਟ ਬਣਾ ਦੇ, ਪਹਿਲੇ ਤੁਸੀਂ ਚਾਹ ਰਹੇ ਸੋ ਮੌਲਵੀ ਕੌਣ ਇਹਨਾਂ ਦਾ, ਤੁਸੀਂ ਕਿਹਦੇ ਕੋਲੋਂ ਚਾਹੁੰਦੇ ਹੋ? ਨਹੀਂ ਨਹੀਂ, ਮੈਂ ਨਹੀਂ ਕਿਹਾ ਮੌਲਵੀ ਕਿੱਥੇ ਬਣਾਉਂਦੇ, ਘਟਾ ਤੇ ਸਵਾ ਬਣਾਉਂਦੇ ਨੇ। ਮੌਲਵੀ ਨਾ ਬਣਾਉਣ ਤੇ ਗਵਰਨਮੈਂਟ ਬਣਾ ਦੇ, ਇਹ ਚਾਹ ਰਹੇ ਹੋ ਤੁਸੀਂ ਹੁਣ? मैं तो नहीं चाह रही, उधर कौन काम करता है, कानून कौन बनाता है? आप बनाते हो कानून साज असम्बली बाजी बनाते, कानून साज फिर किन्नू किन्नू कानून च आना चाहिए। हाँ बस वो मैं कह रहा ना, और ਤੁਸੀਂ ਬਿਹਤਰ ਗੱਲ ਸੁਣੋ ਸਹੀਦ ਨਹੀਂ, ਮੇਰਾ ਖਿਆਲ ਹੈ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਹੈ ਕਿ ਇਹ ਜਿਹੜੇ ਹਕੂਮਤ ਵਾਲੇ ਬੰਦੇ ਨੇ, ਇਹਨਾਂ ਨੂੰ ਬੰਦੇ ਦਾ ਪੁੱਤਰ ਬਣ ਕੇ ਕੋਈ ਅੱਛਾ ਕਾਨੂੰਨ ਬਣਾਉਣਾ ਚਾਹੀਦਾ। ਮੈਂ ਤੁਹਾਡੇ ਨਾਲ 100% ਮੁਤਫਿਕ ਹਾਂ, ਲੇਕਿਨ ਮੇਰੀ ਭੈਣ ਮਸਲਾ ਕਾਨੂੰਨ ਬਣਾਉਣ ਦਾ ਨਹੀਂ ਹੈਗਾ। ਇੱਥੇ ਸਾਰੀ ਦੁਨੀਆ 'ਚ ਕਾਨੂੰਨ ਬਣੇ ਨੇ, यूरोप, अमरीका, अफ्रीका, ये सारे एडवांस मतलब ने। ਇਹਨਾਂ ਨੂੰ ਰਹਿਣ ਦਿਓ ਨਾ, ਅਫਰੀਕਾ 'ਚ ਫਿਰ ਕਿਹਨਾਂ ਨੂੰ ਰਹਿਣ ਦਿਓ। ਤੁਸੀਂ ਆਪਣੇ ਘਰ ਦੀ ਗੱਲ ਕਰੋ ਭਰਾ, ਆਪਣੇ ਘਰ ਨੂੰ ਪਹਿਲਾਂ ਸਫਾਈ ਕਰਨੀ ਹੈ ਨਾ, ਦੂਸਰੇ ਦੇ ਘਰ ਜਾ ਕੇ ਮੈਂ ਤੇਰੇ ਘਰ ਦੀ ਸਫਾਈ ਕਰਦਾ। ਪਹਿਲਾਂ ਆਪਣੇ ਘਰ ਦੀ ਸਫਾਈ ਕਰੀਏ ਸਾਰੇ ਰਲ ਕੇ, ਕਿਉਂਕਿ ਪਾਕਿਸਤਾਨ 'ਚ ਤੇ ਗੰਦ ਮਚਿਆ। ਮੈਂ ਪਾਕਿਸਤਾਨ ਦੇ ਖਿਲਾਫ ਨਹੀਂ ਹਾਂ, ਸਾਡਾ ਮੁਲਕ ਹੈ, ਮੇਰਾ ਦਿਲ ਰੋਂਦਾ ਹੈ।
ਸਾਡੇ ਉੱਥੇ ਬੱਚੇ ਨੇ, ਸਾਡੇ ਲੋਕ ਉੱਥੇ ਰਹਿੰਦੇ ਨੇ, ਮਸੀਹ ਲੋਕ। ਇਹ ਨਹੀਂ ਕਿ ਅਸੀਂ ਆ ਗਏ ਆ, ਸਾਡੇ ਬੱਚੇ ਇੱਥੇ ਆ ਗਏ ਨੇ ਤੇ ਚਲੋ ਮਰਦੇ ਨੇ ਤਾਂ ਮਰ ਜਾਣਾ, ਐਸਾ ਨਹੀਂ ਹੈ। ਇਨਸਾਨੀਅਤ ਸਾਡੇ ਅੰਦਰ ਹੋਣੀ ਚਾਹੀਦੀ ਹੈ, ਅਹਿਸਾਸ ਹੋਣਾ ਚਾਹੀਦਾ ਹੈ ਕਿ ਬਈ ਕਿਉਂ ਜ਼ਿਆਦਤੀ ਹੋਏ ਕਿਸੇ ਨਾਲ, ਉਹ ਕ੍ਰਿਸਚਨ ਹੋਏ, ਮੁਸਲਮਾਨ ਹੋਏ, ਹਿੰਦੂ ਹੋਏ, ਉਹ ਇਨਸਾਨ। ਬਾਜੀ ਤੁਸੀਂ ਯਕਤਰਫਾ ਜਿਹੜੀਆਂ ਚੀਜ਼ਾਂ ਨੇ ਉਹ ਪੇਸ਼ ਕਰ ਰਹੇ ਹੋ। ਜ਼ੈਨਬ ਕੇਸ ਵਿੱਚ ਵੀ ਜਿਹੜਾ ਹੈ ਉਹਨੂੰ ਸਜ਼ਾਏ ਮੌਤ ਹੋਈ। ਇਹ ਜਿਹੜਾ ਸਰਗੋਦੀ ਵਾਲਾ ਕੇਸ ਹੋਇਆ ਉਹਨੂੰ ਉਸੇ ਦਿਹਾੜੇ ਫੜ ਕੇ ਉਹਨੂੰ ਮਾਰ ਦਿੱਤਾ ਹੈ। ਪਾਕਿਸਤਾਨ ਦੇ ਵਿੱਚ ਕਾਨੂੰਨ ਹੈ PPC ਸੈਕਸ਼ਨ 376 ਖੋਲ ਕੇ ਚੈੱਕ ਕਰ ਲਓ। ਜਿਹੜਾ ਗੁਨਾਹ ਬਿਲ ਜਬਰ ਕਰਦਾ ਉਹਦੀ ਜਿਹੜੀ ਹੈ ਸਜ਼ਾਏ ਮੌਤ ਜਾਂ ਉਮਰ ਕੈਦ ਸਜ਼ਾ ਹੈ। ਤੁਸੀਂ ਇਹ ਚੀਜ਼ਾਂ ਵੇਖੀਆਂ ਹੀ ਨਹੀਂ, ਤੁਸੀਂ ਬਸ ਜਿਹੜਾ ਉਹ ਬਸ ਇੱਕ ਸਾਈਡ ਤੇ ਖਬਰ ਆਈ, ਰੌਲਾ ਪਿਆ, 2 ਦਿਹਾੜੇ ਪਾ ਕੇ ਤੁਸੀਂ ਕਹਿ ਦਿੱਤਾ ਜੀ ਹੋ ਗਿਆ, ਸਾਰੀ सजा हुई है। ਤੁਸੀਂ ਉਹ केस पेश करो जी। मुझे एक सेकंड दीजिएगा, आप किस मुल्क में रहते हैं अली वाला भाई इस वक्त? मैं अभी जर्मनी में रहता हूँ। जर्मनी में रहते हैं जी। चलो US की बात कर लेते हैं, ठीक, या कनाडा की बात कर लेते हैं। कोई मुजरिम जो इस किस्म की हरकत करे जिसका इजहार अभी हमारी बहन ने किया है अमेरिका में या कनाडा में, आपको ये पता है कि आप उसको टच भी नहीं कर सकते पुलिस की मर्जी के बगैर? मारना तो दूर की, एक सेकंड में कानून की सख्ती की बात कर रहा हूँ ना, कानून बनाने की बात कर रहा हूँ। वो मुजरिम आपके सामने है, उसने जुर्म किया, ठीक, आप उसको अपनी मर्जी से कमरे में बंद भी नहीं कर सकते। पुलिस आपसे पूछेगी कि आपने इनको बंद क्यों किया, ये कानून है। कौन सी सख्ती कानून की बात हो रही? बात यह है कि कानून तो पाकिस्तान में उससे ज़्यादा सख्त है, बहुत सख्त है बल्कि, लेकिन चूंकि ज़ाहिरी बात है 25-30 करोड़ की आबादी है तो उसमें इस किस्म की चीज़ें होती है और नहीं होनी चाहिए, गलत है, ठीक है। लेकिन अगर कानून की कंपैरिजन करें तो पाकिस्तान का कानून इस मामले में बहुत सख्त है। मैं इस पर बात करता हूँ किसी। अच्छा जी, कानून सख्त है लेकिन कहीं नज़र तो आ नहीं रहा भाई। लोग उधर पिट रहे हैं, रो रहे हैं, आए दिन कोई ना कोई कानूनी काम होते हैं, वहाँ तो कोई इंसाफ दिया नहीं जा रहा, कुछ भी नहीं। यहाँ पे बात यह है, जी जो स्टेट है ना उसके अंदर कोई निज़ाम मौजूद है, या तो लोगों ने मिलकर हुकूमत बनाई है या किसी ख़ानदान ने खुद हुकूमत हासिल कर ली है, बादशाहत है। वो इस इलाके के लिए ट्रैफिक के कानून भी बनाते हैं, दूसरे चोरी के भी बनाते हैं, कत्ल गारत के भी बनाते हैं। तो जो कानून बनाए हैं उसके मुताबिक उनकी मशीनरी वहाँ पे काम करती है। हम अनेबल हैं, हम कोई हैसियत नहीं रखते कि उसमें कोई चीज़ ऐड करें या कमी करें। हमारे पास ना कोई इस्तेकाक है, ना हम कोई मुकर्रर हैं, ना मुहर्रर हैं, ना किताबें लिखने वाले हैं। हम ज़्यादा से ज़्यादा इतना कर सकते हैं, अगर पता लगे कि फ़लाँ बच्चे को कत्ल कर दिया है, किसी को मौत के घाट, तो हम अफसोस करते हैं कि काश कैसे ना होता जिस किसी ने किया, उसने बड़ा जुल्म और सफ़ा की। बाकी उसको कैसे एड्रेस करना है ये उस मुल्क के लोग जाने। पॉल भाई आ जाए, पॉल भाई ये नीचे घूम रहे हैं, इनको ले ले कॉल पे करवाना चाहते हैं। सॉरी जी, बात कर हुसैनी साहब ਉਹ ਗੱਲ ਨਹੀਂ ਹੈ, ਹਰ ਮੁਲਕ ਦੇ ਆਪਣੇ ਆਪਣੇ ਕਾਨੂੰਨ ਨੇ ਜੀ ਹਰ ਮੁਲਕ, ਕਿਉਂਕਿ ਤੁਸੀਂ ਇਹ ਵਾਜ਼ਿਆ ਕਰ ਦਿੱਤਾ ਹੈ ਕਿ ਜਿੱਦਾਂ ਦੀ ਬਾਤ ਜਿੱਥੇ ਕੋਈ ਬਾਦਸ਼ਾਹਤ ਹੈ, ਕਿਸੇ ਨੂੰ ਬਾਦਸ਼ਾਹ ਦਾ ਨਾਂ ਦਿੱਤੇ ਹੈ, ਕਿਸੇ ਨੂੰ ਜਮਹੂਰੀਅਤ ਦਾ ਦਿੱਤੇ ਹੈ, ਕਿਸੇ ਨੂੰ ਡਿਕਟੇਟਰਸ਼ਿਪ ਦਾ ਦਿੱਤੇ ਹੈ, ਵੱਖਰੇ ਨਾਂ ਦਿੱਤੇ ਨੇ। ਕਾਨੂੰਨ ਉੱਥੇ ਮੌਜੂਦ ਨੇ, ਹਰ ਦੁਨੀਆ ਦੇ ਵਿੱਚ ਚੰਗੇ ਵੀ ਲੋਕ ਹੁੰਦੇ ਨੇ, ਭੈੜੇ ਵੀ ਹੁੰਦੇ ਨੇ। ਹੁਣ ਜਰਮਨ ਦੇ ਵਿੱਚ ਕੀ ਕਹਿੰਦੇ ਨੇ ਵਾਕਿਆ ਹੋਇਆ ਪਿੱਛੇ ਜੇ ਕਿ ਜਰਮਨ ਜਿਹੜਾ ਦੋਸਤ ਆ ਉਹ ਲੜਕੀ ਨੂੰ ਲੈ ਕੇ ਗਏ ਨੇ ਤੇ ਉਹਨਾਂ ਜਿਹੜਾ ਉਹਨੂੰ ਕੀ ਕਹਿੰਦੇ ਟੁੱਕ ਕੇ ਤੇ ਵੱਢ ਕੇ ਸੱਟ ਛੜਿਆ। ਤੇ ਇੱਥੇ ਇਹਦੇ ਬਾਰੇ ਨਹੀਂ ਗੱਲ ਕੀਤੀ ਗਈ ਕਿ ਉਹਦਾ ਕਿਉਂ ਹੋਇਆ। ਪਾਕਿਸਤਾਨ ਦੇ ਵਿੱਚ ਤੇ ਜਿਨ੍ਹਾਂ ਨੇ ਕੀਤਾ ਸਰਗੋਦ ਦਾ ਜਿਹੜਾ ਵਾਕਿਆ ਹੋਇਆ ਉਹਨੂੰ ਉਸੇ ਜਿਹੜੇ ਫੜ ਕੇ ਪੁਲਿਸ ਵਾਲੇ ਮਾਰ ਛੜਿਆ। ਕੋਈ ਕੇਸ ਦੱਸੋਗੇ ਜਿਹਦੇ ਚ ਉਹਨਾਂ ਸਜ਼ਾ ਨਾ ਦਿੱਤੀ ਹੋਵੇ ਪੁਲਿਸ ਵਾਲਿਆਂ, ਫਿਰ ਤੇ ਤੁਸੀਂ ਪਾਕਿਸਤਾਨ ਨੂੰ ਆਖੋ ਜੀ ਉੱਥੇ ਕਾਨੂੰਨ ਨਹੀਂ ਹੈ, ਉੱਥੇ ਰੌਲਾ ਪੈ ਰਿਹਾ ਜੀ, ਬੰਦੇ ਇੰਜ ਹੋ ਰਿਹਾ ਜੀ, ਇਹ ਹੋ ਰਿਹਾ ਜੀ, ਉਹ ਹੋ ਰਿਹਾ। ਪਾਕਿਸਤਾਨ ਨੇ ਤੇ ਹਫ਼ਤਾ ਨਹੀਂ ਲਾਇਆ ਤੇ ਉਹਦੇ ਸਜ਼ਾ ਦੇ ਛੜੀ। ਉਹਦੇ ਬਾਰੇ ਤੁਹਾਨੂੰ ਜਿਹੜਾ ਉਹ ਦਰਦ ਹੋ ਰਿਹਾ ਅਮਰੀਕਾ 'ਚ ਬਹਿ ਕੇ, ਲੇਕਿਨ ਜੋ ਅਮਰੀਕਾ 'ਚ ਐਬਸੈਂਟ ਫਾਈਲ ਆਈਆਂ ਨੇ ਉਹਦੇ ਬਾਰੇ ਜਿਹੜਾ ਉਹ ਜ਼ਬਾਨ ਜਿਹੜੀ ਬੰਦ ਹੈ, ਉਹ ਜਿੱਥੇ ਰਹਿੰਦੇ ਹੋ ਪਿਆ ਉੱਥੇ ਜੇ ਘਰ ਦੀ ਸਫਾਈ ਕਰਨੀ ਤੇ ਜਿੱਥੇ ਰਹਿ ਰਹੇ ਹੋ, ਜਿਨ੍ਹਾਂ ਦੇ ਵਿੱਚ ਮੁਲਕਾਂ 'ਚ ਰਹਿ ਰਹੇ ਉਹਨਾਂ ਦੀ ਗੱਲ ਕਰੋ। ਜਿਸ ਮੁਲਕ 'ਚ ਰਹਿ ਹੀ ਨਹੀਂ ਰਹੇ, ਉੱਥੇ ਜਾ ਹੀ ਨਹੀਂ ਰਹੇ, ਉਹਦੀ ਗੱਲ ਤੁਸੀਂ ਕਿਉਂ ਕਰ ਰਹੇ ਹੋ? ਨਹੀਂ, ਮੇਰੀ ਗੱਲ ਸੁਣੋ ਭਾਈ, ਤੁਹਾਨੂੰ ਆਪਣਾ ਘਰ ਗੰਦਾ ਲੱਗਦਾ ਤੇ ਭਾਈ ਖਸਮਾਂ ਦਾ ਸਿਰ ਖਾਓ, ਤੁਹਾਡੇ ਬੱਚੇ ਨੇ ਜੋ
ਜਿਹੜੀ ਅਮਰੀਕਾ ਦੇ ਵਿੱਚ ਐਕਸ਼ਨ ਫਾਈਲ ਆਈਆਂ ਉਹਦੇ ਤੁਸੀਂ ਗੱਲ ਕੀਤੀ? ਨਹੀਂ ਨਹੀਂ ਤੁਸੀਂ ਕਰੀ ਜਾਓ ਨਹੀਂ ਐਕਸ਼ਨ ਫਾਈਲ ਜਿਹੜੀ ਆਈਆਂ ਨੇ ਅਮਰੀਕਾ ਚ ਉਹਦੇ ਤੇ ਗੱਲ ਕੀਤੀ ਜੇ? ਉਹ ਮੇਰੀ ਗੱਲ ਸੁਣੋ ਜੀ ਅਗਰ ਤੁਹਾਡੇ ਬਾਰੇ ਚ ਨੇ ਤੁਹਾਡੇ ਬੱਚੇ ਉਹ ਭਾਈ 1 ਮਿੰਟ ਗੱਲ ਕਰ ਕੀ ਹੋ ਗਿਆ ਤੁਹਾਨੂੰ ਮੇਰੀ ਗੱਲ ਸੁਣ ਲਓ ਨਾ ਪਹਿਲਾਂ 1 ਮਿੰਟ ਭਾਈ ਤੁਹਾਡੇ ਬਾਰੇ ਚ ਨੇ ਤੁਹਾਡੇ ਬੱਚੇ ਉਹ ਭਾਈ ਚਲੋ ਅਮਰੀਕਾ ਚ ਇਲੋਨ ਮਸਕ ਤੇ ਟਰੰਪ ਵਗੈਰਾ ਨੇ। ਅੱਛਾ ਤੁਹਾਡੀ ਗੱਲ ਖਤਮ ਹੋ ਗਈ ਅੱਛਾ ਮੇਰੀ ਗੱਲ ਸੁਣੋ ਤੇ ਜਾਓ ਫਿਰ ਉਹਨਾਂ ਨੂੰ ਅਮਰੀਕਾ ਜਾਓ ਫਿਰ ਡੋਨਾਲਡ ਟਰੰਪ ਨੂੰ ਜਾ ਕੇ ਕਹੋ ਹਾਂ ਅੱਛਾ 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 ਅਮਰੀਕਾ ਗਿਆ ਪਾਕਿਸਤਾਨ ਵੀ ਬੱਚਾ ਨਾ ਇੰਜ ਕਰੋ ਹਨਾ ਅੱਛਾ ਅੱਛਾ ਉਹ ਅਮਰੀਕਾ ਨਹੀਂ ਗੂਗਲ ਅੱਛਾ 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 ਚਲੋ ठीक है 1 मिनट मैं गल कर वाह क्या ਭਾਈ ਇਹਨੂੰ ਗੱਲ ਕਰਨ ਦੋ ਮੈਂ ਚੁੱਪ ਰਹਿੰਦੀ ਆ ਕਰੋ ਭਾਈ ਅਮਰੀਕਾ ਨੂੰ ਹਟਾ ਲਓ ਜਾ ਕੇ ਮੈਨੂੰ ਮੌਕਾ ਦੇ ਦਿਓ ਅਬੂ ਬਕਰ ਭਾਈ ਮੈਂ ਗੱਲ ਮੌਕਾ ਦਿਓ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਤਾਂ ਨਹੀਂ ਬੋਲਦੇ ਅਮਰੀਕਾ ਬੈਠੇ ਨੇ ਤਾਂ ਨਹੀਂ ਇਹ ਗੱਲ ਕਰ ਸਕਦੇ ਤੇ ਤੁਸੀਂ ਵੇਖਾਂ ਪਾਕਿਸਤਾਨ ਬੈਠੇ ਅਲੀ ਵਾਲਾ ਸਾਹਿਬ ਨੇ ਮੈਂ ਵੀ ਆ ਤੇ ਅਸੀਂ ਵੇਖਾਂ ਕਿੰਨੀਆਂ ਗੱਲ ਕਰਨੇ ਅਮਰੀਕਾ ਦੇ ਖਿਲਾਫ ਕਿਉਂਕਿ ਅਸੀਂ ਪਾਕਿਸਤਾਨ ਬੈਠੇ ਆ ਤੁਸੀਂ ਕਿੱਥੇ ਹੁੰਦੇ ਹੋ ਅਬੂ ਬਕਰ ਸਾਹਿਬ ਪਾਕਿਸਤਾਨ ਹੀ ਹੁੰਦੇ ਹੋ ਕਿਉਂਕਿ ਗੋਰੇ ਗਲਤ ਕੰਮ ਕਰ ਰਹੇ ਨੇ ਨਹੀਂ ਹੁਣ ਕਿੱਥੇ ਹੋ ਹੁਣ ਕਿੱਥੇ ਹੁੰਦੇ ਅੱਛਾ ਦੁਬਈ ਬੈਠੋ ਤੁਸੀਂ ਗੱਲ ਕਰ ਸਕਦੇ ਹੋ ਜੀ ਕਰਿਆ ਕਰੋ ਰੋਜ਼ ਕਰਿਆ ਕਰੋ ਇਹ ਦੁਬਈ 'ਚ ਜੋ ਜ਼ੁਲਮ ਹੋ ਰਿਹਾ ਕਫੀਲ ਸਿਸਟਮ ਇਹ ਤੇ ਗੱਲ ਕਰਦੇ ਹੋ ਇਹ ਜਿਹੜਾ ਵੀ ਐਵੇਂ ਹਵਾਈ ਫਾਇਰਿੰਗ ਕਰ ਰਹੇ ਨੇ ਕਫੀਲ ਸਿਸਟਮ ਤੇ ਗੱਲ ਕਰਦੇ ਹੋ ਜੋ ਜ਼ੁਲਮ ਹੁੰਦਾ ਪਿਆ ਕਫੀਲ ਸਿਸਟਮ ਦੇ ਵਿੱਚ ਫਿਲਮ ਵੀ ਇੱਕ ਬਣੀ ਉਹਨੂੰ ਆਸਕਰ ਅਵਾਰਡ ਮਿਲਿਆ ਤੁਸੀਂ ਦੇਖਿਓ ਫਿਲਮ ਤੁਸੀਂ ਆਪਣਾ ਕਾਲਾ ਬਾਦਸ਼ਾਹ ਗਏ ਹੋ ਨਾ ਤੇ ਕਿ ਕਾਲਾ ਬਾਦਸ਼ਾਹ ਜਰਮਨ 'ਚ ਹੁੰਦਾ ਵੇ ਜੀ ਜੀ ਇਹ ਉਸਤਾਦੇ ਮੁਹਤਰਮ ਤੁਸੀਂ ਮੌਜੂਦ ਹੋ ਉਸਤਾਦੇ ਮੁਹਤਰਮ ਤੇ ਅਨੇਬਲ ਸੈयद ਸਾਹਿਬ ਵੀ ਤੇ ਬੈਠੇ ਨੇ ਸੈयद ਸਾਹਿਬ ਦੁਬਈ ਦੇ ਵਿੱਚ ਸਿਸਟਮ ਨਹੀਂ ਹੈ ਪਾਕਿਸਤਾਨ ਹੁੰਦੇ ਹੋ ਮੁਨਾਫਿਕ ਵੀ ਪਾਕਿਸਤਾਨ ਹੁੰਦੇ ਹੋ ਸਰ 1 ਮਿੰਟ ਨਾ ਬਿਜ਼ਨਸ ਨੂੰ ਛੱਡੋ ਨਾ ਇੱਕ ਵਰਕਰ ਦੀ ਗੱਲ ਹੋਈ ਨਹੀਂ ਹੈਗਾ ਮੈਂ ਮੇਰੇ ਇਲਮ ਚ ਨਹੀਂ ਹੈਗਾ ਕਿ ਦੁਬਈ ਚ ਕਫੀਲ ਸਿਸਟਮ ਹੈ ਕਿ ਨਹੀਂ ਮੇਰੇ ਇਲਮ ਚ ਨਹੀਂ ਭਾਈ ਜਾਨ ਹੋ ਸਕਦਾ ਅਬੂ ਬਕਰ ਸਾਹਿਬ ਨਹੀਂ ਹੈ ਸ਼ਾਇਦ ਨਹੀਂ ਹੈ ਖਤਮ ਹੋ ਗਿਆ ਇੱਕ ਫਿਲਮ ਬਣੀ ਹੈ ਪਿਛਲੇ ਦਿਨਾਂ 'ਚ ਉਹਨੂੰ ਆਸਕਰ ਅਵਾਰਡ ਮਿਲਿਆ ਇੰਡੀਆ ਨੇ ਬਣਾਈ ਸੀ ਇਹ ਸਾਰੇ ਕਫੀਲ ਸਿਸਟਮ ਹੀ ਹੈ ਹੁਣ ਕੋਈ ਮੁਸਲਮ ਸਾਊਦੀਆ ਦੇ ਇੱਕ ਹੀ ਚੀਜ਼ ਹੈ ਨਾ ਸਾਊਦੀਆ ਓਮਾਨ ਮਸਕਤ ਦੁਬਈ ਇਹ ਸਾਰਾ ਇੱਕ ਹੀ ਲਾਅ ਚੱਲਦਾ ਮੁਸਲਮ ਲਾਅ ਅੱਛਾ ਉਹ ਪਾਕਿਸਤਾਨ ਜਿਹੜੀ ਉਹ ਪਾਕਿਸਤਾਨ ਅਮਰੀਕਾ ਕਿੰਝ ਭੇਜਦਾ ਕਿਹਨੂੰ ਕਿਹਨੂੰ ਭੇਜਦਾ ਤੁਹਾਨੂੰ ਪਤਾ ਮੈਨੂੰ ਤਾਂ ਪਤਾ ਨਹੀਂ ਭਾਈ ਅੱਛਾ ਇਹ ਵਿਕਟਰ ਭਾਈ ਜਿਹੜੇ ਨੇ ਤੇ ਪਾਕਿਸਤਾਨ ਵਾਲੇ ਮੇਰੀ ਗੱਲ ਸੁਣ ਪਾਕਿਸਤਾਨ ਜਿਹੜੇ ਮੁਸਲਮਾਨ ਉਹਨਾਂ ਨੇ ਚੂੜੀਆਂ ਹੱਥਾਂ 'ਚ ਪਾਈਆਂ ਨੇ ਆਪਣੇ ਬੱਚਿਆਂ ਨੂੰ ਕੇਅਰ ਨਹੀਂ ਕਰ ਸਕਦੇ ਇਹ ਵਿਕਟਰ ਭਾਈ ਜਿਹੜੇ ਨੇ ਇਹ ਔਰਤ ਨੇ ਨਹੀਂ ਮੈਂ ਪੁੱਛ ਰਿਹਾ ਸਿਰਫ ਮੈਂ ਪੁੱਛ ਰਿਹਾ ਵਿਕਟਰ ਭਾਈ औरत ने मैं पाकिस्तान तो बोल रही अमेरिका मैं भी इधर बैठी हुई हूँ मैं भी आपसे बात करना चाह रही हूँ आप मेरे से बात करना चाहेंगी
चल तू पहला ना अपनी बात सही कर ले, खुसरा नहीं डॉक्टर साहब वो खातून ने डॉक्टर साहब औरत ही ने बात करती हूँ आप डॉक्टर साहब औरत ही ने ਉਹਨਾਂ ਨਾਲ ਅੱਛੇ ਤਰੀਕੇ ਨਾਲ ਗੱਲ ਕਰ ਲਓ ਇਸ ਤਰ੍ਹਾਂ ਨਾ ਕਰੋ ਡਾਕਟਰ ਸਾਹਿਬ ਉਸ ਤਰ੍ਹਾਂ ਨਾ ਕਰੋ ठहर जे मैं विक्टर 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 ਚਲੋ ਕਰੋ ਗੱਲ। अच्छा मेरी गल सुनो अबू बकर, ना रौला पान डिया भाई, गल ते सुन लै, सबर ठंडा पानी पी। अबू बकर नहीं भाई लेस्बियन, मेरी गल सुन, लेस्बियन, मेरी गल सुन, मैं आपसे पूछना चाह रही हूँ ये बात है लेस्बियन, मेरी गल सुन भाई, लेस्बियन किथों पढ़िया? अबू बकर भाई मैं पूछना चाह रही हूँ ये बाजी है कि बाजा है? अच्छा ਇਹ ਜਿਹੜੇ यूरोप अबू बकर, एक मिनट सिस्टर, एक मिनट नहीं भैन को सुन। अच्छा यार तो सारी नहीं लैन दिया भाई, स्पीकर ने चलाए हैं। अबू बकर भाई जी जो मर्जी करो ਤੁਸੀਂ ਦੋਹਾਂ ਦੇ ਚਾਰ ਮਾਰੋ मुनाफिक भाई आप ही बात सुने मेरी, ਉਹਨਾਂ ਦੀ ਮਰਜ਼ੀ, ਜੋ ਮਰਜ਼ੀ ਕੋ ਕਰਦਾ ਕਰਨ ਤੋਂ ਆਜ਼ਾਦੀ ਦਿਓ। अबू बकर भाई ਠੀਕ ਹੈ, ਜੁਰਮ ਕੀ ਇਹਦੇ ਚ? ਨਹੀਂ ਇਹਦੇ ਚ ਜੁਰਮ ਕੀ ਹੈ ਮੈਨੂੰ ਇਹ ਦੱਸੋ ਨਾ। ये बाजी है कि बाजा ਨਹੀਂ है? ਇਹਦੇ ਵਿੱਚ ਜੁਰਮ ਕੀ ਹੈ ਮੈਨੂੰ ਇਹ ਵੀ ਦੱਸ ਦਿਓ। ਇੱਕ ਕੁੜੀ ਨਾਲ ਕਰਦੀ ਏ, ਤੁਹਾਨੂੰ ਤੇ ਨਹੀਂ ਨੁਕਸਾਨ ਪਹੁੰਚਾਉਣ ਡਈ, ਕਿਸੇ ਰਜ਼ਾਮੰਦੀ ਨਾਲ ਕੰਮ ਹੋ ਰਿਹਾ ਨਾ। ਉੱਥੇ ਜ਼ੁਲਮ ਹੋ ਰਿਹਾ ਨਾ, ਛੋਟੀ ਬੱਚੀ ਨਾਲ ਜ਼ਬਰਦਸਤੀ ਹੋਇਆ ਨਾ, ਛੋਟੀ ਬੱਚੀ ਨਾਲ ਜ਼ਬਰਦਸਤੀ ਹੋਇਆ ਨਾ। ਨਹੀਂ ਕਿੱਥੇ ਹੋ ਰਿਹਾ ਇਟਲੀ ਦੇ ਵਿੱਚ? ਭਾਈ ਜਾਨ ਗੱਲ ਸੁਣੋ ਮੁਨਾਫਿਕ ਭਾਈ, अच्छा इटली ਮੁਨਾਫਿਕ ਸਾਹਿਬ ਹੁਣ ਸਾਰੇ ਅੱਧਾ ਘੰਟਾ ਨਿਊਜ਼ ਹੋ ਨਹੀਂ ਗਿਆ ਆ ਹੈ, ਰਹੀ, ਕਿਸੇ ਨਿਊਜ਼ ਨਹੀਂ ਆ ਰਹੀ ਅਬੂ ਬਕਰ ਭਾਈ, ਨਿਊਜ਼ ਨਹੀਂ ਆ ਰਹੀ। ਮੇਰੀ ਗੱਲ ਸੁਣੋ अबू बकर इटली रहिंदा है? हाँ जी नहीं, अबू बकर दुबई। रहते हैं। तो दुबई रहिंदा ते तेनू इटली? हाँ ले ते अबू बकर मेरी गल सुन, तेनू ना इटली ओ ना एनू ना इटली दा वीजा दवाओ। अच्छा ठीक है, एक मिनट, चलो ठीक है, एक मिनट। ਤੇ ਸਜ਼ਾ ਨਹੀਂ ਹੋਈ अबू बकर ਉੱਥੇ, सजा सुरे नहीं थले होई, साह ले, ਇਹ ਰੋਜ਼ ਦੇ सबर ਕੇਸ कर। ਨੇ। अच्छा गल सुन, ਨਹੀਂ ਨਾ ਹੁੰਦੀ, ਰੋਜ਼ ਦੇ अबू ਕੇਸ ਨੇ। बकर ਅੱਜ ਹੀ ਤੈਨੂੰ ਨਾ ਇਟਲੀ ਵਾਲੇ ਪੂਰੀ ਨਹੀਂ ਤੇ ਇਹ ਜਿਹੜੇ ਫੈਮਿਲੀ ਬੱਚਿਆਂ ਦੇ ਨਾਲ ਦੀ ਗੁੰਡ ਵੀਜ਼ਾ ਮਾਰਦੇ ਨੇ ਦੇਣਗੇ। ਮੌਲਵੀ, ਉਹ ਕਿੱਥੇ ਨੇ? ਉਹ ਮੌਲਵੀ ਹਾਂ ਕਿੱਥੇ ਇਟਲੀ ਨੇ? ਆ ਜਾਣਾ, ਉਹ ਤੇ ਇਟਲੀ ਅਗਲੇ ਦਿਨ ਆਣਾ ਛੁੱਟ ਫਿਰ। ਜਾਂਦੇ ਨੇ। ਹੈ ਮੇਰੀ ਵੱਜੀ ਹੈ ਨਾ ਮਸੀਤੇ ਮਾਰੀ, ਅੱਲਾ ਦੇ ਘਰ ਦੇ ਵਿੱਚ ਵੱਜੀ ਮੇਰੀ। ਅੱਲਾ ਵੀ ਉੱਥੇ ਚੁੱਪ ਕਰਕੇ ਬੈਠਾ ਰਿਹਾ। ਜੀ ਆਹੋ ਤੇ ਅੱਲਾ ਦੇ ਘਰ 'ਚ ਨਹੀਂ ਅੱਲਾ ਦੇ ਘਰ ਅੱਲਾ ਵੀ ਕੁਛ ਨਹੀਂ ਕਰ ਸਕਿਆ। ਉਹ ਅੱਲਾ ਵੀ ਗੁੰਡ ਮਰਾਨ ਗਿਆ ਸੀ, ਅੱਲਾ ਵੀ ਗੁੰਡ ਮਰਾਨ ਗਿਆ ਸੀ। ਮੈਂ ਜੋ ਕਹਿਣਾ, ਮੇਰੀ ਜਦੋਂ ਮੇਰੀ ਵੱਜ ਰਹੀ ਸੀ ਉਹ ਵੀ ਅੱਲਾ ਵੀ ਪਰਵਾਨ ਗਿਆ ਸੀ। ਨਹੀਂ ਅੱਲਾ ਵੀ ਕੁਛ ਨਾ ਕੀਤਾ, ਅੱਲਾ ਵੀ ਗੁੰਡ ਮਰਾਨ ਗਿਆ ਸੀ। ਉਹ ਵੀ ਗਿਆ ਸੀ, ਮੇਰੀ ਵੀ ਵੱਜ ਰਹੀ ਸੀ ਤੇ ਉਹ ਵੀ ਮਰਵਾਨ ਗਿਆ ਸੀ। ਕਰੋ ਗੱਲ ਹੁਣ। ਤੇ ਜਿਹਦੇ ਲਈ ਦੁਨੀਆ ਬਣੀ ਉਹ ਵੀ ਮਰਵਾਨ ਗਿਆ ਸੀ, ਉਹ ਮੇਰੀ ਹੈਲਪ ਨਹੀਂ ਕਰ ਸਕੇ। ਉਹ ਮੇਰੀ ਹੈਲਪ ਨਹੀਂ ਕਰ ਸਕੇ। ਲੈ ਹੁਣ ਪਰ ਨਾ ਇੱਧਰ ਆਓ, ਜਿਹੜੀ ਗੱਲ ਨਾਰਮਲ ਉਹ ਕਰੋ। ਹਾਂ ਅਬੂ ਬਕਰ ਛੁਰੀ ਥਲੇ ਸਾਹ ਹੀ ਨਹੀਂ ਰਹਿਣ ਡਿਆ, ਐਡਾ ਤਾਵਲਾ ਹੋਇਆ ਬੈਠਾ ਤੂੰ ਦੁਬਈ 'ਚ ਯੂਰਪ ਦੀਆਂ ਗੱਲਾਂ ਕਰਨ ਡਿਆ। ਇੱਥੇ ਤਾਂ ਕੋਈ ਨਿਊਜ਼ ਨਹੀਂ ਅਸੀਂ ਆਏ ਵੇਖੀ ਹੈ। ਦਿਮਾਗ ਖਰਾਬ ਇਸ ਬੰਦੇ ਦਾ। ਭਾਈ ਗਲਤ ਨੂੰ ਗਲਤ, ਪਤਾ ਨਹੀਂ ਕਿਉਂ ਸੱਚ ਕਿਉਂ ਨਹੀਂ ਬੋਲਦੇ, ਝੂਠ ਬੋਲੇ ਜਾਂਦੇ ਹੋ। ਅੱਛਾ ਇਹ ਅਬੂ ਬਕਰ ਅੱਜ ਤੈਨੂੰ ਨਾ ਇਟਲੀ ਤੋਂ ਵੀਜ਼ਾ ਭੇਜਿਆ ਜਾਣ ਡਿਆ, ਤੂੰ ਆਪਣੇ ਬੀਵੀ ਬੱਚਿਆਂ ਨੂੰ, ਕੁੜੀਆਂ ਜਵਾਨਾਂ ਨੂੰ ਲੈ ਕੇ ਤੇ ਇਟਲੀ ਪਹੁੰਚ ਛੇਤੀ। ਫਿਰ ਤੂੰ ਕਹਿਣਾ ਹਾਂ ਮੈਂ ਇਟਲੀ ਜਾਣਾ। ਵਹੀ ਇਟਲੀ ਦੀ ਜਾਨ ਵੀ ਨਹੀਂ ਛੱਡਦੇ ਤੁਸੀਂ। ਮੁਨਾਫਕ ਨੇ ਉਹ ਦੇਖੋ ਨਹੀਂ ਤੁਸੀਂ, ਨਿਊਜ਼ ਨਹੀਂ ਦੇਖੀ?
ਪਹਿਲੇ ਝੂਠ ਬੋਲਦੇ ਨੇ, 2 ਨੰਬਰੀ। ਉਹ ਪਾਕਿਸਤਾਨੀ ਬੰਦੇ ਨੇ, ਉਹ ਵਿਚਾਰੀ ਔਰਤ ਨੂੰ ਫਰਾਂਸ ਦੀ ਨੈਸ਼ਨਲ ਨੂੰ ਲੈ ਕੇ ਗਿਆ, ਉਹਦੇ ਨਾਲ ਪਿਆਰ ਦੀਆਂ ਪੀਂਘਾਂ ਪਾਈਆਂ ਨੇ, ਬੱਚੇ ਪੈਦਾ ਕੀਤੇ ਨੇ, ਤੈਨੂੰ 14 ਸਾਲ ਕੈਦ ਕੀਤੀ ਰੱਖਿਆ ਪਾਕਿਸਤਾਨ 'ਚ। ਪਹਿਲੇ ਇੱਥੇ ਦੱਸਦੇ ਨੇ ਕਿ ਅਸੀਂ ਬੜੇ ਮਜ਼ਹਬੀ ਹਾਂ, ਅਸੀਂ ਬੜੇ ਅੱਛੇ ਹਾਂ, ਅਸੀਂ ਸੈਕੂਲਰ ਹਾਂ। ਵਹਾਂਦੇ ਸੱਜੀ ਨੇ, ਮਾਰਦੇ ਖੱਬੀ ਨੇ। ਇਹਨਾਂ ਦੀ ਇਹੀ ਤਾਂ ਵੱਡੀ ਮੁਨਾਫਕਤ ਜਿਹਦੀ ਬਿਨਾਂ ਤੇ ਤੁਰੀ ਲਗੇ ਆਉਂਦੇ ਨੇ। ਕਹਿੰਦੇ ਕੁਛ ਨੇ, ਕਰਦੇ ਕੁਛ ਨੇ। ਕੋਈ ਵੀ ਮੁਸਲਮਾਨ ਹੋਏਗਾ, ਜਿੱਦਾਂ ਮਰਜ਼ੀ ਕਵੇ ਸੈਕੂਲਰ ਆ, ਮੈਂ ਜਾਂ ਅੰਦਰੋਂ ਗਲੀਜ਼ ਹੀ ਹੋਏਗਾ। ਇਹ ਵੇਖੋ ਨਾ ਗੱਲ ਕਿਹੜੀ ਹੋ ਰਹੀ ਹੈ ਤੇ ਕਿੱਥੇ ਗੱਲ ਚੁੱਕ ਕੇ ਲੈ ਗਿਆ। ਗੱਲ ਕਿੱਧਰ ਦੀ, ਅਸੀਂ ਸਾਫ ਦੀ ਗੱਲ ਕਰਨ ਡਿਆ ਭਾਈ। ਤੁਹਾਨੂੰ ਤੇਰੀ ਵੱਜੀ ਹੈ, ਤੇਰੀ ਵੱਜੀ ਹੈ। ਗੱਲ ਤੇ ਹੋਣ ਡਈ ਹੈ। ਨਿਊਜ਼ ਜਿਹੜੀਆਂ ਆਉਂਦੀਆਂ ਤੂੰ ਰੋਜ਼ ਨਹੀਂ ਸੁਣਦਾ। ਮੁਹੰਮਦ ਅਲੀ ਮਿਰਜ਼ਾ ਕਹਿੰਦਾ ਜਿਹੜੇ ਇਹਨਾਂ ਬਣਾਏ ਨੇ, ਇਹ ਮੈਂ ਉਹਨੂੰ ਜਾ ਕੇ ਅਸੀਂ ਕਹਿ ਜਿਹੜੇ ਇਹਨਾਂ ਮਦਰਸੇ ਬਣਾਏ ਨੇ ਉਹ ਅੱਡੇ ਨੇ ਜ਼ਨਾ। ਇਹ ਮੈਂ ਉਹਨੂੰ ਦੱਸਿਆ। ਆਏ ਦਿਨ ਨਿਊਜ਼ ਆਉਂਦੀ, ਉਹ ਗੱਲ ਮੇਰੇ ਤੇ ਲੈ ਆਏ ਦਿਨ ਨਿਊਜ਼ ਆਉਂਦੀ ਹੈ ਭਾਈ। ਉਹ ਆਏ ਦਿਨ ਨਿਊਜ਼ ਆਉਂਦੇ ਨੇ। ਛੋਟੇ ਛੋਟੇ ਉਹਨਾਂ ਨੇ ਅੱਡੇ ਬਣਾਏ ਨੇ ਬੱਚਿਆਂ ਨੂੰ ਲੈ ਕੇ, ਹਜ਼ਾਰ। ਉਹ ਸਾਰੀਆਂ ਨਿਊਜ਼ ਆ ਰਹੀਆਂ। ਅਸੀਂ ਆਪਣੇ ਕੋਲੋਂ ਥੋੜੀ ਕਹਿ ਰਹੇ ਹਾਂ। ਇੰਗਲੈਂਡ ਦੇ ਵਿੱਚ ਨਿਊਜ਼ ਆਈ ਹੈ, ਇੱਕ ਮੌਲਵੀ ਨੇ 70 ਤੋਂ 80 ਬੱਚੀਆਂ ਨਾਲ ਜ਼ਨਾ ਕੀਤਾ, ਜਿਹੜੀਆਂ ਉਹਦੇ ਕੋਲ ਕੁਰਾਨ ਪੜ੍ਹਨ ਆਉਂਦੀਆਂ ਸਨ। ਬੰਗਲਾਦੇਸ਼ ਦਾ ਸੀ ਉਹ ਮੌਲਵੀ, ਠੀਕ ਹੈ। ਤੇ ਲੋਕ ਚੁੱਪ ਕੀਤੇ ਰਹੇ ਨੇ, ਆਪਣੀ ਇੱਜ਼ਤ ਤੋਂ ਡਰਦੇ, ਤੇ ਹਾਰ ਕੇ ਬੰਦਾ ਫੜਿਆ ਗਿਆ। 70 ਤੋਂ 80 ਬੱਚੀਆਂ ਦਾ ਲਿਖਿਆ ਸੀ ਉਹਨਾਂ, ਤੇ ਇੰਗਲੈਂਡ 'ਚ ਉਹਨੂੰ ਫੜਿਆ ਗਿਆ ਬੰਦਾ। ਬੰਗਲਾਦੇਸ਼ ਦਾ ਸੀ ਮੌਲਵੀ। ਇਹ ਜਿੱਥੇ ਵੀ ਜਾਣਗੇ ਗੰਦਗੀ ਪਾਉਣਗੇ, ਜਿੱਥੇ ਵੀ ਜਾਣਗੇ ਗੰਦਗੀ ਮੇ ਫੈਲਾਉਣਗੇ। ਅੱਛਾ, ਉਹ ਮੰਨਦੇ ਨਹੀਂ ਆ ਕਿ ਸਾਡੇ ਮੁਲਕ 'ਚ ਗਲਤ ਹੋ ਰਿਹਾ, ਅਸੀਂ ਇਹਨੂੰ ਕੰਡਮ ਕਰਨੇ ਆ। ਤਾਂ ਠੀਕ ਹੈ ਭਾਈ, ਤੁਹਾਡੇ ਬਾਰੇ 'ਚ ਤਾਂ ਕਰੀ ਜਾਓ, ਤੁਹਾਡੇ ਬੱਚੇ ਨੇ ਫਿਰ ਕਰੀ ਜਾਓ ਉੱਥੇ, ਠੀਕ ਹੈ। ਜੇ ਤੁਸੀਂ ਨਹੀਂ ਤੁਹਾਡੇ ਦਿਲ ਪੱਥਰ ਹੋਏ ਨੇ ਦਿਲ, ਤਾਂ ਠੀਕ ਹੈ ਭਾਈ। ਸਾਨੂੰ ਤਾਂ ਅਸੀਂ ਤਾਂ ਸਾਡੀਆਂ ਅੱਖਾਂ ਰੋਂਦੀਆਂ, ਸਾਡਾ ਦਿਲ ਰੋਂਦਾ ਕਿ ਬੱਚਿਆਂ ਨਾਲ ਨਾ ਇੰਝ ਕਰੋ। ਮਾਸਟਰ ਭਾਈ ਆ ਜਾਓ। ਕੀ ਨਾਂ ਹੈ ਤੁਹਾਡਾ? ਬੜੇ ਦਿਨ ਹੋ ਗਏ ਤੁਹਾਡੇ ਨਾਲ ਗੱਲ ਨਹੀਂ ਹੋਈ। ਬੰਬਾਸਟਰ ਜੀ ਅਬੂ ਬਕਰ ਸਾਹਿਬ, ਗੱਲ ਸੀ ਇੱਕ ਬੰਬਾਸਟਿਕ ਸਾਹਿਬ, ਅਸੀਂ ਇੱਕ ਨਾਰਮਲ ਗੱਲ ਕਰਨ ਹੈ। ਜ਼ਾਤੀਆਤ ਤੇ ਆਉਣ ਦੀ ਕੀ ਲੋੜ? ਮੈਂ ਕਿਸੇ ਦੀ ਜ਼ਾਤੀਆਤ ਤੇ ਗਿਆ ਵਾਂ? ਜਦੋਂ ਮੈਂ ਜ਼ਾਤੀਆਤ ਤੇ ਨਹੀਂ ਸੀ। ਇੱਕ ਗੱਲ ਆਏ ਦਿਨ ਨਿਊਜ਼ ਆ ਰਹੀ ਹੈ ਪਾਕਿਸਤਾਨ ਦੇ TV 'ਚ, ਖੋਲੋ ਤੇ ਮੈਂ ਵੀ ਕਰਾਂਗਾ। ਮੁਨਾਫਕ ਭਾਈ, ਉਹ ਕਹਿੰਦਾ ਤੇਰੇ ਨਾਲ ਹੋਈ, ਤੇ ਉਹ ਆਪ ਹੀ ਦੱਸਣ ਡਿਆ ਜ਼ਾਹਿਰ। ਇਹ ਵੀ ਫਿਰ ਫਿਲਮਾਂ ਸਾਰੀਆਂ ਵੇਖਦਾ, ਤੇ ਜੇ ਪਾਕਿਸਤਾਨ 'ਚ ਵੇਖਦੇ ਨੇ ਤਾਂ ਫਿਰ ਠੀਕ ਹੈ। ਉਹ ਆਂਦਾ ਜੀ ਸਭ ਤੋਂ ਜ਼ਿਆਦਾ ਇਹ ਗੋਰੇ ਬਣਾਉਂਦੇ ਨੇ। ਚਲੋ ਉਹਨਾਂ ਦੇ ਬਣਾਈਆਂ ਗਲਤ ਹੈ, ਮੈਂ ਉਹਨਾਂ ਨੂੰ ਗਲਤ ਕਹਿੰਦੀ, ਲੇਕਿਨ ਤੁਸੀਂ ਕਿਉਂ ਵੇਖਦੇ ਹੋ? ਤੁਸੀਂ ਤਾਂ ਇਸਲਾਮੀ, ਅੱਲਾ ਤੌਬਾ ਕਰੋ, ਅੱਲਾ ਤੌਬਾ ਕਰੋ। ਤੁਸੀਂ ਕਿਉਂ ਵੇਖਦੇ ਹੋ ਗੱਲ? ਜੋ ਗਲਤ ਹੈ ਗਲਤ ਹੈ। ਤੁਸੀਂ ਇਹ ਵੀ ਕਹੋ ਉਹ ਵੀ ਗਲਤ ਹੈ। ਜੋ ਮੈਂ ਕਹਿੰਦਾ ਅਗਰ ਇਟਲੀ ਚੇਂਜ ਹੋ ਰਿਹਾ ਗਲਤ ਹੈ, ਜੋ ਵੀ ਹੋ ਰਿਹਾ ਗਲਤ ਹੈ। ਆਹੋ ਤੁਸੀਂ ਇਹ ਨਾ ਕਹਿੰਦੇ ਪਾਕਿਸਤਾਨ 'ਚ ਤੁਸੀਂ ਫਰਾਡ ਲੈ ਜਾਂਦੇ ਹੋ ਜੀ, ਇੰਝ ਹੋ ਰਿਹਾ, ਯੂਰਪ 'ਚ ਹੋ ਰਿਹਾ, ਅਮਰੀਕਾ 'ਚ ਹੋ ਰਿਹਾ, ਤੇ ਤੁਹਾਡੇ ਵੀ ਹੋ ਰਿਹਾ। ਜੇ ਉੱਥੇ ਵੀ ਹੋ ਰਿਹਾ ਤੇ ਗਲਤ ਹੈ, ਜੇ ਇੱਥੇ ਵੀ ਹੋ ਰਿਹਾ ਤੇ ਗਲਤ ਨਹੀਂ। ਤੇ ਜੇ ਅਮਰੀਕਾ 'ਚ ਹੋ ਰਿਹਾ ਤੇ ਅਮਰੀਕਾ ਮੁਨਾਫਕ ਭਾਈ, ਪਤਾ ਕੀ ਅਮਰੀਕਾ 'ਚ ਹੋ ਰਿਹਾ ਤਾਂ ਅਮਰੀਕਾ ਵਾਲੇ ਤੇ ਕਾਫਰ ਨੇ ਇਹਨਾਂ ਦੀ ਨਜ਼ਰ 'ਚ, ਤੇ ਕਾਫਰ ਜੋ ਮਰਜ਼ੀ ਕਰੀ ਜਾਣ। ਕਲਮਾ ਤੇ ਇਹਨਾਂ ਨੇ ਪੜ੍ਹਿਆ, ਇਹਨਾਂ ਨੂੰ ਤਾਂ ਉਹਨਾਂ 'ਚ ਫਰਕ ਹੋਣਾ ਚਾਹੀਦਾ ਨਾ। ਅਮਰੀਕਾ 'ਚ ਕਿਉਂ? ਤੇ ਅਮਰੀਕਾ ਨੂੰ ਫਿਰ ਛੱਡੋ, ਜਾਓ ਫਿਰ ਜੋ ਆਪਣੀ ਜੁੱਲੀ ਬਿਸਤਰਾ ਚੁੱਕੋ, ਜਾਓ ਇੱਥੋਂ। ਉਹ ਸਿਸਟਰਾ ਕੀ ਹੋ ਗਿਆ ਤੁਹਾਨੂੰ ਯਾਰ? ਤੁਸੀਂ ਕਿੱਥੇ ਫਸੇ ਹੋ ਸਾਰੇ? ਗੱਲ ਸੁਣ ਲਓ ਸਾਰੇ। ਮੈਂ ਅੱਧਾ ਘੰਟਾ ਹੋ ਗਿਆ, 40 ਮਿੰਟ ਹੋ ਗਏ ਤੁਹਾਡੀ ਗੱਲਾਂ ਸੁਣਨਾ ਪਿਆ। ਵੇਖੋ ਮਿੰਟ ਦਾ 2 ਮਿੰਟ ਗੱਲ ਹੋਈ, ਉਹ ਤੇ ਘੰਟਾ ਹੋ ਗਿਆ। ਚਲੋ ਘੰਟਾ ਹੋ ਗਿਆ। ਅਬੂ ਬਕਰ ਦੇ ਆ ਕੇ ਤੇ ਇੰਨਾ ਰੌਲਾ ਪਾ ਕੇ ਗਿਆ, ਸਿਰ ਦਰਦ ਲਾ ਉਹ ਗਿਆ। ਵਿਕਟਰ ਸਾਹਿਬ ਗੱਲ ਸੁਣ ਲਓ ਯਾਰ। ਸਾਹਿਬਾ ਨੇ ਸਾਹਿਬ ਇੰਝ ਕਰ ਲੈਣੇ ਆ। ਸੁਣ ਲਓ, ਇਹ ਨੇ ਇੱਕ ਜਿਹਨੂੰ ਆਉਂਦੇ ਨੇ ਨਾ, ਇਹ ਕੌਮਾਂ ਨੇ ਅੱਗੇ ਵਧੀਆਂ, ਅਸੀਂ ਪਿੱਛੇ ਪਿੱਛੇ ਭੱਜਦੇ ਹਾਂ ਪਏ। ਕੋਸ਼ਿਸ਼ ਕਰ ਰਹੇ ਰਲਣ ਦੀ, ਲੇਕਿਨ ਠੀਕ ਹੈ ਚਲੋ ਕੋਈ ਵੀ ਚੱਲ ਰਿਹਾ ਸਿਸਟਮ। ਇਹ ਜਿਹੜਾ ਵੇ ਇਹਨਾਂ ਦੇ ਮੁਲਕਾਂ ਦੇ ਵਿੱਚ ਵੀ ਕੋਈ ਲੱਖ ਵਾਰੀ ਉਹੀ ਕੰਮ ਹੁੰਦੇ ਨੇ ਵੀ ਜਿਹੜੇ ਸਾਡੇ ਮੁਲਕਾਂ 'ਚ ਹੋ ਰਹੇ ਨੇ, ਲੇਕਿਨ ਇਹ ਮੁਲਕ ਉਹਨਾਂ ਕੰਮਾਂ ਨੂੰ ਦਬ ਜਾਂਦੇ ਨੇ। ਇਹਨਾਂ ਦੇ ਜਿਹੜੇ ਖਬਰਾਂ ਨੇ ਉਹਨਾਂ ਵਿੱਚ ਵੀ ਆਉਂਦਾ ਵੇ ਕਿ ਤੁਸੀਂ ਇਹ ਚੀਜ਼ ਪੁੱਛ ਕੇ ਦੱਸਣੀ ਹੈ। ਉਹ ਦੱਸਦੇ ਨੇ ਉਹ ਚੀਜ਼ ਜਿਹੜਾ ਕਿ ਬਾਹਰ ਵਾਲਾ ਬੰਦਾ ਆ ਕੇ ਕਰੇਗਾ ਉਹ ਵਿਖਾਣਗੇ, ਜਿਹੜਾ ਆਪਣਾ ਬੰਦਾ ਕਰੇਗਾ ਨਾ ਉਹਨੂੰ ਛੁਪਾਣਗੇ। ਤੁਸੀਂ ਕਦੋਂ ਵਧੋਗੇ ਅੱਗੇ ਯਾਰ? ਤੁਸੀਂ ਸਾਰੇ ਡਾਰਕ ਹਾਰਸ ਤੋਂ ਨਿਊਟਰਲ। ਤੂੰ ਮੈਨੂੰ ਦੱਸ, ਤੂੰ ਜਰਮਨੀ ਰਹਿੰਦਾ ਜਾਂ ਯੂਰਪ 'ਚ ਅਗਰ ਹਰਾਸਮੈਂਟ ਹੁੰਦੀ ਹੈ ਬੱਚੇ ਨਾਲ ਤਾਂ ਸਜ਼ਾ ਨਹੀਂ ਹੈਗੀ ਉਹਦੀ? ਅਗਰ ਬੱਚਾ ਜਾ ਕੇ ਕਵੇ ਵੀ ਇੰਝ ਮੇਰੇ ਨਾਲ ਮੁਨਾਫਿਕ ਭਾਈ ਹੁਣ ਫੇਰ ਇਹ ਪਹਿਲਾਂ ਵੀ ਤੁਸੀਂ 4-5 ਮਹੀਨੇ ਪਹਿਲਾਂ ਮੇਰੇ ਕੋਲ ਸਵਾਲ ਕੀਤਾ ਸੀ, ਤੁਹਾਨੂੰ ਜਵਾਬ ਦੇ ਰਿਹਾ ਵਾਂ। ਜੇ ਤੇ ਹੋਏਗਾ ਕੋਈ ਬਾਹਰਲਾ ਬੰਦਾ
ਬਾਹਰਲਾ ਬੰਦਾ ਸੁਣ ਲਈ ਹੁਣ ਡਾਇਰੈਕਟ ਸੁਣੀਓ ਗੱਲ, ਇਸ ਵਿੱਚ ਕੋਈ ਮੈਂ ਕਿਸੇ ਨੂੰ ਮਾੜਾ ਨਹੀਂ ਕਰ ਰਿਹਾ। ਜੇ ਤੇ ਬਾਹਰਲਾ ਬੰਦਾ ਹੋਏਗਾ ਨਾ, ਪਾਕਿਸਤਾਨੀ, ਬੰਗਾਲੀ, ਇੰਡੀਅਨ, ਉਹ 1 ਮਹੀਨੇ 2 ਮਹੀਨੇ ਖਬਰ ਚਲੇਗੀ ਕਿ ਇੱਕ ਨੇ ਕਰ ਛੜਿਆ। ਹੁਣ ਇੱਕ ਨੇ ਕੀਤਾ, ਉਹਦੇ ਵਿੱਚ ਸਾਰੇ ਪਾਕਿਸਤਾਨੀ ਵੜ ਗਏ ਜੀ, ਸਾਰੇ ਪਾਕਿਸਤਾਨੀ, ਸਾਰੇ ਬੰਗਾਲੀ। ਜੇ ਕਿਸੇ ਬੰਗਾਲੀ ਕੀਤਾ, ਸਾਰੇ ਬੰਗਾਲੀਆਂ ਦੀ ਮਾਂ। ਜੇ ਕਿਸੇ ਇੰਡੀਅਨ ਕੀਤਾ, ਸਾਰੇ ਇੰਡੀਅਨ ਵਿੱਚ ਵੜ ਗਏ। ਇਹਨਾਂ ਦੇ 10 ਬੰਦੇ ਕਰਨਗੇ, ਉਹ 10 ਬੰਦੇ ਜਿਹੜੇ ਕਰਨਗੇ, ਉਹਨਾਂ ਵਿੱਚੋਂ ਜੇ ਕਿਸੇ ਇੱਕ ਦੀ ਖਬਰ ਉੱਤੇ ਆ ਜਾਏਗੀ ਨਾ, ਉਹ ਸਿਰਫ ਇੱਕ ਦਿਨ ਚਲਾਉਣਗੇ, ਉਹਦੇ ਬਾਅਦ ਉਹ ਫਿਨਿਸ਼। ਇੱਕੋ ਦੀ ਚਲਾਣੀ ਹੈ ਨਾ, ਜਿਹਨੇ ਜੁਰਮ ਕੀਤਾ ਉਹਨੂੰ ਸਜ਼ਾ ਮਿਲਣੀ ਹੈ, ਕਿ ਸਾਰਿਆਂ ਨੂੰ ਥੋੜੀ ਮਿਲਣੀ ਹੈ। ਉਹ ਨਹੀਂ 10 ਨੇ ਕੀਤਾ ਵੇ, ਲੇਕਿਨ ਇੱਕ ਦੀ ਚਲਾ ਕੇ ਅੱਲਾ ਬਿਲਾ ਕੁਵਤ ਨਹੀਂ, ਉਹ ਸਜ਼ਾ ਹੁੰਦੀ ਹੈ ਕਿ ਨਹੀਂ? ਸਵਾਲ ਤੇ ਉਹਨੂੰ ਸਜ਼ਾ ਹੁੰਦੀ ਹੈ, ਕਿਉਂ ਨਹੀਂ ਹੁੰਦੀ? ਮੇਰੀ ਗੱਲ ਸਜ਼ਾ ਹੁੰਦੀ ਹੈ ਕਿ ਨਹੀਂ? ਜੇ ਕੋਈ ਕਰੇ ਹਰ 10 ਮਿੰਟ ਬਾਅਦ ਹਰਾਸ ਕਰੇ, ਸਜ਼ਾ ਹੋਏਗੀ ਕਿ ਨਹੀਂ? ਮੈਨੂੰ ਦੱਸੋ। ਮੁਨਾਫਿਕ ਭਾਈ ਗੱਲ ਤੇ ਕਰ ਲੈਂਦੇ ਹੋ, ਮੁਨਾਫਿਕ ਗੱਲ ਤੇ ਕਰ ਲੈਂਦੇ ਹੋ। ਇਸ ਯੂਰਪ ਦੇ ਵਿੱਚ 97% ਬੱਚੇ ਜਿਹੜੇ ਨਾ ਆਪਣੇ ਮਾਂ ਪਿਓ ਲੱਭਦੇ ਨੇ ਪਏ ਅੱਜ ਤੀਕਰ। ਉਹਨਾਂ ਨੂੰ ਪਤਾ ਕੋਈ ਨਹੀਂ ਹੈ ਸਾਡਾ ਪਿਓ ਕਿਹੜਾ ਵੇ, ਮਾਂ ਦਾ ਪਤਾ ਵੀ ਉਹਦੇ ਪੈਦਾ ਹੋਏ। ਉਹ ਦਿਮਾਗ ਖਰਾਬ ਭਾਈ, ਇੱਥੇ ਫੈਮਿਲੀ ਸਿਸਟਮ ਬੜਾ ਸਟਰੋਂਗ ਹੈ। ਮਾਂ ਪਿਓ ਨੂੰ ਕਿਉਂ ਨਹੀਂ ਪਤਾ? ਐਵੇਂ ਪੁੱਠੀਆਂ ਗੱਲਾਂ ਤੁਸੀਂ ਫਿਰ ਇੱਥੋਂ ਜਾਂਦੇ ਕਿਉਂ ਨਹੀਂ ਹੋ? ਇੱਥੇ ਤੇ ਗੰਦਾ ਸਿਸਟਮ ਹੈ, ਤੁਸੀਂ ਜਾਣਾ ਚਾਹੀਦਾ ਤੁਹਾਨੂੰ। ਮੈਂ ਕਿਉਂ ਤੁਹਾਡੀ ਆਵਾਜ਼ ਚ ਮੈਨੂੰ ਸਾਹਬ ਲੱਗ ਰਿਹਾ, ਮੈਂ ਤਾਂ ਸਾਹਬ ਕਰਾਂਗਾ, ਤੁਸੀਂ ਸਾਹਿਬਾ ਹੋਗੇ, ਸਾਹਿਬਾ ਹੋਵੋ। ਸਾਹਬ ਕਹਿ ਦੋ, ਸਾਹਬ ਹੀ ਅਸੀਂ ਸਾਹਬਾਂ ਦੇ ਸਾਹਬ ਹਾਂ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਹੁਣ ਸਾਹਬ ਕਰਕੇ ਗੱਲ ਕਰਾਂਗਾ। ਹੁਣ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ, ਤੁਸੀਂ ਮੈਨੂੰ ਦੱਸੋ, ਇੱਥੇ ਇੱਕ ਔਰਤ, ਉਹਦੇ 7 ਬੱਚੇ, 7 ਵਿੱਚੋਂ 7 ਪਿਓ ਵੱਖਰੇ ਵੱਖਰੇ। ਹੁਣ ਉਹਨੂੰ ਆਪ ਨਹੀਂ ਪਤਾ ਹੁੰਦਾ, ਕੋਈ ਬੱਸ ਦੇ ਵਿੱਚ, ਕਿਤੇ ਟ੍ਰੇਨ ਦੇ ਵਿੱਚ, ਕਿਧਰੇ ਮੈਂ ਪਾਣੀ ਦੇ ਵਿੱਚ ਗਈ ਸਾਂ, ਬੱਚਾ ਪੈਦਾ ਹੋ ਗਿਆ। ਹੁਣ ਪਿਓ ਨਿਕਲ ਗਿਆ, ਕਿਉਂਕਿ ਮੈਂ ਟਰੱਕਾਂ ਦਾ ਕੰਮ ਕਰਨਾ ਵਾ। ਮੇਰੇ ਨਾਲ ਇੱਕ ਬੰਦਾ ਬੈਠਾ, ਉਹਨੂੰ ਮੈਂ ਪੁੱਛਿਆ ਉਹਨੇ ਮੈਨੂੰ ਪੁੱਛਿਆ ਤੇਰੇ ਕਿੰਨੇ ਬੱਚੇ ਨੇ? ਮੈਂ ਕਿਹਾ ਮੇਰੇ 4 ਪੁੱਤਰ ਨੇ। ਉਹਨੇ ਕਿਹਾ ਕਿਹਦੇ ਵਿੱਚੋਂ? ਮੈਂ ਕਿਹਾ ਇੱਕ ਔਰਤ ਚੋਂ। ਮੇਰੇ ਮੂੰਹ ਵੱਲ ਵੇਖਣ ਲੱਗ ਗਿਆ। ਮੈਂ ਕਿਹਾ ਯਾਰ ਮੇਰੀ ਜਰਮਨ ਵਾਈਫ ਹੈ ਤੇ ਸਾਡੇ 4 ਪੁੱਤਰ ਨੇ, ਬੱਚੇ ਨੇ। ਤੇ ਮੈਂ ਉਹਨੂੰ ਪੁੱਛਿਆ ਤੇਰੇ ਕਿੰਨੇ ਨੇ? ਆਂਦਾ ਮੇਰੇ ਕੋਲ 4-5 ਹੈ ਨੇ। ਮੈਂ ਕਿਹਾ ਫੇਰ ਉਹ ਠੀਕ? ਆਂਦਾ ਮੈਨੂੰ ਨਹੀਂ ਪਤਾ, 4-5 ਇੱਕ ਮੈਂ ਗਿਆ ਸਾਂ ਆਪਣਾ ਉੱਥੇ ਉਸ ਸ਼ਹਿਰ 'ਚ, ਉੱਥੇ ਆਪਣਾ ਡਿਸਕੋ 'ਚ ਮਿਲੇ, ਬੱਚਾ ਹੋ ਗਿਆ, ਮੈਨੂੰ ਬਾਅਦ 'ਚ ਖਬਰ ਆ ਗਈ। ਇੱਕ ਵਾਰੀ ਮੈਂ ਇੰਗਲੈਂਡ ਗਿਆ ਸਾਂ, ਉੱਥੇ ਵੀ ਇੱਕ ਬੱਚਾ ਹੈ ਮੇਰਾ। ਇੱਕ ਵਾਰੀ ਯਾਰ ਤੁਸੀਂ ਕਿਉਂ ਯਾਰ ਬਕਵਾਸ ਕਰਦੇ ਹੋ ਪਏ ਸਾਰੇ? ਇੱਥੇ ਯੂਰਪ ਦੇ ਵਿੱਚ ਤੁਹਾਨੂੰ ਯਕੀਨ ਕਰੋ, ਇਹ ਠੀਕ ਹੈ, ਚਲੋ ਇਹਨੂੰ ਨਹੀਂ ਲੈ ਕੇ ਟੁੱਟਦੇ ਆ ਨਾ ਹਾਰਟ, ਕਿਉਂਕਿ ਇੱਥੇ ਔਰਤ ਨੂੰ ਉਹਦੇ ਹਕੂਕ ਲੱਭਦੇ ਨੇ ਪਏ। ਜੇ ਉਹਦੇ 4-5 ਬੱਚੇ ਨੇ ਨਾ, 5-6 ਮਰਦਾਂ ਚੋਂ, ਫੇਰ ਵੀ ਉਹ ਜਿਹੜਾ ਵੇ ਉਹਦੀ ਬੱਚਿਆਂ ਦੀ ਸਕੂਲ ਦਾ ਖਰਚਾ, ਉਹਦੀ ਸਾਨੂੰ ਸਾਰਾ ਪਤਾ ਹੈ ਭਾਈ, ਐਡੀ ਲੰਮੀ ਚੌੜੀ ਗੱਲ ਨਾ ਕਰੋ। ਗੱਲ ਸੁਣ ਲਓ ਨਾ, ਗੱਲ ਮੁਕੰਮਲ ਰੱਖੋ। ਮੈਂ ਸੁਣ ਲਈ ਕਿ ਮੈਂ ਇੱਥੇ ਲੈਕਚਰ ਸੁਣਨ ਥੋੜਾ ਬੈਠੀ ਹਾਂ, ਮੈਨੂੰ ਸਾਰਾ ਪਤਾ, ਮੈਂ ਵੀ ਇੱਥੇ ਰਹਿੰਦੀ ਹਾਂ, ਮੈਂ ਕਿਹੜਾ ਕੋਈ ਬਾਹਰ ਰਹੀ। ਗੱਲ ਮੁਕੰਮਲ ਕਰਨ ਦੀ ਫਿਰ ਗੱਲ ਕਰੀ ਹੈ। ਸੁਣ ਲਓ, 5 ਬੱਚੇ, 5 ਮਰਦਾਂ ਚੋਂ, 5 ਮਰਦਾਂ ਦਾ ਹੀ ਪਤਾ, ਉਸ ਔਰਤ ਕੋਲ 5 ਬੱਚੇ ਨੇ, ਉਹਦੇ ਕੋਲ ਫੇਰ ਵੀ ਇੱਕ ਘਰ ਹੈ ਵੇ ਜਿਹਦਾ ਗੌਰਮੈਂਟ ਕਿਰਾਇਆ ਦੇ ਏਰੀਏ, ਉਹਦੇ ਬੱਚਿਆਂ ਦਾ ਖਰਚਾ ਚੁੱਕਦੀ ਹੈ ਵੀ, ਉਹਦੇ ਸਕੂਲ ਦਾ ਖਰਚਾ, ਉਹਨਾਂ ਦੀ ਸਟੱਡੀ ਦਾ ਖਰਚਾ, ਹਰ ਚੀਜ਼ ਚੁੱਕਦੀ ਹੈ ਪਈ। ਉਹਦੇ ਵਿੱਚ ਔਰਤ ਜਿਹੜੀ ਹੈ ਆਪਣਾ, ਉਹਨੂੰ ਹਰ ਚੀਜ਼ ਲੱਭਦੀ ਹੈ ਪਈ। ਇੱਕ ਔਰਤ ਦੇ 4-5 ਬੱਚੇ ਨੇ, 5 ਮਰਦਾਂ ਚੋਂ, ਤੇ ਮਰਦਾਂ ਦਾ ਪਤਾ ਵੀ ਨਹੀਂ ਹੈ ਪਿਓ ਕਿਹੜਾ ਵੇ, ਫੇਰ ਵੀ ਉਸ ਔਰਤ ਨੂੰ ਇੱਕ ਬੱਚੇ ਦਾ, ਇੱਕ ਮਿੰਟ ਗੱਲ ਸੁਣ ਲਓ, ਇੱਕ ਬੱਚੇ ਦਾ ਲੱਭੇਗਾ 250, 5 ਬੱਚੇ ਹੋ ਗਏ, 5 ਦਾ ਲੱਭੇਗਾ ਉਹਨੂੰ 5 ਦੂਣੀ 10 ਤੇ 5-5 1250 ਯੂਰੋ, ਪਲੱਸ ਘਰ ਦਾ ਖਰਚਾ, ਪਲੱਸ ਉਹਨਾਂ ਸਾਰਿਆਂ ਬੱਚਿਆਂ ਦਾ ਭਾਵੇਂ 1.5 ਕਰੋੜ ਖਰਚਾ ਆ ਜਾਏ ਇੱਕ ਬਿਮਾਰੀ ਦੇ, ਇੱਕ ਬੱਚੇ ਦਾ ਗੌਰਮੈਂਟ ਦੇਗੀ, ਉਹਨੂੰ ਕੋਈ ਫਿਕਰ ਨਹੀਂ ਹੈਗੀ ਕਿਹੜੇ ਮਰ ਚੋਂ ਕਿਹੜਾ ਬੱਚਾ ਵੇ। ਉਹ ਭਾਈ ਜਾਨ ਤੁਸੀਂ ਪਤਾ ਨਹੀਂ ਕਿੱਥੇ ਵਸਦੇ ਹੋ ਪਏ, ਇੱਥੇ ਇਹ ਵੇ ਕਿ ਇਹਨਾਂ ਲੋਕਾਂ ਨੇ ਇਹ ਚੀਜ਼ ਮੁਕਾ ਛੜੀ ਹੋਈ ਹੈ ਕਿ ਪਿਓ ਕੌਣ ਹੈ, ਪਿਓ ਹੈ ਹੀ ਕੋਈ ਨਹੀਂ। ਸਾਨੂੰ ਚਲੋ ਮੇਰੀ ਗੱਲ ਤੁਹਾਡੀ ਮੈਨੂੰ ਸਮਝ ਆ ਗਈ, ਮੇਰੀ ਗੱਲ ਸੁਣੋ। ਦੇਖੋ ਜੀ ਪਹਿਲਾਂ ਸਮਝਾਓ ਕਿ ਤੁਹਾਨੂੰ ਸਮਝ ਕੀ ਆਈ ਹੈ, ਪਹਿਲਾਂ ਤੁਸੀਂ ਦੱਸਣਾ। ਹਾਂ ਮੈਨੂੰ ਸਮਝ ਆਈ, ਮੈਂ ਦੱਸ ਨਹੀਂ ਆ ਨਾ, ਹੁਣ ਚੁੱਪ ਕਰਕੇ ਸੁਣਿਆ। ਜਦੋਂ ਹੁਣ ਇੱਥੇ ਸਾਰੇ ਪਾਕਿਸਤਾਨੀ, ਮੇਰੀ ਮੈਨੂੰ ਗੱਲ ਕਰਨ ਦੋਗੇ ਤੇ ਫੇਰ ਹੈ ਨਾ, ਯੂਰਪ ਦਾ ਵੀ ਦੱਸਾਂਗੇ, ਮੈਂ ਪਾਕਿਸਤਾਨ ਦਾ ਵੀ ਦੱਸਾਂਗੀ। ਤੁਸੀਂ ਭਾਈ ਮੈਨੂੰ ਬੋਲਣ ਦਿਓਗੇ ਤੇ ਫੇਰ ਹੈ ਨਾ। ਜੀ ਬੋਲੋ ਸਿਸਟਰ ਬੋਲੋ। ਓਕੇ, ਹੁਣ ਤੁਸੀਂ ਜਿਹੜਾ ਨਾ ਚੁੱਪ ਰਹੋ ਪਲੀਜ਼। ਦੇਖੋ ਜਦੋਂ ਪਾਕਿਸਤਾਨੋਂ ਸਾਰੇ ਡੰਕੀਆਂ ਲਾ ਕੇ ਮਰਦ ਸਾਰੇ ਆ ਜਾਂਦੇ ਨੇ ਯਾਰ, ਇੱਥੇ ਦੀ ਗੱਲ ਹੋ ਰਹੀ ਹੈ, ਉੱਥੇ ਬਾਅਦ ਜਾਵਾਂਗੇ। ਮੈਂ ਇੱਥੇ ਦੀ ਵੀ ਗੱਲ ਕਰਨੀ ਹੈ, ਉੱਥੇ ਦੀ ਮੈਂ ਤੁਹਾਡੀ ਗੱਲ ਚ ਬੋਲੀ ਨਾ, ਮੈਂ ਇੱਥੇ ਦੀ ਵੀ ਕਰਾਂਗੀ ਸਿਸਟਰ, ਮੈਂ ਗੱਲ ਕਰਾਂਗੀ। ਉਹ ਲੈ ਕੇ ਆਨੇ ਆ। ਨਹੀਂ ਹੁਣ ਸਬਰ ਕਰੋ ਨਾ,
ਸਬਰ ਕਰੋ ਸਿਸਟਰ ਜੀ ਇਹ ਉੱਥੇ ਦੀ ਗੱਲ ਲੈ ਕੇ ਆਵਾਂਗੇ, ਇੱਥੇ ਦੀ ਮੁਕਾਓ ਨਾ ਜਿਹੜੀ ਮੈਂ ਪਹਿਲਾਂ ਰੱਖੀ। ਨਹੀਂ ਇੱਥੇ ਦੀ ਮਕਾਨੇ ਨਾ ਸਬਰ ਕਰ ਜੋ, ਉੱਥੋਂ ਆਪਣੇ ਘਰੋਂ ਚੱਲੀਦਾ, ਆਪਣੇ ਘਰੋਂ ਚੱਲੀਦਾ, ਆਪਣੇ ਘਰੋਂ ਚੱਲੀਦਾ। ਆਪਣੇ ਘਰੋਂ ਨਹੀਂ ਭਾਈ ਗੱਲ ਕਰਨ ਦੇਣੀ ਹੈ ਕਿ ਨਹੀਂ? ਨਹੀਂ ਤੁਸੀਂ ਪਹਿਲਾਂ ਐਸੇ ਦੀ ਗੱਲ ਰੱਖੋ ਜਿਹੜੀ ਮੈਂ ਰੱਖੀ ਹੈ ਪਹਿਲਾਂ। ਅੱਛਾ ਮੈਂ ਕਰਨੀ ਆ। ਜਦੋਂ 8 ਸਾਲ ਤੁਸੀਂ ਪੰਜ ਮਰਦ ਨੇ, 5 ਮਰਦਾਂ ਦੇ 5 ਬੱਚੇ ਨੇ, ਉਹ ਜਿੱਦ ਮੈਂ ਦੱਸ ਰਹੀ ਆ ਨਾ ਪਾਕਿਸਤਾਨ ਕਿੰਨੇ ਮਰਦ ਨੇ, ਮੈਂ ਦੱਸ ਮੈਨੂੰ ਪਹਿਲਾਂ ਦੱਸੋ। ਨਹੀਂ ਇਸ ਤਰ੍ਹਾਂ ਨਹੀਂ। ਅੱਛਾ ਸਾਨੀ ਭਾਈ ਗੱਲ ਕਰਨ ਦੇਣੀ ਹੈ ਜਾਂ ਮੈਂ ਜਾਵਾਂ ਫਿਰ? ਨਹੀਂ ਤੁਸੀਂ ਬਾਰ-ਬਾਰ ਪਾਕਿਸਤਾਨੀ ਅਟੈਕ ਕਰੋ, ਇਹਨਾਂ ਦਾ ਮਾਈਕ ਮਿਊਟ ਕਰੋ ਜਰਾ, ਮੈਨੂੰ ਗੱਲ ਕਰਨ ਦਿਓ। ਤੁਸੀਂ ਬਾਰ-ਬਾਰ ਪਾਕਿਸਤਾਨੀ ਅਟੈਕ ਗੱਲ ਕਰਨ ਦਿਓ ਨਾ, ਜਿਹੜੀ ਗੱਲ ਕੀਤੀ ਮੈਂ ਤਾਂ ਜਵਾਬ ਨਾ ਪਹਿਲਾਂ ਕਲੀਅਰ ਕਰੋ। ਇੱਥੇ ਇੱਕ ਔਰਤ ਹੈ, ਉਹਦੇ 5 ਬੱਚੇ ਨੇ, 5 ਵੀ ਮਰਦ ਜਿਹੜੇ ਵੱਖਰੇ ਨੇ, ਮੈਂ ਦੱਸ ਜਾਂ ਮਰਦਾਂ ਚੋਂ 5 ਵੱਖਰੇ ਬੱਚੇ ਨੇ। ਮੈਂ ਦੱਸਣੀ। ਅੱਛਾ ਤੁਹਾਡੇ ਕਿੰਨੇ ਬੱਚੇ ਨੇ? ਤੁਹਾਡੇ ਕਿੰਨੇ ਬੱਚੇ ਨੇ ਇੱਥੋਂ? ਤੁਸੀਂ ਪਹਿਲਾਂ ਗੱਲ ਕਰਨੀ ਹੈ। ਇੱਕ ਔਰਤ ਹੈ ਤੁਹਾਡੀ, ਗੋਰੀ ਚੋਂ ਬੱਚੇ ਕਿੰਨੇ ਨੇ? ਮੈਂ ਤੁਹਾਨੂੰ ਪੁੱਛ ਰਿਹਾ ਕਿ ਇੱਥੇ ਮੈਂ ਇੱਥੇ ਹੁਣ ਆ ਗਈ ਆ ਨਾ, 5 ਮਰਦ ਨੇ। ਠੀਕ ਹੈ ਮੈਂ ਇੱਥੇ ਗੱਲ ਕਰਨੀ। ਇੱਥੋਂ ਹੁਣ ਤੁਹਾਡੇ ਕਿੰਨੇ ਬੱਚੇ ਨੇ ਇੱਕ ਔਰਤ ਚੋਂ? ਨਹੀਂ ਮੈਂ ਤੁਹਾਨੂੰ ਪੁੱਛ ਰਿਹਾ ਵਾਂ ਇੱਕ ਤੁਹਾਡੇ ਬੱਚੇ ਕਿੰਨੇ ਨੇ? ਇੱਕ ਪਾਸੇ ਨੇ ਟਿਕਣ ਦੇ ਤੁਸੀਂ, ਇਹਦਾ ਮਤਲਬ ਤੁਹਾਡੇ ਦਿਲ 'ਚ ਚੋਰ ਹੈ, ਤੁਸੀਂ ਆਪ ਹੀ ਚੋਰ ਹੋ। ਉਹ ਯਾਰ ਐਂ ਜੀ ਆਵਾਜ਼ ਜਿਹੜੀ ਤੁਸੀਂ ਕੱਢਦੇ ਹੋ ਨਾ ਮੈਂ ਵੀ ਕੱਢ ਸਕਣਾ ਵਾ। ਨਹੀਂ ਤੁਸੀਂ ਮੈਨੂੰ ਗੱਲ ਹੀ ਨਹੀਂ ਕਰਨ ਦੇਣ ਦੇ, ਫਿਰ ਤੁਸੀਂ ਚੁੱਪ ਕਰ ਜਾਓ, ਮੈਨੂੰ ਗੱਲ ਤੇ ਕਰਨ ਦਿਓ ਨਾ। ਤੁਸੀਂ ਪਾਕਿਸਤਾਨ ਦੀ ਗੱਲ ਕਰਨ ਦੇ ਨਾ ਇੱਥੋਂ ਦੀ ਗੱਲ ਕਰਨ। 2+2 ਤੁਸੀਂ ਨਹੀਂ ਮੈਂ ਦੱਸਣਾ ਮੈਂ 5+5 ਕਿੰਨੇ ਬੱਚੇ ਨੇ? ਹਾਂ ਤੁਹਾਡੇ ਕਿੰਨੇ ਬੱਚੇ ਨੇ ਇੱਥੇ ਯੂਰਪ ਦੇ? ਤੁਸੀਂ ਮੈਨੂੰ ਮੇਰੇ ਬੱਚੇ ਪੁੱਛਦੇ ਹੋ, ਤੁਹਾਡੇ ਕਿੰਨੇ ਬੱਚੇ ਨੇ? ਮੈਂ ਕਿਹਾ ਜਰਮਨੀ 'ਚ ਕਿੰਨੇ ਬੱਚੇ ਨੇ? ਤੁਹਾਨੂੰ ਪਤਾ ਤੁਹਾਡੇ 'ਚੋਂ ਹੀ ਨੇ ਉਸ ਬੱਚੇ। ਤੁਹਾਡੇ ਕਿੰਨੇ ਬੱਚੇ ਨੇ ਪਹਿਲਾਂ ਤੁਸੀਂ ਦੱਸੋ। ਨਹੀਂ ਇਹ ਤਾਂ ਤੁਸੀਂ ਪਰਸਨਲ, ਮੈਂ ਤੁਹਾਨੂੰ ਹੁਣ ਗੱਲ ਦਾ ਜਵਾਬ ਦੇ ਕੇ ਜਾਵਾਂਗਾ। ਨਹੀਂ ਜਾਣਾ ਪਰਸਨਲ ਜਿਹੜਾ ਨਹੀਂ ਹੁਣ ਤੁਸੀਂ ਮੈਂ ਗੱਲ ਕਰਾਂਗੇ, ਕੋਈ ਨਹੀਂ ਆਏਗਾ ਵਿੱਚ। ਮੇਰੀ ਗੱਲ ਸੁਣੋ, ਜਦੋਂ ਤੁਸੀਂ ਕਿਸੇ ਨੂੰ ਜਾ ਕੇ ਹੱਥ ਮਿਲਾਉਂਦੇ ਹੋ ਨਾ, ਅਸਲਾਮ ਅਲੈਕਮ ਕੁਝ ਵੀ ਕਰਦੇ ਹੋ, ਹੈਲੋ ਹਾਏ, ਮੇਰੀ ਗੱਲ ਦਾ ਜਵਾਬ ਤੁਸੀਂ ਦੇਣ ਦਿੱਤਾ ਕਿ ਨਹੀਂ? ਜੀ ਮੈਂ ਨਹੀਂ ਭਾਈ ਜਾਨ ਤੁਹਾਡੀ ਕੰਮ ਅਕਲੀ ਹੈ, ਤੁਹਾਡੀ ਕੰਮ ਅਕਲੀ ਕਿ ਨਹੀਂ ਮੈਨੂੰ ਬੋਲਣ ਦੇਣ ਦੇ? ਤੁਸੀਂ ਚੋਰ ਹੋ, ਵਿਕਟਰ ਭਾਈ ਤੁਹਾਡੇ ਅੰਦਰੋਂ ਚੋਰ ਨਜ਼ਰ ਆ ਰਿਹਾ। ਨਹੀਂ ਮੈਨੂੰ ਗੱਲ ਕਰਨ ਦਿਓ ਨਾ। ਤੁਹਾਡੀਆਂ ਉਹ ਜਿਹੜੀ ਤੁਸੀਂ 5 ਔਰਤਾਂ ਦਾ ਕਰਨ ਦੇ ਹੋ ਨਾ, ਮੈਂ ਤੁਹਾਨੂੰ ਦੱਸ ਮੈਂ ਹੁਣ ਝਾੜਨਾ ਕੱਢਾਂਗਾ, ਮੇਰੇ ਨੂੰ ਜਵਾਬ ਦਿਓ। ਹਾਂ ਮੇਰੀ ਗੱਲ ਸੁਣੋ। ਜਿਹੜੀ ਤੇਰੀ ਬੀਵੀ ਹੈ ਔਰ ਬੱਚੇ ਨੇ, ਤੈਨੂੰ ਪਤਾ ਹੈ ਕਿ ਉਹ ਕਿੰਨੀਆਂ ਬੀਵੀਆਂ ਕਿੰਨੇ ਮਰਦਾਂ ਕੋਲ ਜਾਂਦੀਆਂ ਨੇ? ਤੁਸੀਂ ਕਿੰਨੇ ਮਰਦਾਂ ਕੋਲ ਹੋ ਕੇ ਆਈ ਹੈ? ਠੀਕ ਹੈ ਤੁਸੀਂ ਗੁੱਸਾ ਨਹੀਂ ਠੀਕ ਨਹੀਂ ਨਾ, ਤੇਰੇ ਅੰਦਰ ਚੋਰ ਮੈਂ ਫੜ ਲਿਆ ਨਾ, ਤੇਰੇ ਅੰਦਰੋਂ ਚੋਰ ਫੜਿਆ ਨਾ ਮੈਂ। ਜੀ ਤੈਨੂੰ ਆਪਣੇ ਘਰ ਦਾ ਚੋਰ ਨਜ਼ਰ ਨਹੀਂ ਆਉਂਦਾ, ਤੂੰ ਦੂਸਰਾ ਨੂੰ ਕਹਿਣ ਲਿਆ ਤੇ ਤੂੰ ਇੱਥੋਂ ਜਾ ਕੇ ਆਪਣੇ ਬੱਚੇ ਚੁੱਕ ਤੇ ਜਾ ਦਫਾ ਹੋ ਇੱਥੋਂ। ਆਪਣੇ ਬੱਚੇ क्यों नहीं चुप इथों जांदा? मैं आपको पूछ रहा हूँ। नहीं अपने तेनू इन्ना गंदा माहौल है, तेनू शर्म आनी चाहिए, फिर चला जाओ इथों। क्यों इत्थे ऐस मुल्क च रहने? विक्टर साहब आपने बड़ा अच्छा सवाल पूछा है कि वाकई तेरी बीवी गोरी है, तू कहता 4 मुंडे ने, तो ये बताओ कि वाकई तेनू पक्की गल है कोई 4 तेरे? यकीन करो सैनी भाई, बहुत ही अच्छा सवाल है, बड़ा बेहतरीन सैनी भाई। आज मनु बराड़ तो ना सके, ਇਹਨਾਂ ਸਾਰਿਆਂ ਨੂੰ ਮੈਂ ਨਾ ਠੋਕ ਕੇ ਜਾਵਾਂਗਾ ਅੱਜ। एक औरत के साथ देखो ये बदतमीज इंसान कैसे बात कर रहा है, ये है मुसलमान। एक औरत विक्टर भाई जी वैसे बड़े खुश की बात है कि इसने बड़ी गंदगी बड़े बदतमीज गल ही नहीं करन दे,